ਅੱਜ ਦਾ ਜਿਹੜਾ ਵੈਬੀਨਾਰ ਹੈ ਪੰਜਾਬੀ ਸੂਫੀ ਕਾਵਿ ਦੀ ਵਰਤਮਾਨ ਸਮੇਂ ਵਿੱਚ ਸਾਰਥਕਤਾ। ਇਹ ਵੈਬੀਨਾਰ ਬਿਲਕੁਲ ਵੀ ਲੇਖੇ ਨਾ ਚੜ੍ਹਦਾ ਜੇ ਸਾਡੇ ਕਾਲਜ ਦੇ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫॉर ਗਰਲਸ ਸੈਕਟਰ 11 ਦੇ ਪ੍ਰਿੰਸੀਪਲ ਡਾਕਟਰ ਅਨੀਤਾ ਕੌਸ਼ਲ ਜੀ ਦੀ ਯੋਗ ਅਗਵਾਈ ਸਾਨੂੰ ਨਾ ਮਿਲੀ ਹੁੰਦੀ। ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਵੈਬੀਨਾਰ ਕਰਵਾਉਣਾ ਹੈ। ਉਹ ਕਹਿ ਰਹੇ ਕਿ ਜਸਪਾਲ ਜਿਸ ਮਰਜ਼ੀ ਟੌਪਿਕ 'ਤੇ ਕਰਵਾਓ, ਖੁੱਲ੍ਹ ਕੇ ਕਰਵਾਓ, ਵਧੀਆ ਕਰਵਾਓ। ਅਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਕਿ ਅਸੀਂ ਸਪੀਕਰ ਇਹ ਚੁਣਨਾ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਜਿਹੜਾ ਮਰਜ਼ੀ ਸਪੀਕਰ ਲੈ ਕੇ ਆਓ। ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਹੀ ਸਾਡੇ ਆਪਣੇ ਪ੍ਰਿੰਸੀਪਲ ਦੀ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਹਾਂ। ਦੂਸਰਾ, ਸਾਡੇ ਡਿਪਾਰਟਮੈਂਟ ਦੇ ਵਿਭਾਗ ਦੇ ਜਿਹੜੇ HOD ਨੇ ਡਾਕਟਰ ਦਵਿੰਦਰਜੀਤ ਹੋਰਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇਸ ਵੈਬੀਨਾਰ ਨੂੰ ਕੋਆਰਡੀਨੇਟ ਕਰਨ ਦਾ ਮੌਕਾ ਦਿੱਤਾ। ਤੀਸਰੀ ਗੱਲ ਜਿਹੜੀ ਇਸ ਵੈਬੀਨਾਰ ਦੇ ਵਿੱਚ ਉਹ ਹੈ ਕਿ ਜਿਹੜੇ ਸਾਡੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਥਿਤੀਆਂ ਸਾਡੇ ਦਰਪੇਸ਼ ਨੇ ਕਿ ਕੋਵਿਡ-19 ਦੀ ਜਿਹੜੀ ਸਥਿਤੀ ਸਾਡੇ ਸਾਹਮਣੇ ਬਣੀ ਹੋਈ ਹੈ, ਅਸੀਂ ਸੋਚ ਰਹੇ ਸੀ ਕਿ ਇਸ ਸਮੇਂ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਤਾਂ ਮੇਰੇ ਮਨ ਦੇ ਵਿੱਚ, ਮੇਰੇ ਜ਼ਿਹਨ ਦੇ ਵਿੱਚ ਖਿਆਲ ਆਇਆ ਕਿ ਸਦੀਆਂ ਤੋਂ, ਬੜੇ ਸਾਲਾਂ ਤੋਂ ਪੰਜਾਬੀ ਸਮਾਜ ਨੂੰ, ਸੱਭਿਆਚਾਰ ਨੂੰ, ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਬਜ਼ੁਰਗਾਂ ਦਾ, ਜਿਨ੍ਹਾਂ ਫਕੀਰਾਂ ਦਾ ਸਹਾਰਾ ਮਿਲਿਆ, ਜਿਨ੍ਹਾਂ ਦਾ ਆਸ਼ੀਰਵਾਦ, ਜਿਨ੍ਹਾਂ ਦਾ ਹੱਥ ਉਹਨਾਂ ਦੇ ਸਿਰ 'ਤੇ ਰਿਹਾ ਹਮੇਸ਼ਾ, ਉਹਨਾਂ ਦੇ ਵਿੱਚ ਸੂਫੀ ਫਕੀਰਾਂ ਦਾ ਬਹੁਤ ਵੱਡਾ ਹੱਥ ਹੈ। ਜਿਵੇਂ ਕਿ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲੇ ਨੂੰ ਲੋਕ ਮੱਤੀ ਦਿੰਦੇ, ਬੁੱਲਿਆ ਤੂੰ ਜਾ ਬਹੁ ਵਿੱਚ ਮਸੀਤੀ, ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਵਾਜ਼ ਨਾ ਕੀਤੀ, ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ, ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ। ਅਸੀਂ ਸੋਚ ਰਹੇ ਸੀ ਕਿ ਜੇਕਰ ਅਸੀਂ ਅੰਦਰੋਂ ਆਪਣੇ ਆਪ ਨੂੰ ਪਾਕ ਕਰ ਲਈਏ, ਪਵਿੱਤਰ ਕਰ ਲਈਏ, ਤਾਂ ਹੀ ਅਸੀਂ ਅੱਜ ਦੀਆਂ ਔਖੀਆਂ ਸਥਿਤੀਆਂ ਦੇ ਵਿੱਚੋਂ ਪਾਰ ਜਾ ਸਕਦੇ ਹਾਂ। ਅਤੇ ਜਿਹੜਾ ਸੂਫੀਆਨਾ ਕਲਾਮ ਹੈ, ਮੈਂ ਸੋਚ ਰਿਹਾ ਸੀ ਕਿ ਉਹਦੀ ਜਿਹੜੀ ਸੇਧ ਹੈ ਸਾਡੇ ਕੋਲੇ, ਉਹ ਇਸ ਸਮੇਂ ਦੇ ਵਿੱਚ ਕਾਰਗਰ ਜਿਹੜੀ ਹੋ ਸਕਦੀ ਹੈ। ਅਤੇ ਇਸ ਲਈ ਇਸ ਵਿਸ਼ੇ ਦੇ ਉੱਤੇ ਬੋਲਣ ਵਾਸਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਾਬਕਾ ਪ੍ਰੋਫੈਸਰ ਡਾਕਟਰ ਸੁਖਦੇਵ ਸਿੰਘ ਸਿਰਸਾ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਹੈ। ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਸਾਹਿਬ ਵਿਦਿਆਰਥੀਆਂ ਦੇ ਵਿੱਚ, ਆਪਣੇ ਅਧਿਆਪਨ ਦੇ ਕਿੱਤੇ ਦੇ ਵਿੱਚ ਵੀ ਉਨੇ ਹੀ ਐਕਟਿਵ ਨੇ ਜਿੰਨੇ ਉਹ ਆਪਣੀ ਪ੍ਰਗਤੀਵਾਦੀ ਸੋਚ ਜਾਂ ਮਾਰਕਸਵਾਦੀ ਦ੍ਰਿਸ਼ਟੀ ਤੋਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਨੇ। ਉਹਨਾਂ ਨੇ ਘੱਟੋ ਘੱਟ 20 ਸਾਲ ਦੇ ਕਰੀਬ ਸਾਖਰਤਾ ਅਭਿਆਨ ਮਿਸ਼ਨ 'ਚ ਕੰਮ ਕੀਤਾ। ਲਗਭਗ ਉਹਨਾਂ ਦੀਆਂ ਜਿਹੜੀਆਂ 17 ਕਿਤਾਬਾਂ ਸਾਨੂੰ ਅਧਿਆਪਨ ਦੇ ਖੇਤਰ ਦੇ ਵਿੱਚ ਜਾਂ ਰਿਸਰਚ ਦੇ ਖੇਤਰ ਦੇ ਵਿੱਚ ਮਿਲਦੀਆਂ ਨੇ। ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਰਿਸਰਚ ਪੇਪਰ ਨੇ, 50 ਤੋਂ ਉੱਤੇ ਉਹਨਾਂ ਦੇ ਰਿਸਰਚ ਪੇਪਰ ਬਣਦੇ ਨੇ। ਜੇ ਮੈਂ ਤੁਹਾਨੂੰ ਉਹਨਾਂ ਦੀ ਇਹ ਗਿਣਤੀ ਗਿਣਾਉਂਦਾ ਜਾਵਾਂਗਾ, ਮੇਰੇ ਖਿਆਲ 'ਚ ਬਹੁਤ ਲੰਬੀ ਇੱਕ ਲਿਸਟ ਹੈ, ਫਰਿਸ਼ਤ ਹੈ, ਉਹਦੇ 'ਚ ਸਾਡਾ ਬਹੁਤ ਸਾਰਾ ਸਮਾਂ ਨਿਕਲ ਜਾਏਗਾ। ਉਹਨਾਂ ਨੇ ਘੱਟੋ ਘੱਟ ਜਿਹੜੇ 17 ਆਪਣੇ ਵਿਦਿਆਰਥੀਆਂ ਨੂੰ PhD ਦੀਆਂ ਡਿਗਰੀਆਂ ਕਰਵਾਈਆਂ ਅਤੇ ਲਗਭਗ 80 ਦੇ ਕਰੀਬ ਵਿਦਿਆਰਥੀਆਂ ਨੇ MPhil ਡਿਗਰੀ ਡਾਕਟਰ ਸੁਖਦੇਵ ਹੋਰਾਂ ਤੋਂ ਪ੍ਰਾਪਤ ਕੀਤੀ ਹੈ। ਮੇਰੇ ਖਿਆਲ 'ਚ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਇਨਾਮ ਹੈ, ਉਹ ਉਹਨਾਂ ਦੇ ਵਿਦਿਆਰਥੀ ਨੇ। ਅੱਜ ਤੱਕ ਉਹਨਾਂ ਦੇ ਜਿੰਨੇ ਵੀ ਵਿਦਿਆਰਥੀ ਨੇ, ਉਹਨਾਂ ਨੂੰ ਇਸ ਗੱਲ ਕਰਕੇ ਯਾਦ ਕਰਦੇ ਨੇ, ਚੇਤੇ ਕਰਦੇ ਨੇ, ਜਾਂ ਉਹਨਾਂ ਨਾਲ ਜੁੜੇ ਹੋਏ ਨੇ ਕਿ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ, ਉਹਨਾਂ ਦੀ ਜਿਹੜੀ ਪ੍ਰਤੀਬੱਧਤਾ ਹੈ, ਜਿੰਨੀ ਸਾਹਿਤ ਨਾਲ ਹੈ, ਉਨੀ ਹੀ ਜ਼ਿਆਦਾ ਉਹਨਾਂ ਦੀ ਆਪਣੇ ਵਿਦਿਆਰਥੀਆਂ ਨਾਲ ਵੀ ਹੈ। ਡਾਕਟਰ ਸੁਖਦੇਵ ਹੋਰਾਂ ਦਾ ਜਿਹੜਾ ਵੱਡਾ ਕੰਮ ਹੈ, ਉਹ ਸਾਡੀ ਪੰਜਾਬੀ ਜਿਹੜੀ ਪੋਇਟਰੀ ਹੈ, ਪੰਜਾਬੀ ਦੀ ਜਿਹੜੀ ਕਵਿਤਾ ਹੈ, ਉਹਦੇ ਨਾਲ ਜੁੜਿਆ ਹੋਇਆ ਹੈ। ਅਤੇ ਖਾਸ ਕਰਕੇ ਜਿਹੜਾ ਸੂਫੀ ਕਲਾਮ ਹੈ, ਉਹਨਾਂ ਦੇ ਵਿੱਚ ਉਹਨਾਂ ਦੀ ਮੁਹਾਰਤ ਹੈ। ਅਤੇ ਇਸੇ ਲਈ ਅਸੀਂ ਜਿਹੜਾ ਉਹਨਾਂ ਨੂੰ ਇਸ ਵੈਬੀਨਾਰ ਦੇ ਵਿੱਚ ਚੁਣਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੀਆਂ ਗੱਲਾਂ ਸਾਨੂੰ ਸੂਫੀਜ਼ਮ ਬਾਰੇ ਭਰਮ ਭੁਲੇਖੇ ਨੇ, ਕੀ ਸੂਫੀਜ਼ਮ ਸਾਨੂੰ ਅੱਜ ਦੇ ਸਮੇਂ 'ਚ ਕੋਈ ਸੇਧ ਦੇ ਸਕਦਾ ਹੈ। ਲੱਖਾਂ ਸਵਾਲ ਨੇ ਜਿਹੜੇ ਮੇਰੇ ਮਨ 'ਚ ਨੇ, ਤੁਹਾਡੇ ਮਨ 'ਚ ਵੀ ਹੋਣਗੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਨੂੰ ਮੌਕਾ ਦਿੰਦੇ ਹਾਂ ਕਿ ਉਹ ਸਾਡੇ ਨਾਲ ਆਪਣੇ ਇਸ ਵਿਸ਼ੇ ਦੇ ਉੱਤੇ ਸੰਵਾਦ ਰਚਨ ਰੂਬਰੂ ਹੋਣ। ਅਤੇ ਇਸ ਐਂਡ ਦੇ ਸੈਸ਼ਨ ਦੇ ਵਿੱਚ ਅਸੀਂ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ। ਤੁਸੀਂ ਜਿਹੜੇ ਆਪਣੇ ਸਵਾਲ ਨੇ ਉਹ ਟੈਕਸਟ ਕਰਦੇ ਰਹੋ, ਮੈਂ ਨੋਟ ਕਰ ਲਾਂਗਾ, ਫਿਰ ਡਾਕਟਰ ਸਾਹਿਬ ਨੂੰ ਆਪਾਂ ਉਹ ਸਵਾਲ ਕਰ ਲਾਂਗੇ। ਕਿਉਂਕਿ ਜਿਵੇਂ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਸਾਰਿਆਂ ਇਹਦੀ ਜਿਹੜੀ ਆਡੀਓ ਹੈ ਉਹਦੀ ਬੜੀ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਮੈਂ ਹੁਣ ਆਪਾਂ ਸਿੱਧੇ ਮੁਖਾਤਬ ਹੁੰਦੇ ਡਾਕਟਰ ਸੁਖਦੇਵ ਸਿਰਸਾ ਹੋਰਾਂ ਨਾਲ। ਸਰ, ਤੁਹਾਡਾ ਸਵਾਗਤ ਹੈ ਔਰ ਪੂਰੇ GCG ਜਿਹੜਾ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫॉर ਗਰਲਸ ਸੈਕਟਰ 11 ਵੱਲੋਂ ਤੁਹਾਡਾ ਸਵਾਗਤ ਹੈ। ਆਓ ਅਸੀਂ ਤੁਹਾਨੂੰ ਸੁਣਨ ਵਾਸਤੇ ਬੜੇ ਉਤਾਵਲੇ ਹਾਂ। ਡਾਕਟਰ ਸੁਖਦੇਵ ਸਿੰਘ ਸਿਰਸਾ ਜੀ। हजरत मोइनुद्दीन चिश्ती भी सारी उम्र चोगा पहनदा, इक्को चोगा पहनदा। ते जदों मोइनुद्दीन चिश्ती दी डेथ हुंदी आ
ਤਾਂ ਉਹਦਾ ਚੋਗਾ ਲਾ ਕੇ ਤੋਲਿਆ ਜਾਂਦਾ। 17 ਸੇਰ ਦਾ ਸੀ, ਉਹਦੇ ਤੇ ਇੰਨੀਆਂ ਟਾਕੀਆਂ ਲੱਗੀਆਂ ਸੀ ਕਿ ਜਿੱਥੋਂ ਚੋਗਾ ਫਟ ਗਿਆ ਉੱਥੇ ਹੋਰ ਟਾਕੀ ਲਾ ਲਈ, ਹੋਰ ਪੈਬੰਦ ਲਾ ਲਏ। ਸੋ ਸਾਡੇ ਕੋਲੇ ਇੱਕ ਆਧੁਨਿਕ ਕਿਸਮ ਦਾ ਫਕੀਰ ਆ ਜਿਹੜਾ 9 ਲੱਖ ਦਾ ਚੋਲਾ ਪਾਉਂਦਾ, ਤੇ ਇੱਕ ਪਾਸੇ ਸਾਡੇ ਕੋਲੇ ਸੂਫੀ ਆ ਜਿਹੜੇ ਸਬਰ ਸਬੂਰੀ ਵਾਲੇ ਨੇ, ਜਿਹੜੇ ਸੰਜਮੀ ਨੇ, ਜਿਹੜੇ ਸਾਦਗੀ ਦੀ ਜੀਵਨ ਜਿਉਂਦੇ ਨੇ। ਸੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਬਾਜ਼ਾਰ ਦਾ ਪ੍ਰਲੋਭਨ ਆ, ਇੱਕ ਪਾਸੇ ਬਾਜ਼ਾਰ ਦਾ ਸਮੋਹਣ ਆ ਕਿ ਸਾਨੂੰ ਉਹ ਬਾਜ਼ਾਰ ਆਕਰਸ਼ਿਤ ਕਰਦਾ ਆ, ਸਾਨੂੰ ਉਹ ਬਾਜ਼ਾਰ ਦੀ ਜਿਹੜੀ ਚਮਕ ਦਮਕ ਆ ਉਹ ਪ੍ਰਭਾਵਿਤ ਕਰਦੀ ਆ। ਤੇ ਬਾਜ਼ਾਰ ਦੀ ਇਸ ਚਮਕ ਦਮਕ ਦੇ ਜਾਂ ਬਾਜ਼ਾਰ ਦੀ ਇਸ ਉਪਭੋਗਤਾ ਦੇ ਮੁਕਾਬਲੇ ਤੇ ਸਾਡੇ ਕੋਲ ਸੂਫੀਆਂ ਦਾ ਫਲਸਫਾ ਆ, ਜਿਹੜਾ ਸਬਰ ਸਬੂਰੀ ਦਾ ਫਲਸਫਾ ਸੀ, ਜਿਹੜਾ ਸੰਜਮ ਦਾ ਫਲਸਫਾ ਸੀ। ਬਹੁਤੀਆਂ ਉਦਾਹਰਨਾਂ ਨਾ ਦਿਆਂ ਤਾਂ ਇੱਕੋ ਉਦਾਹਰਨ ਨਾਲ ਗੱਲ ਚੱਲ ਜਾਏਗੀ। ਬਾਬਾ ਫਰੀਦ ਦੀ ਜਦੋਂ ਸ਼ਾਦੀ ਹੁੰਦੀ ਆ, ਗਿਆਸੁਦੀਨ ਬਲਬਨ ਦੀ ਧੀ ਹਜਬਰਾ ਦਾ ਡੋਲਾ ਜਾਂਦਾ ਆ, ਤੇ ਉਹਦੇ ਚੋਂ ਬਾਬਾ ਫਰੀਦ ਨੂੰ ਕੁਝ ਪਿੰਡਾਂ ਦੀ ਜਗੀਰ ਦਿੰਦੇ ਨੇ, ਕੁਝ ਨਗਦ ਧਨ ਦਿੰਦੇ ਨੇ, ਤੇ ਬਹੁਤ ਸਾਰੇ ਪਦਾਰਥ ਦਿੰਦੇ ਨੇ। ਬਾਬਾ ਫਰੀਦ ਹਜਬਰਾ ਨੂੰ ਪੁੱਛਦੇ ਆ ਕਿ ਮੇਰੇ ਇਸ ਦਾਇਰੇ ਦੇ ਵਿੱਚ, ਮੇਰੇ ਇਸ ਤਕੀਏ ਦੇ ਵਿੱਚ ਇੱਕੋ ਮੰਜੀ ਆ, ਇੱਕੋ ਭੂਰੀ ਆ, ਬਾਕੀ ਲੋਕ ਤਾਂ ਦਰੀਆਂ ਤੇ ਸੌਂਦੇ ਆ, ਤੇ ਅਸੀਂ ਬਣਾ ਦੇ ਪੀਲੂ ਖਾ ਕੇ ਗੁਜ਼ਾਰਾ ਕਰਦੇ ਆ। ਤੂੰ ਇਸ ਭੁੱਖਮਰੀ ਤੇ ਫਾਕਾ ਬਸਤੀ ਨੂੰ ਬਰਦਾਸ਼ਤ ਕਰ ਲੇਗੀ? ਜੇ ਕਰ ਲੇਗੀ ਤਾਂ ਫਿਰ ਡੱਬੀ ਆਪਣੇ ਦਾਜ ਨੂੰ ਅੱਗ ਲਾ ਦੇ। ਹਜਬਰਾ ਆਪਣੇ ਦਾਜ ਨੂੰ ਅੱਗ ਲਾ ਦਿੰਦੀ ਆ। ਬਾਬਾ ਫਰੀਦ ਜਿਹੜਾ ਪਟਾ ਸੀ ਜ਼ਮੀਨ ਦਾ, ਜਗੀਰ ਦਾ, ਉਹ ਵਾਪਸ ਕਰ ਦਿੰਦੇ ਆ ਤੇ ਧਨ ਲੋਕਾਂ ਵਿੱਚ ਵੰਡ ਦਿੰਦੇ ਨੇ। ਮੈਂ ਇੱਥੇ ਗੱਲ ਕਰਨੀ ਚਾਹਾਂਗਾ ਸੂਫੀ ਦਰਗਾਹ ਦੇ ਮੈਟਾਫਰ ਰਾਹੀਂ। ਜਿਹੜੀ ਸੂਫੀ ਦੀ ਦਰਗਾਹ ਆ ਉਹਦੇ ਵਿੱਚ ਦੋ ਚੀਜ਼ਾਂ ਨਹੀਂ ਹੁੰਦੀਆਂ। ਸੂਫੀ ਦੀ ਦਰਗਾਹ ਵਿੱਚ ਇੱਕ ਤਾਂ ਸਟੋਰ ਨਹੀਂ ਹੁੰਦਾ, ਕੋਈ ਚੀਜ਼ ਬਚਾ ਕੇ ਨਹੀਂ ਰੱਖੀ ਜਾਂਦੀ, ਜੋ ਕੁਝ ਵੀ ਮਿਲਦਾ ਆ ਉਹ ਸ਼ਾਮ ਤੱਕ ਵੰਡ ਦਿੱਤਾ ਜਾਂਦਾ ਆ। ਜੇ ਕੋਈ ਨਹੀਂ ਲੈਣ ਆਵੇ ਤਾਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਦੂਜੀ ਗੱਲ ਇਹ ਕਿ ਸੂਫੀ ਦੀ ਦਰਗਾਹ ਦੇ ਵਿੱਚ ਜੰਦਰਾ ਨਹੀਂ ਹੁੰਦਾ, ਉੱਥੇ ਲੌਕ ਨਹੀਂ ਲੱਗਦਾ। ਅਸੀਂ ਤਾਂ ਹੁਣ, ਸਾਨੂੰ ਤਾਂ ਆਪਣੇ ਦੇਸ਼ ਦੇ ਲੋਕਰਾਂ ਤੇ ਵੀ ਵਿਸ਼ਵਾਸ ਨਹੀਂ ਰਿਹਾ, ਅਸੀਂ ਤਾਂ ਭੱਜ ਪਏ ਹੁਣ ਸਵਿਟਜ਼ਰਲੈਂਡ ਦੇ ਬੈਂਕਾਂ ਵੱਲ ਨੂੰ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸੂਫੀਆਂ ਦਾ ਜਿਹੜਾ ਫਲਸਫਾ ਸੀ, ਸਾਦਗੀ ਦਾ, ਸਬਰ ਸਬੂਰੀ ਦਾ ਫਲਸਫਾ, ਹੋਰ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਗੱਲ ਮੈਂ ਕਰ ਸਕਦਾ ਹਾਂ। ਮੈਂ ਅੱਗੇ ਮੌਕਾ ਆਏਗਾ ਮੈਂ ਉੱਥੇ ਜਾ ਕੇ ਇਹ ਗੱਲ ਕਰਾਂਗਾ। ਸੋ ਮੈਂ ਇਹਦੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਸੂਫੀ ਦੀ ਬਲਾਇਤ ਆ, ਸੂਫੀ ਦੀ ਦਰਗਾਹ ਆ, ਦੂਜੇ ਪਾਸੇ ਕਾਰਪੋਰੇਟ ਦੀ ਮੰਡੀ ਆ, ਕਾਰਪੋਰੇਟ ਦਾ ਬਾਜ਼ਾਰ ਆ। ਇੱਕ ਦਾ ਸਮੋਹਣ ਆ ਤੇ ਉਹਦੀ ਹਿੰਸਾ ਆ, ਦੂਜੇ ਦੀ ਸਾਦਗੀ ਚ ਸਬਰ ਸਬੂਰੀ ਦਾ ਜੀਵਨ ਆ। ਇਸ ਕਰਕੇ ਮੈਂ ਕਹਿੰਦਾ ਕਿ ਜਿਹੜਾ ਸੂਫੀਆਂ ਦਾ ਫਲਸਫਾ ਆ ਉਹ ਸਮਾਜਿਕ ਨਿਆਂ ਦਾ, ਬਰਾਬਰੀ ਦਾ ਤੇ ਸਮਤਾ ਦਾ ਫਲਸਫਾ ਆ। ਸੋ ਇਸ ਵਿਸ਼ਵ ਪ੍ਰਸੰਗ ਦੇ ਵਿੱਚ ਮੈਂ ਗੱਲ ਨੂੰ ਇੱਥੇ ਸਮੇਟ ਲੈਣਾ। ਦੂਜਾ ਆਪਾਂ ਹੁਣ ਆ ਜਾਈਏ ਕਿ ਸਾਡਾ ਕੌਮੀ ਪ੍ਰਸੰਗ ਕਿਸ ਕਿਸਮ ਦਾ ਆ। ਸਾਨੂੰ ਆਪਣੇ ਕੌਮੀ ਪ੍ਰਸੰਗ ਵਿੱਚ ਵੀ ਸੂਫੀਆਂ ਦੀ ਲੋੜ ਹੈ ਕੋਈ? ਮੈਂ ਦੇਖ ਰਿਹਾ ਕਿ ਜੇ ਭਾਰਤੀ ਸੰਵਿਧਾਨ ਦੇ ਪ੍ਰੀਐਂਬਲ ਨੂੰ ਹੀ ਪੜ੍ਹ ਲਈਏ ਤਾਂ ਉਹਦੇ 'ਚ ਬੜਾ ਸਪਸ਼ਟ ਲਿਖਿਆ ਗਿਆ ਕਿ ਇਹ ਇੱਕ ਸੈਕੂਲਰ, ਲੋਕਤੰਤਰਕ, ਬਹੁਲਤਾਵਾਦੀ, ਕੰਪੋਜਿਟ ਕਲਚਰ ਵਾਲਾ ਦੇਸ਼ ਆ ਜਿੱਥੇ ਸਭ ਦੇ ਹੱਕ ਬਰਾਬਰ ਨੇ। ਸੋ ਮੈਂ ਜਿਸ ਗੱਲ ਦੀ ਤੇ ਆਉਣਾ ਚਾਹੁੰਦਾ ਕਿ ਜਿਹੜੀ ਭਾਰਤੀ ਤਹਿਜ਼ੀਬ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਗੰਗਾ ਜਮਨੀ ਤਹਿਜ਼ੀਬ ਆ, ਇਹਦੇ ਵਿੱਚ ਇੱਕ ਪਾਸੇ ਇਸਲਾਮ ਦਾ ਬਹੁਤ ਕੁਝ ਘੁਲ ਮਿਲ ਗਿਆ ਤੇ ਦੂਜੇ ਪਾਸੇ ਸਾਡੀ ਆਪਣੀ ਜਿਹੜੀ ਵਿਦਾਂਤ ਦੀ, ਭਾਰਤ ਦੀ ਪਰੰਪਰਾ, ਉਹਦਾ ਬਹੁਤ ਕੁਝ ਘੁਲ ਮਿਲ ਗਿਆ। ਅੱਜ ਕੀ ਅਸੀਂ ਆਪਣੀ ਉਸ ਤਹਿਜ਼ੀਬ ਦੇ ਉੱਤੇ ਖੜੇ ਆ? ਕੀ ਅਸੀਂ ਅੱਜ ਆਪਣੇ ਗੰਗਾ ਜਮਨੀ ਕਲਚਰ ਦੀ ਸਾਨੂੰ ਯਾਦ ਹੈਗੀ ਆ? ਸਾਨੂੰ ਉਸ ਕੰਪੋਜਿਟ ਕਲਚਰ ਦਾ ਅੱਜ ਕੋਈ ਪਾਸ ਹੈ, ਅੱਜ ਕੋਈ ਸਾਨੂੰ ਉਹਦਾ ਕੋਈ ਸਤਿਕਾਰ ਹੈ? ਇੱਕ ਪਾਸੇ ਸਾਡਾ ਸੰਵਿਧਾਨ ਆ ਜਿਹੜਾ ਹਿੰਦੁਸਤਾਨ ਚ ਵੱਖ-ਵੱਖ ਨਸਲਾਂ ਨੂੰ, ਜਾਤਾਂ ਨੂੰ, ਈਥਨਿਕ ਸਮੂਹਾਂ ਨੂੰ, ਧਾਰਮਿਕ ਸਮੂਹਾਂ ਨੂੰ, ਧਾਰਮਿਕ ਫਿਰਕਿਆਂ ਨੂੰ ਤੇ ਭਾਸ਼ਾਈ ਫਿਰਕਿਆਂ ਨੂੰ ਜਾਂ ਖੇਤਰੀ ਸਮੂਹਾਂ ਨੂੰ, ਈਵਨ ਜਨਜਾਤੀ ਤੇ ਕਬੀਲਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ। ਕਹਿਣ ਨੂੰ ਤਾਂ ਅਸੀਂ ਇਹੀ ਕਹਿ ਰਹੇ ਹਾਂ ਕਿ ਅਸੀਂ ਸਦੀਆਂ ਤੋਂ ਇਕੱਠੇ ਰਹਿ ਰਹੇ ਹਾਂ, ਇੱਕ ਦੂਜੇ ਦੇ ਨਾਲ ਨਾਲ ਰਹਿ ਰਹੇ ਹਾਂ ਤੇ ਬੜੇ ਪਿਆਰ ਨਾਲ ਰਹਿ ਰਹੇ ਹਾਂ। ਹਕੀਕਤ ਬਿਲਕੁਲ ਇਦੋਂ ਉਲਟ ਹੈ। ਅਸੀਂ ਸਦੀਆਂ ਤੋਂ ਇੱਕੋ ਧਰਤੀ ਦੇ ਉੱਤੇ ਰਹਿ ਰਹੇ ਹਾਂ ਪਰ ਇੱਕੋ ਧਰਾਤਲ ਦੇ ਉੱਤੇ ਨਹੀਂ ਰਹਿ ਰਹੇ। ਮੇਰੇ ਖਿਆਲ 'ਚ ਮੇਰੇ ਇਸ ਵਾਕ ਦੀ ਜਿਹੜੀ ਇਹਨਾਂ ਗੋਝ ਤੁਸੀਂ ਸਮਝ ਗਏ ਹੋਵੋਗੇ ਕਿ ਪਿੰਡ 'ਚ ਰਹਿਣ ਵਾਲਾ ਦਲਿਤ ਤੇ ਪਿੰਡ 'ਚ ਰਹਿਣ ਵਾਲਾ ਬ੍ਰਾਹਮਣ ਜਾਂ ਪਿੰਡ 'ਚ ਰਹਿਣ ਵਾਲਾ ਸਮੰਤ, ਜਾਂ ਇਹ ਕਹਿ ਲਈਏ ਕਿ ਅੱਜ ਪਿੰਡ 'ਚ ਰਹਿਣ ਵਾਲਾ ਵੱਡਾ ਕਿਸਾਨ ਤੇ ਪਿੰਡ ਦੇ ਵਿੱਚ ਰਹਿਣ ਵਾਲਾ ਬ੍ਰਾਹਮਣ ਤੇ ਪਿੰਡ ਵਿੱਚ ਰਹਿਣ ਵਾਲਾ ਦਲਿਤ ਇੱਕੋ ਪਿੰਡ ਵਿੱਚ ਰਹਿ ਕੇ, ਇੱਕੋ ਧਰਤੀ ਤੇ ਰਹਿ ਕੇ, ਇੱਕੋ ਧਰਾਤਲ ਤੇ ਨਹੀਂ ਵਿਚਰ ਰਹੇ।
ਉਹਨਾਂ ਦੇ ਪਾੜੇ, ਉਹਨਾਂ ਦੇ ਮਾਨਸਿਕ ਪਾੜੇ ਬਹੁਤ ਨੇ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਿੱਚ ਬਹੁਤ ਸਾਰੀਆਂ ਵਿਰੋਧਤਾਈਆਂ ਨੇ, ਸਾਡੇ ਵਿੱਚ ਵਿਰੋਧ ਦੀਆਂ ਬਖਰੇਵਿਆਂ ਦੀਆਂ ਖਾਈਆਂ ਬਹੁਤ ਗਹਿਰੀਆਂ ਨੇ। ਭਗਤੀ ਲਹਿਰ ਨੇ ਬਹੁਤ ਯਤਨ ਕੀਤਾ ਇਹਨਾਂ ਖਾਈਆਂ ਨੂੰ ਭਰਨ ਦਾ, ਕੁਝ ਹੱਦ ਤੱਕ ਸਫਲਤਾ ਵੀ ਹੋਈ ਪਰ ਬਹੁਤੀ ਸਫਲਤਾ ਨਹੀਂ ਮਿਲੀ। ਇਸੇ ਤਰ੍ਹਾਂ ਸਾਡੇ ਵਿੱਚ ਤਿੱਖੀਆਂ ਨਫ਼ਰਤੀ ਵੰਡਾਂ ਵੀ ਨੇ। ਸੋ ਪਹਿਲੀ ਗੱਲ ਇਹ ਆ ਕਿ ਇੱਕ ਸਵਾਲ ਮੇਰੇ ਮਨ 'ਚ ਖੜਾ ਹੋ ਜਾਂਦਾ ਕਿ ਕੀ ਭਾਰਤ ਇੱਕ ਰਾਸ਼ਟਰ ਹੈ, ਜਾਂ ਕੀ ਭਾਰਤ ਉਸ ਕਿਸਮ ਦਾ ਦੇਸ਼ ਹੈ ਜਿਸ ਕਿਸਮ ਦੇ ਸੰਵਿਧਾਨ ਦੀ ਅਸੀਂ ਸਥਾਪਨਾ ਕਰ ਲਈ, ਜਿਸ ਕਿਸਮ ਦੇ ਸੰਵਿਧਾਨ ਨੂੰ ਅਸੀਂ ਪ੍ਰਵਾਨ ਕਰ ਲਿਆ, ਜਿਹੜਾ ਸੰਵਿਧਾਨ ਸਾਨੂੰ ਰੂਲ ਕਰਦਾ, ਜਿਸ ਸੰਵਿਧਾਨ ਦੇ ਮੁਤਾਬਕ ਅਸੀਂ ਰਾਜ ਕਰ ਰਹੇ ਹਾਂ, ਅਸੀਂ ਉਸ ਕਿਸਮ ਦਾ ਦੇਸ਼ ਹੈ? ਕੀ ਭਾਰਤ ਇੱਕ ਰਾਸ਼ਟਰ ਹੈ? ਜੇ ਭਾਰਤ ਰਾਸ਼ਟਰ ਹੈ ਤਾਂ ਸਾਡੀਆਂ ਜਨਜਾਤੀਆਂ ਤੇ ਸਾਡੇ ਕਬੀਲੇ, ਉਹਨਾਂ ਦਾ ਦੇਸ਼ ਕੀ ਰਹਿ ਗਿਆ? ਅੱਜ ਉਹਨਾਂ ਨੂੰ ਪਹਿਲੀ ਗੱਲ ਤਾਂ ਅਸੀਂ ਇਹ ਕੀਤਾ ਕਿ 70 ਸਾਲਾਂ ਵਿੱਚ ਅਸੀਂ ਉਹਨਾਂ ਨੂੰ ਸੱਭਿਅਕ ਸਮਾਜ ਦੇ ਅੰਗ ਨਹੀਂ ਬਣਾਇਆ, ਉਹ ਸਾਡੀ ਸਿਵਲ ਸੁਸਾਇਟੀ ਦਾ ਅੰਗ ਨਹੀਂ ਬਣੇ। ਉਹਨਾਂ 'ਚ ਬਹੁਤੇ ਨੰਗੇ ਫਿਰਦੇ ਨੇ, ਬਹੁਤੇ ਕੋਲੇ ਭਾਸ਼ਾ ਨਹੀਂ, ਬਹੁਤੇ ਕੋਲੇ ਸਕੂਲ ਨਹੀਂ, ਕਾਲਜ ਨਹੀਂ, ਸੜਕਾਂ ਨਹੀਂ, ਜੰਗਲਾਂ 'ਚ ਰਹਿ ਰਹੇ ਨੇ। ਤੇ ਅੱਜ ਕੀ ਹੋ ਰਿਹਾ ਕਿ ਜੰਗਲ ਅਸੀਂ ਕਾਰਪੋਰੇਟ ਦੇ ਹਵਾਲੇ ਕਰਨ ਲਈ ਬਹੁਤ ਕਾਹਲੇ ਆ, ਕਿਉਂਕਿ ਬਹੁਤ ਸਾਰੇ ਰਿਸੋਰਸਿਸ ਨੇ ਉੱਥੇ। ਅੱਜ ਕੀ ਹੋ ਰਿਹਾ ਕਿ ਜਨਜਾਤੀਆਂ ਦਾ ਉਜਾੜਾ ਹੋ ਰਿਹਾ ਬੜੇ ਵੱਡੇ ਪੱਧਰ ਤੇ। ਤੁਸੀਂ ਦੇਖੋ ਕਿ ਜਿਹੜੀਆਂ ਸਾਡੀਆਂ ਟ੍ਰਾਈਬਲ ਮੂਵਮੈਂਟਸ ਨੇ, ਅੱਜ ਟ੍ਰਾਈਬਲ ਮੂਵਮੈਂਟਸ ਕਿਉਂ ਤਿੱਖੀਆਂ ਹੋ ਰਹੀਆਂ ਨੇ? ਕਿਉਂਕਿ ਅਸੀਂ ਜਨਜਾਤੀਆਂ ਨੂੰ ਆਪਣੇ ਸਮਾਜ ਵਿੱਚ ਤਾਂ ਥਾਂ ਨਹੀਂ ਦਿੱਤੀ। ਅਸੀਂ ਹੁਣ ਜੰਗਲ, ਜਿੱਥੇ ਉਹ ਆਪਣੇ ਬਹੁਤ ਜੋਖਮ ਤੇ ਰਹਿੰਦੇ ਆ, ਜਿੱਥੇ ਉਹ ਸ਼ੇਰ ਬਘੇਲਿਆਂ ਦੇ ਨਾਲ ਰਹਿੰਦੇ ਆ, ਜਿੱਥੇ ਖੂੰਖਾਰ ਜਾਨਵਰਾਂ ਦੇ ਨਾਲ ਰਹਿੰਦੇ ਆ, ਜਿੱਥੇ ਉਹ ਕੁਦਰਤ ਦੇ ਰਹਿਮ ਤੇ ਕਰਮ ਤੇ ਰਹਿੰਦੇ ਆ, ਅਸੀਂ ਉੱਥੋਂ ਵੀ ਖਦੇੜਨ ਲੱਗੇ ਹੋਏ ਆ। ਸੋ ਇਹ ਸੋਚਣਾ ਪਏਗਾ ਕਿ ਜੇ ਮੇਰਾ ਦੇਸ਼ ਆ, ਜਿਹਨੂੰ ਪਾਸ਼ ਨੇ ਬਾਰ-ਬਾਰ ਆਪਣੀ ਕਵਿਤਾ ਦੇ ਵਿੱਚ ਉਠਾਇਆ ਸੀ ਕਿ ਇਹ ਦੇਸ਼ ਇੱਕ ਗਰੀਬ ਔਰਤ ਦਾ ਦੇਸ਼ ਕਿੰਨਾ ਕਾ, ਇੰਦਰਾ ਗਾਂਧੀ ਦਾ ਦੇਸ਼ ਕਿੰਨਾ ਕੁ। ਚਲੋ ਉਸ ਪ੍ਰਸੰਗਾਂ 'ਚ ਆਪਾਂ ਨਾ ਵੀ ਜਾਈਏ ਤਾਂ ਮੈਂ ਕਹਿਣਾ ਕੀ ਚਾਹੁੰਦਾ, ਫਿਰ ਸਾਡੇ 'ਚ ਸਾਂਝ ਕੀ ਆ? ਇਹਨੂੰ ਤੁਸੀਂ ਕਹੋਗੇ ਕਿ ਮੈਂ ਥੋੜੀ ਮੁਸ਼ਕਲ ਗੱਲ ਕਰ ਰਿਹਾ, ਔਖੀ ਗੱਲ ਕਰ ਰਿਹਾ, ਪਰ ਸੱਚੀ ਗੱਲ ਆ, ਸਾਂਝ ਸਾਡੀ 'ਚ ਇਹੀ ਆ। ਸਾਨੂੰ ਸੱਤਾ ਦੇ ਦਮਨ ਨੇ, ਸੱਤਾ ਦੀ ਕੁੱਟ ਨੇ ਇਕੱਠੇ ਰੱਖਿਆ ਹੋਇਆ ਆ। ਜਿਹੜੇ ਜਨਜਾਤੀਆਂ ਨੇ, ਜਿਹੜੇ ਕਬੀਲੇ ਨੇ, ਜਿਹੜੀਆਂ ਘੱਟ ਗਿਣਤੀਆਂ ਨੇ, ਘੱਟ ਗਿਣਤੀਆਂ 'ਚ ਕੇਵਲ ਮੈਂ ਫਿਰਕਾ ਪ੍ਰਸਤੀ ਦੀਆਂ ਗੱਲ ਨਹੀਂ ਕਰ ਰਿਹਾ, ਜਾਂ ਮੈਂ ਧਰਮ ਦੀਆਂ ਘੱਟ ਗਿਣਤੀਆਂ ਨਹੀਂ ਕਰ ਰਿਹਾ, ਮੈਂ ਨਸਲਾਂ ਦੀਆਂ ਘੱਟ ਗਿਣਤੀਆਂ ਦੀ ਵੀ ਗੱਲ ਕਰ ਰਿਹਾ ਹਾਂ। ਤੇ ਨਾਲ ਦੀ ਨਾਲ ਮੈਂ ਔਰਤਾਂ ਤੇ ਬੱਚਿਆਂ ਨੂੰ ਵੀ ਘੱਟ ਗਿਣਤੀਆਂ 'ਚ ਸ਼ਾਮਲ ਕਰ ਰਿਹਾ, ਦਲਿਤਾਂ ਨੂੰ ਵੀ ਘੱਟ ਗਿਣਤੀਆਂ 'ਚ ਸ਼ਾਮਲ ਕਰ ਰਿਹਾ। ਇਹ ਜਿੰਨੀਆਂ ਸਾਡੀਆਂ ਅਕਲੀਅਤਾਂ ਨੇ, ਸਾਡੀਆਂ ਅਕਲੀਅਤਾਂ ਨੂੰ ਬਾਰ-ਬਾਰ ਕੁੱਟ ਪੈਂਦੀ ਆ, ਬਾਰ-ਬਾਰ ਸਾਡੀ ਸੱਤਾ ਦਾ ਦਮਨ ਕਿਸੇ ਨਾ ਕਿਸੇ ਰੂਪ 'ਚ ਸਹਿਣਾ ਪੈਂਦਾ। ਇਸੇ ਕਰਕੇ ਮੈਂ ਕਹਿ ਰਿਹਾ ਕਿ ਭਾਰਤੀ ਸੰਵਿਧਾਨ ਚਾਹੇ ਜੋ ਕੁਝ ਮਰਜ਼ੀ ਕਹਿ ਰਿਹਾ, ਅਸੀਂ ਭਾਰਤੀ ਸੰਵਿਧਾਨ ਨੂੰ ਉਹਦੀ ਸੱਚੀ ਸਪਿਰਿਟ ਦੇ ਹੱਥਾਂ 'ਚ ਲਾਗੂ ਕੀਤਾ ਹੀ ਨਹੀਂ। ਇਸ ਕਰਕੇ ਨਾ ਅਸੀਂ ਸੈਕੂਲਰ ਰਹੇ ਹਾਂ, ਨਾ ਅਸੀਂ ਲੋਕਤੰਤਰਕ ਰਹੇ ਹਾਂ, ਤੇ ਨਾ ਹੀ ਅਸੀਂ ਹੁਣ ਬਹੁਲਤਾਵਾਦੀ ਰਹੇ ਹਾਂ। ਅਸੀਂ ਬਹੁਲਤਾਵਾਦ ਨੂੰ ਤਾਂ ਸਵੀਕਾਰ ਹੀ ਨਹੀਂ ਕਰ ਰਹੇ। ਸਾਡੀ ਨਵੀਂ ਸਰਕਾਰ ਦੀ ਜਿਹੜੀ ਸਭ ਤੋਂ ਵੱਡੀ ਚਿੰਤਾ ਆ, ਤੇ ਉਸ ਸਰਕਾਰ ਦਾ ਪਹਿਲਾਂ ਲੁਕਮਾ ਹੁੰਦਾ ਸੀ, ਹੁਣ ਜ਼ਾਹਰਾ ਏਜੰਡਾ ਆ ਕਿ ਇੱਕ ਦੇਸ਼, ਇੱਕ ਰਾਸ਼ਟਰ, ਇੱਕ ਧਰਮ ਤੇ ਇੱਕ ਭਾਸ਼ਾ। ਅਸੀਂ ਬਹੁਲਤਾ ਤੋਂ ਇਕਤਾ ਵੱਲ ਨੂੰ ਆ ਰਹੇ ਹਾਂ। ਅਸੀਂ ਹੁਣ ਚਾਹੁੰਦੇ ਨਹੀਂ ਕਿ ਇੱਥੇ ਕਿਸੇ ਕਿਸਮ ਦੇ ਬਖਰੇਵੇਂ ਨੂੰ ਥਾਂ ਮਿਲੇ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਸੂਫੀਆਂ ਦਾ ਮਾਡਲ ਸੀ ਸਮਾਜ ਦਾ, ਸੂਫੀ ਦਾ ਸਮਾਜ ਦਾ ਮਾਡਲ ਕਿਸ ਕਿਸਮ ਦਾ ਸੀ, ਉਹਦੇ ਵਿੱਚ ਤਾਂ ਤਰ੍ਹਾਂ ਤਰ੍ਹਾਂ ਦੀ, ਕਿਉਂਕਿ ਜਦੋਂ ਸੂਫੀਆਂ ਦਾ ਜਿਹੜਾ ਬੁਨਿਆਦੀ ਸਿਧਾਂਤ ਆ, ਉਹ ਬੁਨਿਆਦੀ ਸਿਧਾਂਤ ਹੀ ਰਵਾਦਰੀ ਤੇ ਸੁਲ੍ਹਾ ਕੁਲਤਾ ਦਾ ਆ। ਸੂਫੀ ਲਈ ਕਿਸੇ ਦਾ ਰੰਗ, ਜਾਤ, ਨਸਲ ਦਾ ਮਤਲਬ ਹੀ ਨਹੀਂ ਰਹਿ ਗਿਆ। ਉਹ ਤਾਂ ਸਿਰਫ ਇੰਨੀ ਗੱਲ ਕਹਿੰਦੇ ਆ ਕਿ ਅਸੀਂ ਅੱਲਾ ਦੀ ਉਮਤ ਆ, ਅੱਲਾ ਦੀ ਸੰਤਾਨ ਆ, ਤੇ ਅੱਲਾ ਦੀ ਸੰਤਾਨ ਹੋਣ ਕਰਕੇ, ਇੱਕ ਰੱਬ ਦੇ ਸੰਤਾਨ ਹੋਣ ਕਰਕੇ ਸਾਡੇ 'ਚ ਕੋਈ ਸੂਫੀ ਨਹੀਂ, ਕੋਈ ਸੁन्नी ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਮਰਦ ਨਹੀਂ, ਕੋਈ ਔਰਤ ਨਹੀਂ। ਸੂਫੀਇਜ਼ਮ ਤੇ ਸਾਡਾ ਸੰਤ ਮਾਰਗ ਤੇ ਸਾਡਾ ਸਿੱਖ ਭਗਤੀ ਲਹਿਰ, ਜਿਹਨੂੰ ਮੈਂ ਕਹਾਂਗਾ, ਕਿਉਂਕਿ ਮੈਂ ਭਗਤੀ ਲਹਿਰ ਦਾ ਹਿੱਸਾ ਹੀ ਮੰਨਦਾ ਸਿੱਖ ਲਹਿਰ ਨੂੰ, ਇਹ ਤਿੰਨੇ ਮੱਧ ਕਾਲ ਦੀਆਂ ਲਹਿਰਾਂ ਇਸ ਬੁਨਿਆਦੀ ਸਿਧਾਂਤ ਦੇ ਉੱਤੇ ਖੜੀਆਂ ਨੇ ਕਿ ਰੱਬ ਇੱਕ ਆ, ਰੱਬ ਤੇ ਬੰਦੇ ਦੀ ਜ਼ਾਤ ਇੱਕ ਆ, ਅਸੀਂ ਸਾਰੇ ਅੱਲਾ ਦੀ ਉਮਤ ਹੋਣ ਕਰਕੇ ਬਰਾਬਰ ਆ, ਸਾਡੇ 'ਚ ਕਿਸੇ ਕਿਸਮ ਦੀ ਵੰਡੀ ਰੰਗ, ਨਸਲ, ਧਰਮ, ਜਾਤ, ਗੋਤ ਤੇ ਲਿੰਗ ਦੇ ਬਖਰੇਵੇਂ ਨੂੰ ਇਹ ਤਿੰਨੇ ਲਹਿਰਾਂ ਮੰਨਦੀਆਂ ਹੀ ਨਹੀਂ। ਸੂਫੀ ਵੀ ਨਹੀਂ ਮੰਨ ਰਹੇ, ਭਗਤ ਵੀ ਨਹੀਂ ਮੰਨ ਰਹੇ, ਤੇ ਸਿੱਖ ਗੁਰੂ ਸਾਹਿਬ ਵੀ ਨਹੀਂ ਮੰਨ ਰਹੇ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਇੱਕ ਪਾਸੇ ਸਾਡੇ ਕੋਲੇ ਇਹ ਮਾਡਲ ਸੀ
कि ਜਿਹੜਾ ਸਮਤਾ ਦਾ ਮਾਡਲ ਸੀ, ਸਮਾਜਿਕ ਬਰਾਬਰੀ ਦਾ ਮਾਡਲ ਸੀ, ਜਿੱਥੇ ਕਿਸੇ ਕਿਸਮ ਦਾ ਊਚ ਨੀਚ, ਮੈਂ ਸਮਝਦਾ ਕਿ ਮੱਧਕਾਲੀ ਭਾਰਤੀ ਸਮਾਜ ਜਿਹੜਾ ਸਮੰਤੀ ਸਮਾਜ ਆ ਤੇ ਜਿਹਦੇ ਚ ਸਾਰੀ ਰਾਜਨੀਤਿਕ ਤੇ ਆਰਥਿਕ ਸ਼ਕਤੀ ਸਮੰਤ ਦੇ ਹੱਥਾਂ ਚ ਆ, ਤੇ ਉਹਦੀ ਜਿਹੜੀ ਹੈਗੀ ਆ ਉਹਨੂੰ ਸ਼ਹਿ ਦੇਣ ਵਾਲੇ ਤੇ ਉਹਨੂੰ ਜਸਟੀਫਾਈ ਕਰਨ ਵਾਲੇ ਸਾਡੀ ਪ੍ਰੋਤੀ ਸੱਤਾ ਆ, ਸਾਡਾ ਪੁਜਾਰੀ ਵਰਗ ਆ, ਇਹ ਦੋਨੇ ਵਰਗ ਜਿਹਨੂੰ ਅਸੀਂ ਕਹਿ ਸਕਦੇ ਜਿਹੜਾ ਸਾਡਾ ਐਲੀਟ ਦਾ ਕਲਚਰ ਸੀ, ਇਹ ਲੋਕਾਂ ਨੂੰ ਲੁੱਟਦਾ ਤੇ ਦਮਨ ਦੇ ਨਾਲ ਦਬਾਉਂਦਾ ਜ਼ਰੂਰ ਰਿਹਾ। ਅੱਜ ਵੀ ਲਗਭਗ ਉਸੇ ਕਿਸਮ ਦੀ ਗੱਲ ਹੋ ਰਹੀ ਆ। ਤੇ ਮੈਂ ਸਮਝਦਾ ਕਿ ਸਾਨੂੰ ਜਿਹੜਾ ਸਾਡਾ ਅੱਜ ਦੇ ਦਿਨ ਦਾ ਨਵਾਂ ਏਜੰਡਾ ਆ ਹਿੰਦੁਸਤਾਨ 'ਚ, ਜਿਹਨੂੰ ਸਾਨੂੰ ਸਮਝਣ ਦੀ ਲੋੜ ਆ, ਸੱਭਿਆਚਾਰਕ ਰਾਸ਼ਟਰਵਾਦ। ਇਹ ਜਿਹੜਾ ਸੱਭਿਆਚਾਰਕ ਰਾਸ਼ਟਰਵਾਦ ਆ, ਇਹਦੇ 'ਚ ਘੱਟ ਗਿਣਤੀ ਦੀ ਕੋਈ ਆਵਾਜ਼ ਨਹੀਂ, ਘੱਟ ਗਿਣਤੀਆਂ ਦਾ ਸੋਚਣਾ। ਅੱਜ ਤਾਂ ਇੱਥੋਂ ਤੱਕ ਕਿਹਾ ਜਾਂਦਾ ਕਿ ਜਿਹੜਾ ਵੀ ਬੰਦਾ ਬੋਲਦਾ ਉਹਨੂੰ ਦੋਸ਼ ਧਰੋਹੀ ਕਹਿ ਦਿਓ ਤੇ ਉਹਨੂੰ ਇਹ ਕਹਿ ਦਿੱਤਾ ਵੀ ਤੁਸੀਂ ਪਾਕਿਸਤਾਨ ਚਲ ਜਾਓ, ਜਿਵੇਂ ਪਾਕਿਸਤਾਨ ਦੁਨੀਆ ਤੇ ਵਸਦਾ ਕੋਈ ਦੇਸ਼ ਨਾ ਹੋਵੇ, ਕੋਈ ਨਰਕ ਹੋਵੇ। ਸੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਜਨਜਾਤੀਆਂ ਦਾ ਉਜਾੜਾ ਹੋ ਰਿਹਾ, ਅੱਜ ਕਾਰਪੋਰੇਸ਼ਨ ਦੇ ਹਵਾਲੇ ਜਿਹੜਾ ਦੇਸ਼ ਕੀਤਾ ਜਾ ਰਿਹਾ, ਅੱਜ ਮੌਬ ਲੰਚਿੰਗ ਹੋ ਰਹੀ ਆ, ਅੱਜ ਸਾਡੇ ਖਾਣ ਪੀਣ ਨੂੰ ਨਿਰਦੇਸ਼ਿਤ ਕੀਤਾ ਜਾ ਰਿਹਾ। ਹੁਣ ਤੁਸੀਂ ਦੇਖੋ ਕਿ ਗਊ ਰੱਖਕਾਂ ਦੇ ਜਿਹੜੇ ਟੋਲੇ ਨੇ, ਜਿਨ੍ਹਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਆ, ਉਹ ਸਾਡੇ ਖਾਣ ਪੀਣ ਨੂੰ ਵੀ ਚੈੱਕ ਕਰਨ ਲਈ ਸਾਡੀਆਂ ਰਸੋਈਆਂ ਤੱਕ ਪਹੁੰਚ ਗਏ ਨੇ। ਇਹ ਕਿੰਨੀ ਕੁ ਡੈਮੋਕ੍ਰੇਸੀ ਆ? ਇਹ ਕਿਸ ਕਿਸਮ ਦਾ ਸਮਾਜਿਕ ਨਿਆਂ ਵਾਲਾ ਸਮਾਜ ਆ? ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਅੱਜ ਜਦੋਂ ਇੰਨੀ ਫਿਰਕੂ ਨਫ਼ਰਤ ਫੈਲਾਈ ਜਾ ਰਹੀ ਆ, ਅੱਜ ਜਦੋਂ ਇਹਨਾਂ ਤਅੱਸੁਬ ਕ੍ਰੀਏਟ ਕੀਤਾ ਜਾ ਰਿਹਾ, ਤਾਂ ਸਾਨੂੰ ਸੂਫੀਆਂ ਦੇ ਕੋਲੋਂ ਜਾਂ ਸਾਨੂੰ ਸਿੱਖ ਭਗਤੀ ਲਹਿਰ ਦੇ ਕੋਲੋਂ ਜਾਂ ਭਗਤੀ ਮੂਵਮੈਂਟ ਚੋਂ ਕੀ ਸਿੱਖਿਆ ਮਿਲਦੀ ਆ? ਇਹਦੇ ਮੁਕਾਬਲੇ ਤੇ ਜਿਹੜਾ ਸੂਫੀਆਂ ਦਾ ਫਲਸਫਾ ਆ, ਜਿਹਨੂੰ ਮੈਂ ਕਿਹਾ ਸੀਗਾ ਕਿ ਜਿਹੜਾ ਮੁਹੱਬਤ ਦਾ ਫਲਸਫਾ ਆ, ਜਿਹਨੂੰ ਅਸੀਂ ਕਹਿੰਦੇ ਕਿ ਇਸ਼ਕ, ਸੂਫੀ ਤੇ ਇਸ਼ਕ। ਸੂਫੀਆਂ ਨੇ ਇਸ਼ਕ ਨੂੰ ਅੱਲਾ ਦੀ ਜਾਤ ਕਿਹਾ, ਇਸ਼ਕ ਅੱਲਾ ਦੀ ਜਾਤ, ਲੋਕਾਂ ਦਾ ਮਿਹਣਾ। ਇਸ ਤੋਂ ਤੱਕ ਕਿ ਸਾਡਾ ਪੰਜਾਬੀ ਦਾ ਵੱਡਾ ਸੂਫੀ ਸੁਲਤਾਨ ਬਾਹੂ ਤਾਂ ਇਹ ਕਹਿੰਦਾ ਕਿ ਲੋਕ ਜਿਹੜੇ ਹੈਗੇ ਨਾ, ਉਹ ਈਮਾਨ ਸਬੂਤਾ ਮੰਗਦੇ ਆ, ਇਸ਼ਕ ਦੀ ਗੱਲ ਨਹੀਂ ਸਮਝਦੇ, ਇਸ਼ਕ ਦੀ ਰਾਮਦੀ ਨਹੀਂ ਸਮਝੇ। ਈਮਾਨ ਸਲਾਮਤ ਹਰ ਕੋਈ ਮੰਗਦਾ, ਇਸ਼ਕ ਸਲਾਮਤ ਕੋਈ ਹੂ। ਅੱਗੇ ਉਹ ਕਹਿੰਦੇ ਕਿ ਜਿਸ ਮੰਜ਼ਿਲ ਨੂੰ ਇਸ਼ਕ ਪਹੁੰਚਾਵੇ, ਇਮਾਨੋਂ ਖਬਰ ਨਾ ਕੋਈ ਹੂ, ਇਸ਼ਕ ਸਲਾਮਤ ਰੱਖ ਲਈ ਬਾਹੂ, ਇਮਾਨੋਂ ਦਿਆਂ ਧਰੋਈ ਹੂ। ਹੁਣ ਜਦੋਂ ਸੂਫੀ ਇਸ਼ਕ ਤੇ ਅਮਾਨ 'ਚ ਵਖਰੇਵਾਂ ਕਰਦੇ ਆ, ਤਾਂ ਸੂਫੀ ਇਹ ਕਹਿ ਰਹੇ ਨੇ ਕਿ ਧਰਮ ਕਰਮ ਜਾਂ ਧਾਰਮਿਕ ਕਰਮ ਕਾਂਡ ਸਾਨੂੰ ਸੀਮਿਤ ਕਰਦਾ ਆ, ਸਾਨੂੰ ਫਿਰਕਿਆਂ 'ਚ ਵੰਡਦਾ ਆ, ਤੇ ਮੁਹੱਬਤ ਸਾਨੂੰ ਦੂਜੇ ਦਾ ਸੱਚ ਜਾਣਨਾ, ਦੂਜੇ ਨੂੰ ਸਪੇਸ ਦੇਣਾ ਸਿਖਾਉਂਦੀ ਆ। ਸੋ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਇੱਕ ਪਾਸੇ ਅੱਜ ਦਾ ਉਹ ਜ਼ਹਿਰੀਲਾ ਪ੍ਰਚਾਰ ਆ, ਜਿਹੜਾ ਇਸਲਾਮ ਨੂੰ ਬਦਨਾਮ ਕਰਨ ਦੇ ਲਈ, ਜਿਹੜਾ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਦਾ ਦਮਨ ਕਰਨ ਦੇ ਲਈ ਇੱਕ ਰਾਸ਼ਟਰ, ਇੱਕ ਦੇਸ਼, ਇੱਕ ਭਾਸ਼ਾ ਦੀਆਂ ਗੱਲਾਂ ਕਰਦਾ, ਤੇ ਅੱਜ ਮੁੜ ਕੇ ਖਾਸ ਤੌਰ ਤੇ ਅੱਜ ਹਿੰਦੁਸਤਾਨ ਦੀਆਂ ਜਨਜਾਤੀਆਂ ਨੂੰ ਜਬਰੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਸੋ ਦੇਖਣ ਵਾਲੀ ਗੱਲ ਇਹ ਆ, ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ ਸੂਫੀਆਂ ਦਾ ਮੁਹੱਬਤ ਦਾ ਫਲਸਫਾ ਆ, ਸੂਫੀਆਂ ਦਾ ਜਿਹੜਾ ਇਨਸਾਨ ਦੋਸਤੀ ਦਾ ਫਲਸਫਾ ਆ, ਸੂਫੀਆਂ ਦਾ ਜਿਹੜਾ ਸੁਲ੍ਹਾ ਕੁਲਤਾ ਦਾ ਫਲਸਫਾ ਆ। ਬੁੱਲਾ ਕੀ ਕਹਿ ਰਿਹਾ ਕਿ ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ ਆ, ਮੈਂ ਤਾਂ ਦੋਹਾਂ ਨੂੰ ਤਿਆਗ ਦਿੱਤਾ ਆ, ਮੈਂ ਤਾਂ ਨਿਰੰਜਨ ਭੈ ਹਿੰਦੂ ਨਹੀਂ ਮੁਸਲਮਾਨ, ਭੈ ਨਿਰੰਜਨ ਤਜ ਅਭਿਮਾਨ। ਜਾਂ ਜਦੋਂ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੁੱਲਾ ਜਦੋਂ ਇਹ ਕਹਿ ਰਿਹਾ ਕਿ ਨਾ ਮੈਂ ਮੋਮਨ ਵਿੱਚ ਵਸੀਤਾ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾ, ਨਾ ਮੈਂ ਮੂਸਾ ਨਾ ਫਰਿਆਉਣ। ਬਹੁਤ ਸਾਰੀਆਂ ਬੁੱਲੇ ਦੀ ਬਹੁਤ ਖੂਬਸੂਰਤ ਕਾਫੀ ਹੈ ਬੁੱਲੇ ਦੀ। ਬੁੱਲਾ ਕੀ ਜਾਣਾ ਮੈਂ ਕੌਣ। ਸੂਫੀਆਂ ਨੇ ਮੱਧ ਕਾਲ ਵਿੱਚ ਬੰਦੇ ਦੀ ਧਾਰਮਿਕ ਪਛਾਣ ਨੂੰ ਰੱਦ ਕੀਤਾ। ਸੂਫੀਆਂ ਨੇ ਮੱਧ ਕਾਲ ਵਿੱਚ ਬੰਦੇ ਦੀ ਫਿਰਕੂ ਪਛਾਣ ਨੂੰ ਰੱਦ ਕੀਤਾ। ਸੂਫੀਆਂ ਨੇ ਮੱਧ ਕਾਲ ਵਿੱਚ ਆਦਮੀ ਤੇ ਔਰਤ ਵਿੱਚ ਜਿਹੜਾ ਜੈਂਡਰ ਦਾ ਡਿਸਕ੍ਰਿਮੀਨੇਸ਼ਨ ਸੀ ਉਹਨੂੰ ਵੀ ਖਤਮ ਕੀਤਾ। ਸਾਰੇ ਸੂਫੀਆਂ ਨੇ, ਸਾਡੇ ਬਹੁਤੇ ਸੂਫੀ, ਪੰਜਾਬ ਦੇ ਸਾਰੇ ਸੂਫੀ ਕਵੀ ਮੇਲ ਹੋਣ ਦੇ ਬਾਵਜੂਦ ਉਹ ਔਰਤ ਦੇ ਆਰਟੀਕੂਲੇਸ਼ਨ 'ਚ ਬੋਲਦੇ ਆ, ਔਰਤ ਦੀ ਭਾਸ਼ਾ 'ਚ ਬੋਲਦੇ ਆ, ਔਰਤ ਬਣ ਕੇ ਬੋਲਦੇ ਆ। ਸੂਫੀ ਦਾ ਆਪਣੇ ਜੈਂਡਰ ਦੀ ਡਿਸਪਲੇਸਮੈਂਟ, ਸੂਫੀ ਦਾ ਆਪਣੇ ਜੈਂਡਰ ਨੂੰ ਬਦਲ ਲੈਣਾ, ਆਪਣੇ ਆਪ 'ਚ ਹੀ ਉਸ ਵੇਲੇ ਦੀ ਜਿਹੜੀ ਮੇਲ ਹੈਜਮਨੀ ਆ, ਉਸ ਵੇਲੇ ਦੀ ਜਿਹੜੀ ਮਰਦ ਦੀ ਸਰਦਾਰੀ ਆ, ਉਹ ਤੋਂ ਇਨਕਾਰੀ ਹੋਣਾ ਆ। ਇਹ ਸੂਫੀਆਂ ਦੀ ਨਾਵਰੀ ਵੀ ਇਸ ਕਿਸਮ ਦੀ। ਇੱਕ ਹੋਰ ਹਵਾਲਾ ਮੇਰੇ ਬੈਠੇ ਬੈਠੇ ਯਾਦ ਆ ਰਿਹਾ, ਬਾਬਾ ਫਰੀਦ ਨੂੰ ਪੁੱਛਿਆ
कि बाबा फरीद सच्ची मुच्ची नरक स्वर्ग हैगे आ। बाबा फरीद ने कहा भी मैनू ये तो पता नहीं कि नरक या स्वर्ग है, पर जे स्वर्ग होया तो स्वर्ग विच जाण वाला पहला व्यक्ति बीबी सम होएगी। बीबी सम बाबा फरीद की मूँह बोली भैन आ, बाबा फरीद के भरा दी मुतवक्कल दी ये भैन बनी हुई सी। और कमाल की गल है कि हुण कलाम नहीं मिलता। बीबी भी दिल्ली च रहिंदी सी ते पंजाबी च कलाम लिखदी सी, संकेत मिलते ने पर कलाम कितों नहीं मिलता। अच्छा, मैं कहना की चाहुंदा कि बाबा फरीद ये कह रहा कि भारतीय समाज विच जिस नारी नूं, जिस दलित नूं, जिस गरीब आदमी नूं दरकारिया जा रहा, बाबा फरीद कह रहा स्वर्ग का अधिकारी जे कोई है तो बीबी सम। सो मैं कहना की चाहुंदा कि जिहड़ा इस हिंदुस्तान का जिस किस्म का सीन है, राष्ट्रीय सीन है, तो मैं समझदा कि कुछ गल्लां सानूं समझ लेणियां चाहीदियां। अज एक भाषा का मसला भी उठाया जा रहा, अज ये भी कहा जा रहा कि संस्कृत लाजमी की जाए। हिंदुस्तान बहुभाषी रहा आ, हिंदुस्तानी बहुभाषी है ते हिंदुस्तान बहुभाषी रहेगा। इस करके मैनूं एक हवाला चेते आ रहा निजामुद्दीन औलिया के जिहड़े महफूज लिखे गए, उन्होंने जिहड़े बचन लिखे गए, उन्होंने च एक सवाल करता बाबा निजामुद्दीन औलिया नूं कोई उन्हां दा मरीद कि सरकार तुहानूं कदे अल्लाह के दर्शन होए? तो निजामुद्दीन औलिया ने कहा कि हाँ मैनूं अल्लाह के दर्शन होए। अल्लाह अरबी नहीं सी बोलदा, अल्लाह खड़ी बोली बोलदा सी, दिल्ली के आस पास की बोली बोलदा सी। इन्हां नूं पुछो कि किहड़ी एक भाषा की गल करदे हो जिहदू असीं जे असीं अज कहिए अमीर खुसरो नूं जे आपां याद कर लईए, की अमीर खुसरो इस्लाम नूं मनण वाला सी? की अमीर खुसरो ने अरबी ते फारसी च लिखिया? अमीर खुसरो लिख लिया हिंदुस्तान के आम आवाम की बोली खड़ी बोली लिख रहा, ते नाल दी नाल अमीर खुसरो त्याग ही नहीं रहा। अमीर खुसरो भारती नायकां नूं, भारती परंपरा दे विचले प्रेमियां नूं जदों अमीर खुसरो रंग लिख रहा आ, रंग होली खेडण नूं कहंदे आ, इस्लाम दा त्योहार नहीं होली, पर अमीर खुसरो रंग लिख रहा, आज पिया के रंग है। और उही अमीर खुसरो जो अपने गुरु नूं याद करदा निजामुद्दीन औलिया नूं, तो उन्होंने याद किवें करदा कि माथे तिलक हाथ पचकारी मोरे आंगन होरी खेलण आया, ख्वाजा निजामुद्दीन चुस्त खिलारी बाह पकड़ मेरा घुंघट उठाया। ये निजामुद्दीन औलिया इस्लामी भेख वाला नहीं, ये तो साडे कृष्ण वर्गा नटखट आ। ये तो साडा जिहड़ा गोपियां दा मक्खन खाण वाला कृष्ण आ, सारा चित्र कृष्ण दा आ। तुसीं बुल्ले दी कविता देख लो, बार बार राम दा जिक्र, बार बार कृष्ण दा जिक्र, शाम पई कर शाम ना आया, जां जदों बुल्ला कह रहा कि होरी खेलूंगी पढ़ बिस्मिल्ला, जां जदों बुल्ला ये कह रहा कि मेरा कृष्ण जिहड़ा हैगा वो उस किस्म का नायक नहीं है जिस किस्म का नायक प्रेमी नायक सी। ये तो बड़ा जिम्मेदार किस्म का नायक आ जिहड़ा प्रेम भी करदा आ, जिहड़ा बंसी भी बजाउंदा आ, पर नाल दी नाल काम भी करदा। राजस्थानी सूफी की कविता याद आ गई एक दी कि बंसी बजावत धैन चरावत रास रचावत न्यारो राधो तेरा सामलो सब सखियों नो प्यारो। हुण जिहड़ा साडे सूफियां दा नायक आ वो उस किस्म का बेलड़ प्रेमी नायक नहीं है जिस किस्म का साडी लोक धारा दे विच नायक आ। वो लोक नायक वो आ जिहड़ा बड़ा जिम्मेवार आ, सखी आ जिहड़ा। इस तरह असीं देखदे हां कि बाबा फरीद नूं दिल्ली के एक शिल्पी ने कैंचियां का जोड़ा भेंट किया। बड़ा खुश होए बाबा फरीद, ते बाबा फरीद ने उन्होंने कहा कि हजरत मैनू कैंची ना दे, मैनू सूई दे, क्योंकि सूफी का काम अलहदा करना नहीं, कटना नहीं, पाड़ना नहीं, सूफी का काम जोड़ना हुंदा आ। इस तरह मैं होर देख रहा सीगा कि बाबा फरीद ने अरबी ते फारसी भाषा नूं छड्ड के मुल्तानी भाषा च लिखिया, साडी स्थानक भाषा विच लिखिया। स्थानक भाषा विच नहीं लिखिया। बाबा फरीद की कविता दे विच इस्लाम के नायकों का जिक्र बहुत घट आया। बाबा फरीद की सारी कविता का तेवर देखो, रंग देखो। बाबा फरीद की कविता बोल, बाबा फरीद की कविता च बोलदा की आ, काली कोयल
ਇਹ ਇਸਲਾਮ ਦੀ ਕਵਿਤਾ 'ਚ ਹੋ ਹੀ ਨਹੀਂ ਸਕਦੀ, ਅਰਬ ਦੀ ਕਵਿਤਾ 'ਚ ਕੋਈ ਹੋ ਹੀ ਨਹੀਂ ਸਕਦੀ। ਇਸ ਤੋਂ ਅਸੀਂ ਦੇਖਦੇ ਹਾਂ ਕਿ ਬਾਬਾ ਫਰੀਦ ਦੀ ਕਵਿਤਾ ਦੇ ਵਿੱਚੋਂ ਉਹ ਕਹਿੰਦਾ ਕਿ ਲੰਮੀ ਲੰਮੀ ਨਦੀ ਵਹੇ, ਇਹ ਚਿੱਤਰ ਪੰਜਾਬ ਦਾ ਹੀ ਹੋ ਸਕਦਾ ਆ। ਜਾਂ ਜਦੋਂ ਬਾਬਾ ਕਹਿੰਦਾ ਕਿ ਰੁੱਤ ਫਿਰੀ ਬਣ ਕੰਬਿਆ ਰਹਿਣ ਖਸਾਊ ਨਾਏ। ਸੋ ਬਾਬਾ ਫਰੀਦ ਅਰਬੀ ਦੇ ਕਾਵਿ ਰੂਪ ਚਾਮਾਂ ਨੂੰ ਛੱਡ ਕੇ, ਫਾਰਸੀ ਦੇ ਕਾਵਿ ਰੂਪ ਗਜ਼ਲ ਨੂੰ ਛੱਡ ਕੇ ਸਾਡੇ ਸੰਸਕ੍ਰਿਤ ਦੇ ਕਾਵਿ ਰੂਪ ਸ਼ਲੋਕ ਨੂੰ ਅਪਣਾ ਲੈਂਦਾ ਆ। ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿਆਂ, ਜੇ ਅਸੀਂ ਹਿੰਦੁਸਤਾਨ 'ਚ ਮਲਟੀਕਲਚਰਲਿਜ਼ਮ ਨੂੰ ਸਮਝਣਾ ਆ, ਜੇ ਅਸੀਂ ਹਿੰਦੁਸਤਾਨ 'ਚ ਬਹੁਵਾਦਤਾ ਨੂੰ ਸਮਝਣਾ ਆ, ਤਾਂ ਸਾਨੂੰ ਫਿਰ ਅਮੀਰ ਖੁਸਰੋ ਕੋਲ ਜਾਣਾ ਪੈਣਾ। ਅਮੀਰ ਖੁਸਰੋ ਦੀ ਕਵਿਤਾ ਦੀ ਨਾਇਕਾ ਕੌਣ ਆ? ਪਨਘਟ ਤੇ ਪਾਣੀ ਭਰਨ ਵਾਲੀ ਔਰਤ। ਪਨਘਟ ਤੇ ਪਾਣੀ ਭਰਨ ਵਾਲੀਆਂ ਔਰਤਾਂ। ਪਨਘਟ ਕਿਉਂਕਿ ਔਰਤਾਂ ਦੇ ਕੇਵਲ ਪਾਣੀ ਵਾਲਾ ਖੂਹ ਨਹੀਂ ਹੁੰਦਾ ਕੇਵਲ ਪਨਘਟ। ਪਨਘਟ ਉਹ ਆ ਜਿੱਥੇ ਔਰਤਾਂ ਆ ਕੇ ਆਪਣੀ ਮਹਿਫਲ ਲਾਉਂਦੀਆਂ, ਜਿੱਥੇ ਉਹ ਆਪਣੀ ਅਸੈਂਬਲੀ ਜੋੜਦੀਆਂ, ਜਿੱਥੇ ਉਹ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ, ਜਿੱਥੇ ਉਹ ਆਪਣੀ ਹੋਣੀ ਤੇ ਆਪਣੀ ਹਕੀਕਤ ਨੂੰ ਜਾਣਨ ਦਾ ਯਤਨ ਕਰਨਾ। ਸੋ ਜਿਹੜਾ ਹੈਗਾ ਅਮੀਰ ਖੁਸਰੋ ਦਾ ਜਿਹੜਾ ਪਨਘਟ ਦਾ ਮਾਡਲ ਆ, ਸਾਨੂੰ ਹਿੰਦੁਸਤਾਨ ਨੂੰ ਪਨਘਟ ਦਾ ਮਾਡਲ ਬਣਾ ਕੇ ਆਪਣੇ ਆਪ ਨੂੰ ਸਖੀਆਂ ਵਾਂਗੂ ਉਹਦੇ 'ਚ ਦੇਖਣਾ ਪਏਗਾ, ਤਾਂ ਹੀ ਸਾਡੇ ਮਸਲੇ ਹੱਲ ਹੋਣਗੇ। ਮੈਂ ਜਦੋਂ ਇਹ ਕਹਿ ਰਿਹਾ ਸੀਗਾ ਕਿ ਪੰਜਾਬੀ ਸੂਫੀ ਕਵੀਆਂ ਨੇ ਜਿਹੜਾ ਵੱਡਾ ਕੰਮ ਕੀਤਾ, ਇਸਲਾਮ 'ਚ ਅਕੀਦਾ ਆ, ਇਸਲਾਮ ਨੂੰ ਮੰਨਣ ਵਾਲੇ ਨੇ ਇਸਲਾਮ ਦੀ ਭਾਸ਼ਾ ਛੱਡ ਦਿੱਤੀ, ਇਸਲਾਮ ਦੇ ਨਾਇਕ ਛੱਡ ਦਿੱਤੇ, ਇਸਲਾਮ ਦੇ ਕਾਵਿ ਰੂਪ ਛੱਡ ਦਿੱਤੇ, ਤੇ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਨੂੰ ਤੇ ਹਿੰਦੁਸਤਾਨ ਦੇ ਸੱਚ ਨੂੰ ਅਪਣਾ ਲਿਆ। ਭਾਰਤੀ ਸੂਫੀਆਂ ਨੇ ਸਾਡੀਆਂ ਰਵਾਇਤਾਂ ਨੂੰ ਅਪਣਾ ਲਿਆ। ਹੋਲੀ ਸਾਡਾ ਕਾਵਿ ਰੂਪ ਵੀ ਆ ਤੇ ਹੋਲੀ ਸਾਡਾ ਤਿਉਹਾਰ ਵੀ ਆ। ਇਸਲਾਮ ਦੇ ਵਿੱਚ ਰੰਗ ਨਹੀਂ ਖੇਡਿਆ ਜਾਂਦਾ, ਪਰ ਸਾਰੇ ਭਾਰਤੀ ਕਵੀਆਂ ਨੇ ਹੋਲੀ ਬਾਰੇ ਕਵਿਤਾਵਾਂ ਲਿਖੀਆਂ, ਹੋਰੀਆਂ ਲਿਖੀਆਂ ਨੇ, ਬਹੁਤ ਸਾਰੀਆਂ ਹੋਰੀਆਂ ਮਿਲ ਜਾਂਦੀਆਂ। ਮੈਂ ਪਿੱਛੇ ਜੇ ਪੀਰੋ ਦੀਆਂ ਕੁਝ ਹੋਰੀਆਂ ਇਕੱਠੀਆਂ ਕੀਤੀਆਂ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਪੰਜਾਬੀ ਸੂਫੀ ਕਵੀ ਆਏ ਜ਼ਰੂਰ ਬਾਹਰੋਂ, ਉਹਨਾਂ ਦੇ ਪੁਰਖੇ ਜ਼ਰੂਰ ਬਾਹਰੋਂ ਆਏ, ਪਰ ਉਹ ਇਸ ਦੇਸ਼ ਦੀ ਧਰਤੀ 'ਚ ਰਚ ਵਿੱਚ ਗਏ। ਉਹਨਾਂ ਨੇ ਇਸ ਦੇਸ਼ ਨੂੰ ਆਪਣੀ ਹੋਣੀ ਬਣਾ ਲਿਆ, ਔਰ ਇਸ ਦੇਸ਼ ਨੂੰ ਵੀ ਨਹੀਂ, ਇਸ ਦੇਸ਼ ਦੇ ਆਪਣੇ ਆਮ ਆਵਾਮ ਨੂੰ ਆਪਣੀ ਹੋਣੀ ਬਣਾਇਆ। ਮੈਂ ਫਿਰ ਹਵਾਲਾ ਬਾਬਾ ਫਰੀਦ ਦਾ ਦਊਂਗਾ। ਬਾਬਾ ਫਰੀਦ ਦਾ ਸਹੁਰਾ ਹਿੰਦੁਸਤਾਨ ਦਾ ਬੜਾ ਪਾਵਰਫੁਲ ਹੁਕਮਰਾਨ ਸੀ। ਉਹਨੇ ਦੱਖਣ ਦੀ ਮੁਹਿੰਮ ਤੇ ਜਾਣਾ ਸੀ ਤੇ ਬਾਬਾ ਫਰੀਦ ਨੂੰ ਕਿਹਾ ਕਿ ਮੈਨੂੰ ਦੁਆ ਦੇ ਕਿ ਮੈਂ ਜਿੱਤ ਸਕਾਂ। ਤਾਂ ਬਾਬਾ ਫਰੀਦ ਨੇ ਉਹਨੂੰ ਖਤ ਲਿਖਿਆ ਕਿ ਮੈਂ ਤਾਂ ਸੁਬਾਹ ਸ਼ਾਮ ਕੁੱਲ ਮਨੁੱਖਤਾ ਦੀ ਦੁਆ ਕਰਦਾ ਆ, ਵਿੱਚੇ ਤੇਰੀ ਦੁਆ ਹੋ ਜਾਂਦੀ ਆ। ਬਾਬਾ ਫਰੀਦ ਉਹਨੂੰ ਟਾਲ ਗਏ ਕਿ ਮੈਂ ਇੱਕ ਜੋਰਾਵਰ ਤੇ ਲੁਟੇਰੇ ਦੀ ਦੁਆ ਨਹੀਂ ਕਰ ਸਕਦਾ। ਇਸ ਕਰਕੇ ਸੂਫੀਆਂ ਨੇ ਨਾਤਾ ਕਿਹਦੇ ਨਾਲ ਜੋੜਿਆ? ਆਮ ਆਵਾਮ ਨਾਲ। ਤੇ ਆਮ ਆਵਾਮ ਨਾਲ ਨਾਤਾ ਜੋੜਨ ਕਰਕੇ ਹੀ ਜਿਹੜੀਆਂ ਸੂਫੀ ਦਰਗਾਹਾਂ ਸੀ ਉਹ ਲੋਕਾਂ ਦੀ ਅਕੀਦਤ ਦੇ ਕੇਂਦਰ ਬਣ ਗਈਆਂ। ਰਾਤ ਤੁਸੀਂ ਸ਼ਾਇਦ ਖਬਰ ਸੁਣੀ ਹੋਣੀ ਆ, ਕੱਲ ਰਾਤ ਟੀਵੀ ਤੇ ਇੱਕ ਖਬਰ ਆ ਰਹੀ ਸੀ, ਇੱਕ ਮਸਜਿਦ ਖੈਰਦੀਨ ਅੰਮ੍ਰਿਤਸਰ ਦੇ ਵਿੱਚ, ਉੱਥੇ ਇੱਕ ਪਰਿਵਾਰ, ਸਿੱਖ ਪਰਿਵਾਰ, ਪਿਛਲੇ 40 ਸਾਲ ਤੋਂ ਹਰ ਰੋਜ਼ ਜੁੱਤੀਆਂ ਸਾਫ਼ ਕਰਨ ਆਉਂਦਾ ਉੱਥੇ। ਮੈਂ ਕਹਿਣਾ ਕੀ ਚਾਹੁੰਦਾ ਕਿ ਸੂਫੀ ਪੰਜਾਬ ਦੀ ਮਿੱਟੀ 'ਚ, ਪੰਜਾਬ ਦੀ ਜ਼ਮੀਨ 'ਚ, ਪੰਜਾਬ ਦੇ ਚੇਤਨ 'ਚ ਰਚ ਵਿੱਚ ਗਏ। ਹੁਣ ਪੰਜਾਬ ਦੇ ਚੇਤਨ 'ਚੋਂ ਸੂਫੀਆਂ ਨੂੰ, ਸੰਤਾਂ ਨੂੰ ਤੇ ਸਿੱਖ ਭਗਤਾਂ ਨੂੰ ਨਹੀਂ ਕੱਢਿਆ ਜਾ ਸਕਦਾ। ਇਸੇ ਕਰਕੇ ਅੱਜ ਜਿਹੜਾ ਪੰਜਾਬ ਆ ਉਹਨੂੰ ਦਿੱਲੀ, ਬਾਰ-ਬਾਰ ਡਾਕਟਰ ਜਗਤਾਰ ਕਹਿੰਦਾ ਰਿਹਾ ਕਿ ਦਿੱਲੀ ਸਾਡੀ ਦੁਸ਼ਮਣ ਆ, ਕਿਉਂਕਿ ਉਹਨੂੰ ਦਿੱਲੀ ਦੀਆਂ ਹੁਕਮਰਾਨ ਸਰਕਾਰਾਂ ਪੰਜਾਬ ਦੇ ਚੇਤਨ ਨੂੰ ਕਦੇ ਵੀ ਪਸੰਦ ਨਹੀਂ ਕਰਦੀਆਂ। ਇਹਦੇ ਨਾਲ ਹੀ ਮੈਂ ਬੁੱਲੇ ਦੀ ਗੱਲ ਕਰ ਰਿਹਾ ਸੀ, ਮੈਂ ਬੁੱਲੇ ਤੇ ਮੁੜ ਕੇ ਫੇਰ ਆ ਜਾ। ਬੁੱਲਾ ਨਾਇਕ ਕੇ ਜੇ ਸਿਰਜਦਾ, ਬੁੱਲਾ ਜੇ ਗੱਲ ਕਰਦਾ ਬਾਰ-ਬਾਰ ਰਾਂਝੇ ਦੀ ਗੱਲ ਕਰਦਾ, ਕ੍ਰਿਸ਼ਨ ਦੀ ਗੱਲ ਕਰਦਾ, ਬੁੱਲਾ ਜੇ ਬਾਰ-ਬਾਰ ਧਿਆਉਂਦਾ ਤਾਂ ਰਾਮ ਨੂੰ ਧਿਆਉਂਦਾ ਆ। ਤਾਂ ਇੱਕ ਕਮਾਲ ਦੀ ਗੱਲ ਆ ਕਿ ਬੁੱਲੇ ਨੇ ਇੱਕ ਸਾਂਝਾ ਨਾਇਕ ਸਿਰਜਿਆ। ਜੋਗੀ ਨੀ ਮੈਂ ਜਾਣਾ ਜੋਗੀ ਦੇ ਨਾਲ, ਕੰਨੀ ਮੁੰਦਰਾ ਪਾ ਕੇ, ਮੱਥੇ ਤਿਲਕ ਲਗਾ ਕੇ, ਨੀ ਮੈਂ ਜਾਣਾ ਜੋਗੀ ਦੇ ਨਾਲ। ਹੁਣ ਉਹ ਵਿੱਚੇ ਤਾਂ ਯੋਗ ਮਤ ਜਿਹੜਾ ਭਾਰਤੀ ਧਰਤੀ ਦਾ ਧਰਮ ਸੀ ਉਹਦੇ ਯੋਗੀ ਦੀ ਗੱਲ ਕਰ ਰਿਹਾ, ਪਰ ਇਹ ਯੋਗੀ ਸਾਡੇ ਟ੍ਰੈਡੀਸ਼ਨਲ ਯੋਗੀ ਵਰਗਾ ਨਹੀਂ। ਬੁੱਲੇ ਦਾ ਯੋਗੀ ਨਾਥਾਂ ਯੋਗੀਆਂ ਦੇ ਸਿੱਧਾਂ ਦੇ ਉਸ ਯੋਗੀ ਵਰਗਾ ਨਹੀਂ ਜਿਹਨੇ ਸਮਾਜ ਤੋਂ ਸਮਾਜ ਵੱਲ ਨੂੰ ਪਿੱਠ ਕਰ ਲਈ ਹੋਵੇ, ਜਿਹਨੂੰ ਔਰਤ ਬਾਗਣ ਦਿਸਦੀ ਹੋਵੇ, ਜਿਹਨੂੰ ਔਰਤ ਅਟਰੈਕਟ ਨਾ ਕਰਦੀ ਹੋਵੇ, ਜਿਹਨੂੰ ਸਮਾਜ ਤੇ ਸਮਾਜ ਦੀ ਜਿਹੜੀ ਸਮਾਜਿਕਤਾ ਅਟਰੈਕਟ ਨਾ ਕਰਦੀ ਹੋਵੇ। ਬੁੱਲੇ ਦਾ ਯੋਗੀ ਤਾਂ ਬਿਲਕੁਲ ਵੱਖਰੀ ਦਾ, ਜਿਹਨੂੰ ਬੁੱਲਾ ਕਹਿੰਦਾ ਕਿ ਇਸ ਯੋਗੀ ਦੀ ਕੀ ਹੈ ਨਿਸ਼ਾਨੀ? ਕੰਨ ਵਿੱਚ ਮੁੰਦਰਾ ਤੇ ਗਲ ਵਿੱਚ ਗਾਨੀ। ਮੁੰਦਰਾ ਸੰਜਮ ਦੀਆਂ ਪ੍ਰਤੀਕ ਨੇ ਤੇ ਗਲ ਦੀ ਗਾਨੀ ਸ਼ਿੰਗਾਰ ਦੀ ਪ੍ਰਤੀਕ ਆ। ਜਾਂ ਜਦੋਂ ਬੁੱਲਾ ਇਹ ਕਹਿੰਦਾ ਕਿ ਮਰਗੀ ਵੇ ਮੈਂ ਮਰਗੀ ਲੋਕੋ,
अख जोगी नाल लड़ गई लोको, मैनू जोगन जोगी दी आखो हीर सलेटी वर्गी लोको। ਜਦੋਂ ਬੁੱਲਾ ਹੀਰ ਦੀ ਗੱਲ ਵੀ ਕਰਦਾ ਆ ਤਾਂ ਬੁੱਲੇ ਦੀ ਹੀਰ ਇੱਕ ਸਮੰਤ ਦੀ ਵਿਫਰੀ ਹੋਈ ਧੀ ਨਹੀਂ, ਜਿਵੇਂ ਸਾਡੇ ਕਿੱਸਿਆਂ ਚ ਆ ਰਿਹਾ ਕਿ ਹੀਰ ਬੜੀ ਇੱਕ ਬਗੜੈਲ ਕਿਸਮ ਦੀ ਕੁੜੀ ਆ ਜਿਹੜੀ ਕਦੇ ਚੰਦੜਾ ਨੂੰ ਕੁੱਟਦੀ ਆ ਤੇ ਕਦੇ ਨਾਲਾਂ ਨਾਲ ਲੜਾਈ ਕਰਦੀ ਆ ਤੇ ਕਦੇ ਰਾਂਝੇ ਦੇ ਸ਼ਮਕਾ ਮਾਰਦੀ ਆ। ਪਰ ਬੁੱਲੇ ਦੀ ਹੀਰ ਉਹ ਆ ਜਿਹੜੀ ਕਹਿੰਦੀ ਆ ਕਿ ਮੈਂ ਮੇਰੇ ਵਿਚਲੀ ਇੱਕ ਸਮੰਤ ਦੀ ਧੀ ਮਰ ਗਈ ਆ ਤੇ ਮੇਰੇ ਵਿੱਚ ਇੱਕ ਜੋਗੀ ਦੇ ਨਾਲ ਜਾਣ ਵਾਲੀ ਫਕੀਰ ਨਹੀਂ ਪੈਦਾ ਹੋ ਗਈ ਆ। ਜਿਹੜਾ ਫਕੀਰੀ ਆ, ਫਕੀਰੀ 9 ਲੱਖ ਦੇ ਸੂਟ ਵਿੱਚ ਨਹੀਂ ਹੁੰਦੀ, ਫਕੀਰੀ ਗੋਦੜੀ ਚ ਹੁੰਦੀ ਆ। 13 ਕਿਲੋ 17 ਕਿਲੋ ਦੇ 17 ਸੇਰ ਦੀ ਟਾਕੀਆਂ ਵਾਲੀ ਗੋਦੜੀ ਚ ਫਕੀਰੀ ਹੁੰਦੀ ਆ। ਇਸੇ ਕਰਕੇ ਬੁੱਲਾ ਸਾਡਾ ਕੀ ਕਰ ਰਿਹਾ ਕਿ ਬੁੱਲਾ ਇੱਕ ਪਾਸੇ ਇੱਕ ਨਵਾਂ ਇੱਕ ਸਾਂਝਾ ਨਾਇਕ ਸਿਰਜਦਾ। ਹਿੰਦੁਸਤਾਨ ਦੇ ਨਾਇਕ ਸਾਂਝੇ ਨਾਇਕ ਹੀ ਬਣਨਗੇ, ਜਿਹੜੇ ਇਸਲਾਮ ਨੂੰ ਵੀ ਪ੍ਰਵਾਨ ਹੋਣ, ਜਿਹੜੇ ਹਿੰਦੂਆਂ ਨੂੰ ਵੀ ਪ੍ਰਵਾਨ ਹੋਣ, ਜਿਹੜੇ ਯੋਗ ਮਤ ਨੂੰ ਵੀ ਪ੍ਰਵਾਨ ਹੋਣ। ਇਹਦੇ ਨਾਲ ਹੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਕਿ ਬੁੱਲਾ ਜਦੋਂ ਇਹ ਸਵਾਲ ਕਰਦਾ ਆ ਕਿ ਬੁੱਲਾ ਕੀ ਜਾਣਾ ਮੈਂ ਕੌਣ, ਤਾਂ ਬੁੱਲਾ ਇੱਕ ਸਵਾਲ ਖੜਾ ਕਰਦਾ ਆ ਕਿ ਜੇ ਹਿੰਦੁਸਤਾਨ ਵਰਗੇ ਬਹੁਤਾਵਾਦੀ ਦੇਸ਼ ਨੂੰ ਇਕੱਠਾ ਰੱਖਣਾ ਆ, ਜੇ ਹਿੰਦੁਸਤਾਨ ਵਰਗੀਆਂ ਬਨ ਸਭਾਵਾਂ ਇਸ ਰੰਗਾਰੰਗੀ ਸੱਭਿਆਚਾਰ ਵਾਲੇ ਦੇਸ਼ ਨੂੰ ਜੇ ਇਕੱਠਾ ਰੱਖਣਾ ਆ ਤਾਂ ਤੁਹਾਨੂੰ ਕੁਝ ਸਾਂਝੇ ਸਿੰਬਲ ਸੱਜਣੇ ਪੈਣਗੇ। ਤੁਹਾਨੂੰ ਆਪਣੀਆਂ ਸਾਰੀਆਂ ਪੁਰਾਣੀਆਂ ਪਛਾਣਾਂ ਭੁੱਲ ਕੇ ਇੱਕੋ ਨਵੀਂ ਪਛਾਣ ਬਣਾਉਣੀ ਪਏਗੀ। ਉਹ ਪਛਾਣ ਕੀ ਆ ਕਿ ਭੈ ਨਿਰੰਜਨ ਤਜ ਭਵਾਨ। ਕਮਾਲ ਦੀ ਗੱਲ ਹੈ ਕਿ ਬੁੱਲਾ ਇਸਲਾਮ ਨੂੰ ਮੰਨਣ ਵਾਲਾ ਆ ਤੇ ਨਿਰੰਜਨ ਸ਼ਬਦ ਹੀ ਵਿਦਾਂਤ ਦੀ ਸ਼ਬਦਾਵਲੀ ਚੋਂ ਆਇਆ ਆ, ਪੰਜਾਬੀ ਸ਼ਬਦਾਵਲੀ ਚੋਂ ਜਾਂ ਵਿਦਾਂਤ ਦੀ ਸ਼ਬਦਾਵਲੀ ਚੋਂ ਆਉਣ ਵਾਲਾ ਸ਼ਬਦ ਹੈ। ਇਸ ਤਰ੍ਹਾਂ ਮੈਂ ਕਹਿ ਸਕਦਾ ਹਾਂ, ਇੱਕ ਹੋਰ ਗੱਲ ਇਹਦੇ ਨਾਲ ਹੀ ਜੋੜ ਦਈਏ ਕਿ ਅੱਜ ਭਾਰਤੀ ਪ੍ਰਸੰਗ ਦੇ ਵਿੱਚ ਹੋ ਕੀ ਰਿਹਾ। ਅੱਜ ਭਾਰਤੀ ਪ੍ਰਸੰਗ ਵਿੱਚ ਜਾਤ ਧਰਮ ਦੇ ਨਾਂ ਤੇ ਲਿੰਚਿੰਗ ਹੋ ਰਹੀ ਆ, ਜਾਤਾਂ ਦੇ ਨਾਂ ਤੇ ਵਿਤਕਰੇ, ਧਰਮ ਦੇ ਨਾਂ ਤੇ, ਲਿੰਗ ਦੇ ਨਾਂ ਤੇ ਵਿਤਕਰੇ ਹੋ ਰਹੇ ਨੇ ਤੇ ਖਾਸ ਤੌਰ ਤੇ ਕੁਝ ਨਵੀਆਂ ਪਛਾਣਾਂ ਹਿੰਦੁਸਤਾਨ 'ਚ, ਹਿੰਦੁਸਤਾਨ ਦੇ ਸਿਆਸੀ ਸੀਨ ਤੇ ਆ ਕੇ ਆਪਣੀ ਆਪਣੀ ਪਛਾਣ ਮੰਗ ਰਹੀਆਂ ਨੇ। ਅੱਜ ਜਨਜਾਤੀਆਂ, ਸਾਡੇ ਕਬੀਲੇ, ਆਦਿਵਾਸੀ ਕਬੀਲੇ ਆਪਣੀ ਪਛਾਣ ਮੰਗ ਰਹੇ ਨੇ। ਅੱਜ ਸਾਡੀ ਔਰਤ ਆਪਣੀ ਪਛਾਣ ਮੰਗ ਰਹੀ ਆ, ਅੱਜ ਦਲਿਤ ਆਪਣੀ ਪਛਾਣ ਮੰਗ ਰਿਹਾ। ਤੇ ਇਹਦੇ ਨਾਲ ਮੈਂ ਇੱਕ ਨਵੀਂ ਚੀਜ਼ ਵੀ ਜੋੜ ਦਿਆਂ ਕਿ ਅੱਜ ਸਾਡੇ ਸਮਾਜ ਦਾ ਉਹ ਤਬਕਾ ਜਿਹੜਾ ਭਾਵੇਂ ਉੱਚੀਆਂ ਸ਼੍ਰੇਣੀਆਂ ਚੋਂ ਆ, ਭਾਵੇਂ ਉੱਚੀ ਜਾਤ ਚੋਂ ਆ, ਭਾਵੇਂ ਉਹ ਬਾਹਰੋਂ ਆਉਣ ਵਾਲਾ ਵਿਦੇਸ਼ੀ ਨਸਲ ਦਾ ਕੋਈ ਸਾਡੇ ਜਿਹੜਾ ਅਭਾਰਤੀ ਹੋਵੇ, ਅੱਜ ਜਿਹੜਾ ਗਰੀਬ ਆਦਮੀ ਹਿੰਦੁਸਤਾਨ ਜਿਹਨੂੰ ਮੈਂ ਕਹਿ ਰਿਹਾ, ਅੱਜ ਜਿਹੜਾ ਹਾਸ਼ੀਏ ਤੇ ਵਿਚਰ ਰਿਹਾ ਬੰਦਾ ਆ, ਉਹ ਆਪਣੀ ਆਪਣੀ ਪਛਾਣ ਮੰਗ ਰਿਹਾ। ਇਸੇ ਕਰਕੇ ਮੈਂ ਦੇਖ ਰਿਹਾ ਕਿ ਪੰਜਾਬੀ ਸੂਫੀ ਕਵਿਤਾ ਦੇ ਵਿੱਚ ਜਿਹੜਾ ਇੱਕ ਕਿਰਤ ਦਾ ਸੰਕਲਪ ਉਹਨੂੰ ਦੇਖਣ ਦੀ ਲੋੜ ਆ। ਪਹਿਲੀ ਗੱਲ ਮੈਂ ਇੱਕ ਇਸ਼ਾਰਾ ਕਰਿਆ ਆ ਕਿ ਪੰਜਾਬੀ ਸੂਫੀ ਕਵੀਆਂ ਨੇ ਸਾਡੀ ਧਰਤੀ ਦੇ ਨਾਇਕ ਲੈ ਲਏ, ਸਾਡੇ ਪ੍ਰੇਮੀ ਨਾਇਕ ਲੈ ਲਏ, ਸਾਡੇ ਯੋਧੇ ਨਾਇਕ ਲੈ ਲਏ ਤੇ ਨਾਲ ਦੀ ਨਾਲ ਉਹਨਾਂ ਨੇ ਕੀ ਕੀਤਾ ਕਿ ਸਾਡੇ ਪ੍ਰੇਮੀ ਨਾਇਕ ਨੂੰ ਤੇ ਸਾਡੀ ਪ੍ਰੇਮਿਕਾ ਦੇ ਨਾਇਕ ਵਾਲੀ ਇਮੇਜ ਨੂੰ ਵੀ ਬਦਲ ਦਿੱਤਾ। ਪੰਜਾਬੀ ਸੂਫੀ ਕਵਿਤਾ ਦੀ ਜਿਹੜੀ ਨਾਇਕਾ ਆ ਉਹ 16 ਕਲਾ ਸ਼ਿੰਗਾਰ ਕਰਨ ਵਾਲੀ ਕਾਮਣੀ ਨਹੀਂ। ਪੰਜਾਬੀ ਸੂਫੀ ਕਵਿਤਾ ਦੀ ਜਿਹੜੀ ਨਾਇਕਾ ਆ ਉਹ ਜੇ ਹੀਰ ਹੈ ਵੀ ਤਾਂ ਉਦੋਂ ਹੀਰ ਨਾਇਕਾ ਬਣਦੀ ਆ ਪੰਜਾਬੀ ਸੂਫੀ ਕਵਿਤਾ ਦੀ ਜਦੋਂ ਉਹਦੇ ਅੰਦਰਲੀ ਸਮੰਤ ਦੀ ਧੀ ਮਰ ਜਾਂਦੀ ਆ। ਮਰ ਗਈ ਵੇ ਮੈਂ ਮਰ ਗਈ ਲੋਕੋ, ਅੱਖ ਜੋਗੀ ਨਾਲ ਲੜ ਗਈ ਲੋਕੋ, ਮੈਨੂੰ ਜੋਗਣ ਜੋਗੀ ਦੀ ਆਖੋ ਹੀ ਸਲੇਟੀ ਵਰਗੀ ਲੋਕੋ। ਉਹਨੂੰ ਡੀ ਕਲਾਸ ਹੋਣਾ ਪੈਣਾ, ਉਹਨੂੰ ਆਪਣਾ ਹੀ ਹਉਮੈ ਛੱਡ ਕੇ ਉਹਨੂੰ ਸਧਾਰਨ ਮਨੁੱਖ ਦੇ, ਕਿਰਤੀ ਮਨੁੱਖ ਦੇ ਪੱਧਰ ਤੇ ਆਉਣਾ ਪੈਣਾ। ਇਹਦੇ ਨਾਲ ਹੀ ਮੈਂ ਜੋੜ ਰਿਹਾ ਸੀਗਾ ਸਾਡਾ ਜਿਹੜਾ ਬਹੁਤ ਵੱਡਾ ਕਵੀ ਆ 19ਵੀਂ ਸਦੀ ਦਾ ਗੁਲਾਮ ਫਰੀਦ ਚਾਚੜਾ। ਗੁਲਾਮ ਫਰੀਦ ਚਾਚੜਾ ਦੀ ਕਵਿਤਾ ਦੇ ਵਿੱਚ ਸਾਡੀ ਨਾਇਕਾ ਦੇਖੋ ਕਿਸ ਕਿਸਮ ਦੀ ਆ। ਉਹ ਸਾਡੀ ਕਾਮਣੀ ਨਾਇਕਾ ਨਹੀਂ ਹੈ, ਕਿਰਤ ਕਰਨ ਵਾਲੀ ਨਾਇਕਾ। ਜਦੋਂ ਕਹਿੰਦਾ ਕਿ ਵਿੱਚ ਰੋਹੀ ਦੇ ਰਹਿੰਦੀਆਂ ਨਾਜੋ ਨਾਜ਼ਕ ਜੱਟੀਆਂ, ਰਾਤੀ ਕਰਨ ਵਪਾਰ ਦਿਲਾਂ ਦੇ ਤੇ ਦਿਨੇ ਮਲੋਬਨ ਬੱਟੀਆਂ, ਚਾਰ ਨਗਾਬੇ ਬੱਚੀਆਂ। ਉਹ ਮੁਹੱਬਤ ਵੀ ਕਰਦੀਆਂ ਨੇ, ਸਖੀਆਂ ਵੀ ਨੇ, ਪਰ ਨਾਲ ਦੀ ਨਾਲ ਉਹ ਦਿਨੇ ਉੱਠ ਕੇ ਦੁੱਧ ਵੀ ਰੜਕਦੀਆਂ ਨੇ, ਕੱਟੀਆਂ ਬੱਚੀਆਂ ਵੀ ਪਾਲਦੀਆਂ, ਆਪਣਾ ਘਰੇਲੂ ਕੰਮ ਵੀ ਕਰਦੀਆਂ ਆ, ਬੜੀਆਂ ਖੂਬਸੂਰਤ ਨੇ, ਪਰ ਰੋਹੀ 'ਚ ਮੁਸ਼ਕਿਲ ਹਾਲਾਤ ਵਿੱਚ ਵੀ ਜੀ ਰਹੀਆਂ ਨੇ। ਇਸ ਤਰ੍ਹਾਂ ਅਸੀਂ ਬੁੱਲੇ ਨੂੰ ਦੇਖਦੇ ਹਾਂ। ਜਿਹੜਾ ਬੁੱਲੇ ਦਾ ਕ੍ਰਿਸ਼ਨ ਆ ਉਹ
ਟੇਢੇ ਮੁਕਟ ਵਾਲਾ ਤੇ ਬਾਂਸਰੀ ਵਾਲਾ ਕ੍ਰਿਸ਼ਨ ਨਹੀਂ ਆ। ਬੁੱਲੇ ਦਾ ਕ੍ਰਿਸ਼ਨ ਉਹ ਆ ਜਿਹੜਾ ਜੰਗਲ 'ਚ ਗਊਆਂ ਚਾਰ ਰਿਹਾ, ਜਿਹਦਾ ਮੁਕਟ ਰੁਲਦਾ ਫਿਰਦਾ ਆ, ਜਿਹੜਾ ਕੰਮ ਦਾ ਭੰਨਿਆ ਹੋਇਆ ਆ, ਜਿਹੜਾ ਆਪਣੇ ਪ੍ਰੇਮੀ ਦੀ ਮੁਹੱਬਤ ਵਿੱਚ ਇੰਨਾ ਮਸਤ ਆ ਕਿ ਉਹਨੂੰ ਆਪਣਾ ਸਾਰਾ ਸੋਝ ਸਲੀਕਾ ਤੇ ਸਾਰੀ ਸ਼ਕੀਨੀ ਭੁੱਲ ਗਈ ਆ। ਬੁੱਲੇ ਦੀ ਕਵਿਤਾ 'ਚ ਰਾਂਝਾ ਤੇ ਕ੍ਰਿਸ਼ਨ ਐਸੇ ਘੁਲ ਮਿਲ ਜਾਂਦੇ ਆ ਕਿ ਬੁੱਲੇ ਦੀ ਉਸ ਕਪਲਟ ਵਿੱਚੋਂ, ਬੁੱਲੇ ਦੀ ਉਸ ਕਾਫੀ ਚੋਂ ਇਹ ਨਹੀਂ ਪਤਾ ਲੱਗਦਾ ਇਹ ਰਾਂਝਾ ਆ ਕਿ ਕ੍ਰਿਸ਼ਨ। ਪਰ ਉਹ ਇੱਕ ਬਦਲੇ ਹੋ ਰੂਪ ਬੱਚਾ, ਉਹ ਨਾ ਰਾਂਝੇ ਵਰਗਾ ਬੰਸਰੀ ਵਜਾਉਣ ਵਾਲਾ ਆ, ਨਾ ਉਹ ਕ੍ਰਿਸ਼ਨ ਵਰਗਾ ਮਾਖਣ ਚੋਰ ਆ। ਉਹ ਤਾਂ ਗਊਆਂ ਚਾਰਨ ਵਾਲਾ ਆ ਤੇ ਜਿਹੜਾ ਬੇਲਿਆਂ ਦੇ ਵਿੱਚ ਰੁਲਦਾ ਫਿਰਦਾ, ਜਿਹਦੇ ਪੈਰਾਂ 'ਚ ਕੰਡੇ ਵੱਜਦੇ ਆ, ਜਿਹੜਾ ਗ੍ਰਸਤੀ ਜੀਵਨ ਵਾਲਾ ਆ। ਸੋ ਅੱਜ ਪੰਜਾਬੀਆਂ ਲਈ ਸਬਕ ਕੀ ਆ? ਅੱਜ ਜਦੋਂ ਪੰਜਾਬ ਦਾ ਮੁੰਡਾ ਟਰੈਕਟਰ ਦੇ ਉੱਤੇ ਵੀ ਜੀਨ ਪਾ ਕੇ ਬਹਿੰਦਾ ਆ, ਹੱਥੀਂ ਕੰਮ ਕਰਨ ਤੋਂ ਸ਼ਰਮਾਉਂਦਾ ਆ, ਪੰਜਾਬ ਛੱਡ ਕੇ ਬਾਹਰ ਨੂੰ ਭੱਜਣਾ ਚਾਹੁੰਦਾ ਆ, ਬਾਹਰ ਜਾ ਕੇ ਹਰ ਕਿਸਮ ਦਾ ਕੰਮ ਕਰਨ ਨੂੰ ਤਿਆਰ ਆ, ਪਰ ਪੰਜਾਬ ਦੀ ਧਰਤੀ ਤੇ ਉਹ ਕੰਮ ਕਰਨ ਨੂੰ ਤਿਆਰ ਨਹੀਂ। ਸਾਨੂੰ ਜਿਹੜਾ ਪੰਜਾਬ ਦੇ ਵਿੱਚੋਂ ਅਸੀਂ ਕਿਰਤ ਦਾ ਸੱਭਿਆਚਾਰ ਖਤਮ ਕੀਤਾ ਹੈ। ਪੰਜਾਬ ਦੇ ਨਾਲ ਬਹੁਤ ਸਾਰੀਆਂ ਜ਼ਿਆਦਤੀਆਂ ਪੰਜਾਬ ਨਾਲ ਰਾਜਸੀ ਪੱਧਰ ਤੇ ਵੀ ਹੋਈਆਂ, ਪਰ ਮੈਂ ਸਮਝਦਾ ਕਿ ਜਿਹੜੀ ਪੰਜਾਬ ਨਾਲ ਅਸੀਂ ਵੱਡੀ ਜ਼ਿਆਦਤੀ ਕੀਤੀ ਦੀ, ਜਿਹਦੇ ਲਈ ਅਸੀਂ ਚਿੰਤਕ ਵੀ ਸਾਡੇ ਜ਼ਿੰਮੇਵਾਰ ਨੇ, ਸਾਡਾ ਵਿਦਿਅਕ ਢਾਂਚਾ ਵੀ ਜ਼ਿੰਮੇਵਾਰ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਕਿਰਤ ਸੱਭਿਆਚਾਰ ਨੂੰ ਖਤਮ ਕੀਤਾ। ਅਸੀਂ ਹੱਥੀਂ ਕੰਮ ਕਰਨ ਨੂੰ ਬੁਰਾ ਮੰਨਣ ਲੱਗੇ ਆ। ਅੱਜ ਸਾਡੇ ਮੁੰਡੇ ਬਾਹਰ ਜਾਣ ਨੂੰ ਭੱਜ ਰਹੇ ਨੇ, ਪਰ ਇੱਥੇ ਕਿਰਤ ਕਰਨ ਨੂੰ ਤਿਆਰ ਨਹੀਂ। ਸੂਫੀ ਜਦੋਂ ਸਾਨੂੰ ਮੱਤ ਦਿੰਦੇ ਆ, ਕਿਰਤ ਕਰਨ ਦੀ ਗੱਲ ਸਾਨੂੰ ਸਮਝਾਉਂਦੇ ਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ਾਹ ਹੁਸੈਨ ਜੀ, ਉਹ ਕਾਫੀ ਇਹਦਾ ਮੈਂ ਹਵਾਲਾ ਨਹੀਂ ਦੇ ਰਿਹਾ, ਜਿਹਦੇ ਚੋਂ ਰਾਂਝਾ ਕਰਦੀ ਜਿਵੇਂ ਆਪੇ ਰਾਂਝਾ ਹੋਈ। ਹੁਣ ਉੱਥੇ ਨਾਲ ਕੀ ਆ ਕਿ ਰਾਂਝਾ ਕਿਹੜਾ ਆ? ਉਹ ਰਾਂਝਾ ਜਿਹੜਾ ਮੱਝਾਂ ਚਾਰਨ ਵਾਲਾ ਆ। ਮੱਝੀਆਂ ਆਈਆਂ ਪਰ ਆਪ ਨਹੀਂ ਆਇਆ, ਖੈਰ ਹੋਵੇ ਵਿੱਚ ਵੇਲੇ। ਹੀਰ ਨੂੰ ਰਾਂਝੇ ਦਾ ਫਿਕਰ ਇਸ ਕਰਕੇ ਆ ਕਿ ਰਾਂਝਾ ਇੱਕ ਕਾਮਾ ਨਾਇਕ ਆ, ਕਾਮਾ ਪ੍ਰੇਮੀ ਆ। ਸੋ ਮੈਂ ਸਮਝਦਾ ਕਿ ਜਿਹੜਾ ਅਸੀਂ ਕਿਰਤ ਦਾ ਸੱਭਿਆਚਾਰ ਕੀਤਾ ਆ, ਇਹਨੂੰ ਵੀ ਸਾਨੂੰ ਸਮਝ ਲੈਣਾ ਚਾਹੀਦਾ। ਤੀਜੀ ਗੱਲ ਜਿਹੜੀ ਮੈਂ ਜੋੜਨੀ ਚਾਹੁੰਦਾ ਸੀਗਾ ਕਿ ਅੱਜ ਅਸੀਂ ਦਲਿਤ ਨੂੰ ਜਾਂ ਇਹ ਜਿਹੜੀਆਂ ਸੋ ਕਾਲਡ ਉੱਚੀਆਂ ਜਮਾਤਾਂ ਨੇ, ਉਹ ਕਿਰਤ ਕਰਨ ਵਾਲੇ ਬੰਦੇ ਨੂੰ ਵੀ, ਤੇ ਇਹ ਜਿਹਨੂੰ ਮੈਂ ਕਥਿਤ ਨੀਵੀਆਂ ਜਾਤਾਂ ਕਹਿ ਰਿਹਾ, ਜਿਹਨੂੰ ਨਫ਼ਰਤ ਕਰ ਰਹੀਆਂ ਨੇ, ਤਾਂ ਬੁੱਲਾ ਕੀ ਕਹਿ ਰਿਹਾ ਜਾਂ ਸ਼ਾਹ ਹੁਸੈਨ ਕੀ ਕਹਿ ਰਿਹਾ? ਬੁੱਲਾ ਕਹਿ ਰਿਹਾ ਕਿ ਮੈਂ ਚੋਹਰੇਟੀ ਸਾਹਿਬ ਦੇ ਦਰਬਾਰੋਂ, ਜਾਂ ਜਦੋਂ ਸ਼ਾਹ ਹੁਸੈਨ ਕਹਿ ਰਿਹਾ ਕਿ ਚੂੜੀ ਹਾਂ ਦਰਬਾਰ ਦੀ, ਗਿਆਨ ਕੀ ਸ਼ਜਲੀ ਧਿਆਨ ਕਾ ਝਾੜੂ, ਕਾਮ ਕ੍ਰੋਧ ਨਿਤ ਝਾੜਦੀ। ਰੱਬ ਦੇ ਦਰ ਤੇ ਪ੍ਰਵਾਨ ਕਿਹਨੇ ਹੋਣਾ ਆ? ਰੱਬ ਦੇ ਦਰ ਤੇ ਪ੍ਰਵਾਨ ਉੱਚੀ ਸ਼ਾਨ ਵਾਲੇ ਨੇ, ਸਜੇ ਫਜੇ ਨੇ, ਬਾਜ਼ਾਰ ਦੇ ਚਮਕਾਏ ਹੋਏ ਨੇ, ਬਾਜ਼ਾਰ ਦੇ ਲਿਸ਼ਕਾਏ ਹੋਏ ਨੇ। ਰੱਬ ਦੇ ਦਰਬਾਰ 'ਚ ਪ੍ਰਵਾਨ ਨਹੀਂ ਹੋਣਾ। ਰੱਬ ਦੇ ਦਰਬਾਰ 'ਚ ਪ੍ਰਵਾਨ ਕੀ ਹੋਇਆ ਕਿ ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ। ਹੁਣ ਮਟਮੈਲੀ ਚਾਦਰ ਵਾਲਾ ਫਕੀਰ ਪ੍ਰਵਾਨ ਹੋਣਾ ਉੱਥੇ। ਅੱਲਾ ਦੇ ਦਰਬਾਰ 'ਚ ਉਹ ਨਹੀਂ ਪ੍ਰਵਾਨ ਹੋਣੇ ਕਿ ਜਿਹੜੇ ਕਾਰਪੋਰੇਟ ਦੇ ਸਜਾਏ ਹੋਏ ਨੇ, ਜਿਹੜੇ 9 ਲੱਖੀਏ ਸੂਟ ਪਹਿਨਣ ਵਾਲੇ ਨੇ, ਇਹ ਅੱਲਾ ਦੇ ਦਰਬਾਰ 'ਚ ਪ੍ਰਵਾਨ ਨਹੀਂ ਹੋਣੇ, ਗੋਦੜੀਆਂ ਵਾਲੇ ਪ੍ਰਵਾਨ ਹੋਣੇ ਨੇ। ਸੋ ਮੈਂ ਬਾਰ-ਬਾਰ ਇਸ ਗੱਲ ਤੇ ਜ਼ੋਰ ਰਿਹਾ ਕਿ ਇਸ ਕੰਜ਼ਿਊਮਰਿਜ਼ਮ ਦੇ ਦੌਰ ਦੇ ਵਿੱਚ, ਜਿੱਥੇ ਬਾਜ਼ਾਰ ਦੇ ਸਮੂਹ ਨੇ ਸਾਨੂੰ ਇੰਨਾ ਭਟਕਾ ਦਿੱਤਾ ਆ, ਦੂਜੇ ਪਾਸੇ ਕੰਜ਼ਿਊਮਰਿਜ਼ਮ ਨੇ ਸਾਡੀਆਂ ਲੰਪਟ ਕਾਮਨਾਵਾਂ ਜਗਾ ਦਿੱਤੀਆਂ ਨੇ, ਉੱਥੇ ਸੂਫੀਆਂ ਦਾ ਸਾਦਗੀ ਦਾ, ਪਰਹੇਜ਼ਗਾਰੀ ਦਾ ਫਲਸਫਾ। ਮੈਂ ਇਹਦੇ 'ਚ ਇੱਕ ਹੋਰ ਹਵਾਲਾ ਦੇ ਦੇਣਾ ਕਿ ਸੂਫੀਆਂ ਦੀ ਸਾਦਗੀ ਦਾ ਹਵਾਲਾ ਜੇ ਦੇਣਾ ਹੋਵੇ ਜਾਂ ਸੂਫੀਆਂ ਦੀ ਪਰਹੇਜ਼ਗਾਰੀ ਦਾ ਹਵਾਲਾ ਦੇਣਾ ਹੋਵੇ, ਅੱਜ ਅਸੀਂ ਲੜਦੇ ਬੱਚੇ, ਸਾਡੇ ਬੱਚੇ ਮਾਪਿਆਂ ਨਾਲ ਲੜਦੇ ਆ। ਮੈਂ ਇਸ ਕਰਕੇ ਸੁਣਾ ਰਿਹਾ ਕਿ ਬੱਚੇ ਵੀ ਸੁਣ ਰਹੇ ਹੋਣਗੇ ਕਿ ਸਾਨੂੰ ਇਹ ਚਾਹੀਦਾ, ਸਾਨੂੰ ਉਹ ਚਾਹੀਦਾ। ਬਾਬਾ ਫਰੀਦ ਦੇ ਦਰਬਾਰ 'ਚ ਇੱਕ ਦਿਨ ਬਾਬਾ ਫਰੀਦ ਦੇ ਚੇਲੇ ਜਿਹੜੇ ਜੰਗਲ ਚੋਂ ਲੱਕੜਾਂ ਤੇ ਪੀਲੂ ਚੁਣ ਕੇ ਲਿਆਉਂਦੇ, ਤੇ ਬਾਬਾ ਫਰੀਦ ਨੂੰ ਕਹਿੰਦੇ ਕਿ ਅੱਜ ਲੂਣ ਹੈ ਨਹੀਂ ਆਪਣੇ ਦਰਬਾਰ 'ਚ, ਤੇ ਜਿਹੜੇ ਪੀਲੂ ਆ ਖੱਟੇ ਬੜੇ ਨੇ, ਇਹਨਾਂ ਨੂੰ ਉਬਾਲ ਕੇ ਖਾਣਾ ਬਹੁਤ ਮੁਸ਼ਕਿਲ ਆ, ਲੂਣ ਬਾਹਰੋਂ ਲੈ ਲਈਏ। ਬਾਬਾ ਨੇ ਕਿਹਾ ਵੀ ਬਿਲਕੁਲ ਲੂਣ ਨਹੀਂ ਲੈਣਾ। ਜਦੋਂ ਰਾਤ ਨੂੰ ਬਾਬਾ ਜੀ ਜਿਹੜਾ ਰੋਜ਼ਾ ਰੱਖਿਆ ਸੀ, ਜਦੋਂ ਰੋਜ਼ਾ ਬਾਬਾ ਜੀ ਦਾ ਸੰਪੂਰਨ ਕਰਾਉਣ ਲੱਗੇ, ਤਾਂ ਉਹਨਾਂ ਨੇ ਜਦੋਂ ਚੁਣ ਕੇ ਪੀਲੂ ਮੂੰਹ 'ਚ ਪਾਇਆ ਤਾਂ ਉਹਨਾਂ ਨੂੰ ਲੱਗਿਆ ਕਿ ਲੂਣ ਕਿਤੋਂ ਲਿਆਂਦਾ ਗਿਆ। ਉਹਨਾਂ ਨੂੰ ਥੁੱਕ ਦਿੱਤਾ ਤੇ ਇਹ ਕਿਹਾ ਕਿ ਸਾਰਾ ਖਾਣ ਵਾਸਤੇ ਜੋ ਸਮਾਨ ਬਣਾਇਆ ਸੀ ਬਾਹਰ ਸੁੱਟ ਦਿਓ, ਮੰਗਵਾ ਤਾਂ ਕਿਸੇ ਤੋਂ ਲੂਣ ਨਹੀਂ ਲੈਣਾ। ਤੇ ਅਸੀਂ ਅੱਜ ਹਰ ਚੀਜ਼ ਮੰਗਵੀਂ ਭਾਲਦੇ ਹਾਂ, ਅਸੀਂ ਹਰ ਚੀਜ਼ ਰੈਡੀਮੇਡ ਸਮਝ ਭਾਲਦੇ ਹਾਂ। ਸੋ ਮੈਨੂੰ ਲੱਗਦਾ ਆ ਕਿ
ਚਾਹੇ ਉਹ ਜਾਤੀ ਅਭਿਮਾਨ ਦੀ ਗੱਲ ਹੋਵੇ, ਚਾਹੇ ਉਹ ਸਬਰ ਸਬੂਰੀ ਦੀ ਗੱਲ ਹੋਵੇ। ਤੇ ਇਹਦੇ ਨਾਲ ਮੈਂ ਜੋੜਦੇ ਆ ਗੱਲ ਹੋਰ ਕਿ ਪੰਜਾਬੀ ਸੂਫੀ ਕਵੀ ਦੀ ਮੰਗ ਕਿੱਡੀ ਕਾ। ਹੀਰ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ ਤਾਂ ਹੀਰ ਕੀ ਕਹਿੰਦੀ ਆ ਕਿ ਮੈਨੂੰ ਰਾਂਝਾ ਦੇ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਸ਼ਾਹ ਹੁਸੈਨ ਕੀ ਕਹਿ ਰਿਹਾ? ਸ਼ਾਹ ਹੁਸੈਨ ਬਹੁਤ ਨਗੂਣੀਆਂ ਚੀਜ਼ਾਂ ਦੀ ਮੰਗ ਕਰ ਰਿਹਾ। ਜਦੋਂ ਉਹ ਕਹਿੰਦਾ ਵੀ ਚਾਟੀ ਦੇਈ ਖੰਡ ਦੀ, ਜਾਨ ਦੇਈ ਧਿਆਨ ਦੇਈ, ਮਹਿਮਾ ਸਾਧੂ ਸੰਗ ਦੀ, ਮੰਗਦਾ ਕੀ ਆ? ਉਹ ਕਹਿੰਦਾ ਕਿ ਮੈਨੂੰ ਪੋਸਟ ਦੇ ਦੇ, ਥੋੜੀ ਜੀ ਮੈਨੂੰ ਜਿਹੜਾ ਹੈਗਾ ਨਸ਼ੇ ਵਾਲੀਆਂ ਚੀਜ਼ਾਂ ਦੇ ਦੇ, ਬਹੁਤ ਨਗੂਣੀਆਂ ਚੀਜ਼ਾਂ। ਜਾਂ ਜਦੋਂ ਸ਼ਾਹ ਹੁਸੈਨ ਇਹ ਕਹਿ ਰਿਹਾ ਕਿ ਮੇਰੀ ਹਾਲਤ ਕੀ ਆ, ਕਹਿੰਦਾ ਮੀਣੀ ਢੱਗੀ ਨਾਮ ਸਾਈਂ ਦਾ, ਅੰਦਰ ਬਹਿ ਕੇ ਚੋ ਪਾਏਗਾ ਦੀਦਾਰ ਸਾਹਿਬ ਦਾ, ਫਕੀਰਾ ਹੋਰ ਵੀ ਨਹੀਂ ਨਾ ਹੋ। ਜਾਂ ਕਹਿੰਦਾ ਕਿ ਚੁੱਲ੍ਹੇ ਪਿੱਛੇ 5 ਕਸੀਰੇ ਮੈਂ ਤਾਣਾ ਕਿਉਂ ਕੱਤਣੀ, ਪੈਰੀ ਮੇਰੇ ਲਾਲ ਦਿੱਤੀ ਮੈਂ ਤਾਣਾ ਕਿਉਂ ਕੱਤਣੀ। ਸੋ ਜਿਹੜੀ ਇਹ ਸਾਦਗੀ ਸੀ ਇਸ ਦੌਰ ਦੇ ਵਿੱਚ, ਮੈਂ ਸਮਝਦਾ ਕਿ ਇਹਦਾ ਬਹੁਤ ਵੱਡਾ ਇੱਕ ਮਹੱਤਵ ਆ। ਇਹਦੇ ਨਾਲ ਮੈਂ ਫਿਰ ਪੰਜਾਬ ਦੇ ਦ੍ਰਿਸ਼ ਤੇ ਵੀ ਆਉਣਾ ਚਾਹੁੰਦਾ ਹੁਣ ਕਿ ਜੇ ਅਸੀਂ ਪੰਜਾਬ ਦੇ ਦ੍ਰਿਸ਼ ਤੇ ਆ ਗਏ ਤਾਂ ਅੱਜ ਪੰਜਾਬ ਜਿਹੜਾ ਮੈਂ ਸਮਝਦਾ ਕਿ ਬਹੁਤ ਬੁਰੀ ਤਰ੍ਹਾਂ ਬਾਜ਼ਾਰ ਦੀ ਗ੍ਰਿਫਤ ਵਿੱਚ ਆ, ਉਪਭੋਗੀ ਸੱਭਿਆਚਾਰ ਦੀ ਗ੍ਰਿਫਤ ਵਿੱਚ ਆ ਚੁੱਕਾ ਪੰਜਾਬ। ਧਨ ਦੌਲਤ ਇਕੱਠਾ ਕਰਨ ਦੇ ਲਈ ਅਸੀਂ ਹਰ ਕਿਸਮ ਦੇ ਰਾਹ ਅਪਣਾਉਣ ਨੂੰ ਤਿਆਰ ਆ। ਔਰ ਸੱਭਿਆਚਾਰਕ ਪ੍ਰਦੂਸ਼ਣ ਦੀ ਜਿੱਥੋਂ ਤੱਕ ਗੱਲ ਆ ਕਿ ਸਾਡੇ ਗੀਤਾਂ ਦੇ ਵਿੱਚ ਹਥਿਆਰ ਆ ਗਏ ਨੇ, ਹਿੰਸਾ ਸਾਡੇ ਗੀਤਾਂ 'ਚ ਆ ਵੜੀ, ਕਾਮਕਤਾ ਸਾਡੇ ਗੀਤਾਂ 'ਚ ਆ ਵੜੀ, ਤੇ ਅੰਧ ਧਾਰਮਿਕਤਾ ਸਾਡੇ ਗੀਤਾਂ ਵਿੱਚ ਆ ਵੜੀ। ਅੱਜ ਪੰਜਾਬੀ ਸੱਭਿਆਚਾਰ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਜੇ ਗਾਇਕੀ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਤਾਂ ਹਿੰਸਾ, ਕਾਮਕਤਾ ਤੇ ਅੰਧ ਧਾਰਮਿਕਤਾ ਇਹਦਾ ਚਲਣ ਬਹੁਤ ਆ ਪੰਜਾਬ ਦੇ ਵਿੱਚ। ਪਰ ਜਦੋਂ ਅਸੀਂ ਇਹਦੇ ਮੁਕਾਬਲੇ ਤੇ ਦੇਖਦੇ ਹਾਂ, ਸੂਫੀ ਤਗੀਏ ਦਾ ਮਾਡਲ ਕੀ ਸੀ, ਸੂਫੀ ਦਾਇਰਾ ਕੀ ਸੀ, ਜਾਂ ਸੂਫੀ ਡੇਰੇ ਦਾ ਸੱਭਿਆਚਾਰ ਕੀ ਸੀ? ਸੰਜਮ ਵਾਲਾ, ਸਾਦਗੀ ਵਾਲਾ, ਸਬਰ ਸਬੂਰੀ ਵਾਲਾ। ਔਰ ਇੱਥੇ ਤੱਕ ਕਿ ਜੇ ਕੋਈ ਕਿਸੇ ਬਾਦਸ਼ਾਹ ਨੇ ਕਿਸੇ ਸੂਫੀ ਨੂੰ ਕੋਈ ਕੀਮਤ ਦੇਣ ਦੀ ਕੋਸ਼ਿਸ਼ ਕੀਤੀ, ਕੋਈ ਜਗੀਰ ਦੇਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਨੇ ਲੈਣ ਤੋਂ ਇਨਕਾਰ ਕੀਤਾ। ਜਦੋਂ ਦਿੱਲੀ ਦਾ ਬਾਦਸ਼ਾਹ ਬਲਬਨ ਨਹੀਂ ਕੋਈ ਹੋਰ ਸੀ, ਇਹ ਜਾਣਾ ਚਾਹੁੰਦਾ ਨਿਜ਼ਾਮੁਦੀਨ ਔਲੀਆ ਦੇ ਕੋਲ, ਨਿਜ਼ਾਮੁਦੀਨ ਔਲੀਆ ਨੂੰ ਬਾਰ-ਬਾਰ ਸੁਨੇਹੇ ਭੇਜਦਾ ਕਿ ਮੈਂ ਤੁਹਾਡੇ ਕੋਲ ਆਉਣਾ। ਉਹਨੇ ਕਿਹਾ ਵੀ ਮੈਂ ਦਰਵੇਸ਼ ਬੰਦਾ, ਤੂੰ ਬਾਦਸ਼ਾਹ ਦੁਨੀਆ ਦਾ, ਮੈਂ ਗਰੀਬ ਨਵਾਜ਼, ਮੈਂ ਗਰੀਬ ਨਵਾਣਾ ਬੰਦਾ, ਤੈਨੂੰ ਕੀ ਦੇ ਸਕਦਾ। ਪਰ ਜਦੋਂ ਦਿੱਲੀ ਦਾ ਹੁਕਮਰਾਨ ਨਹੀਂ ਟਲਿਆ ਤਾਂ ਅਮੀਰ ਖੁਸਰੋ ਨੇ ਦੱਸ ਦਿੱਤਾ ਕਿ ਕੱਲ ਬਾਦਸ਼ਾਹ ਨਿਜ਼ਾਮੁਦੀਨ ਔਲੀਆ ਸਾਹਿਬ ਦਰਗਾਹ ਤੇ ਆਏਗਾ, ਤੇ ਨਿਜ਼ਾਮੁਦੀਨ ਔਲੀਆ ਉਹ ਦਰਗਾਹ ਸਾੜ ਕੇ ਉਜਾੜ ਕੇ ਦੌੜ ਜਾਂਦੇ ਆ, ਬਾਹਰ ਚਲ ਜਾਂਦੇ ਆ। ਦੂਜੇ ਦਿਨ ਜਦੋਂ ਅਮੀਰ ਖੁਸਰੋ ਤੇ ਬਾਦਸ਼ਾਹ ਆਉਂਦੇ ਆ, ਬਾਦਸ਼ਾਹ ਅਮੀਰ ਖੁਸਰੋ ਵੱਲ ਬੜੀ ਕਹਿਰ ਭਰੀ ਨਜ਼ਰ ਨਾਲ ਦੇਖਦਾ ਕਿ ਇਹ ਤੈਨੂੰ ਪਤਾ ਸੀ, ਤੇਰੇ ਤੋਂ ਬਿਨਾਂ ਹੋਰ ਕਿਸੇ ਕੋਲ ਖਬਰ ਨਹੀਂ ਸੀ। ਨਿਜ਼ਾਮੁਦੀਨ ਔਲੀਆ ਜੇ ਛੱਡ ਕੇ ਚਲੇ ਗਏ ਦਰਗਾਹ ਤੇ ਤੂੰ ਖਬਰ ਕੀਤੀ ਹੋਣੀ ਆ। ਉਹ ਸਿਰ ਝੁਕਾ ਦਿੰਦਾ ਕਿ ਬਾਦਸ਼ਾਹ ਤੇਰੇ ਕੋਲ ਤਲਵਾਰ ਆ, ਮੇਰੇ ਕੋਲ ਸਿਰ ਆ, ਤੂੰ ਮੇਰਾ ਸਿਰ ਲੈ ਸਕਦਾ ਆ, ਪਰ ਤੂੰ ਮੇਰਾ ਈਮਾਨ ਨਹੀਂ ਸੀ ਲੈ ਸਕਦਾ। ਤੂੰ ਮੇਰਾ ਈਮਾਨ ਨਹੀਂ ਸੀ ਲੈ ਸਕਦਾ। ਉਹ ਕਹਿੰਦਾ ਕਿ ਮੈਂ ਧਰਮ ਦੀ ਰਾਖੀ ਲਈ, ਆਪਣੇ ਈਮਾਨ ਦੀ ਰਾਖੀ ਲਈ ਸਿਰ ਦੇ ਸਕਦਾ ਹੈ। ਅੱਜ ਅਸੀਂ ਕੀ ਕਰ ਰਹੇ ਹਾਂ? ਅੱਜ ਅਸੀਂ ਜਿੰਨਾ ਸੱਤਾਵਾਨ ਲੋਕਾਂ ਦੇ ਪਿੱਛੇ ਪਿੱਛੇ ਫਿਰਦੇ ਹਾਂ। ਔਰ ਖਾਸ ਤੌਰ ਤੇ ਪੰਜਾਬੀ ਦੇ ਪੋਇਟ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬੀ ਦੇ ਪੋਇਟ ਨੂੰ ਜਿਹੜਾ ਸੂਫੀ ਤੋਂ ਸੰਦੇਸ਼ ਲੈ ਲੈਣਾ ਚਾਹੀਦਾ ਆ ਕਿ ਜਿਵੇਂ ਸੱਤਾ ਦੇ ਪ੍ਰਲੋਭਨ ਪਿੱਛੇ ਅਸੀਂ ਭੱਜਦੇ ਆ, ਅਨਾਮਾ ਸਰਨਵਾਨਾ ਪਿੱਛੇ ਜਿਵੇਂ ਅਸੀਂ ਭੱਜਦੇ ਆ, ਇਸ ਤਰ੍ਹਾਂ ਜਿਹੜੀ ਹੈਗੀ ਆ ਸਾਡੀ ਜਿਹੜੀ ਇੱਕ ਹੋੜ ਲੱਗੀ ਆ, ਸਾਡੀ ਇੱਕ ਦੌੜ ਲੱਗੀ ਆ ਵੱਧ ਤੋਂ ਵੱਧ ਧਨ ਦੌਲਤ ਇਕੱਠਾ ਕਰਨ ਦੀ। ਇਹ ਸਾਰਾ ਕੁਝ ਸਾਨੂੰ ਸੂਫੀ ਕਵਿਤਾ ਦੇ ਵਿੱਚੋਂ ਤੇ ਸੂਫੀਆਂ ਦੀ ਜਿਹੜੀ ਆ ਰੋਜ਼ਮਰਾ ਦੀ ਜ਼ਿੰਦਗੀ ਉਹਦੇ ਚ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਇਹਦੇ ਨਾਲ ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਨੀ ਚਾਹੁੰਦਾ ਕਿ ਅੱਜ ਸੱਤਾ ਦੇ ਗਲਿਆਰਿਆਂ ਨੇ, ਬਾਜ਼ਾਰ ਦੀ ਚਮਕ ਨੇ, ਇਨਾਮਾਂ ਸਨਮਾਨਾਂ ਦੀ ਦੌੜ ਨੇ ਪੰਜਾਬੀ ਲੇਖਕ ਦੀ ਇੱਕ ਤਰ੍ਹਾਂ ਦੀ ਜ਼ੁਬਾਨਬੰਦੀ ਕੀਤੀ ਹੋਈ ਆ। ਉਹ ਕੜਵਾਹਟ, ਕੌੜਾਪਣ ਲੇਖਕ ਦੇ ਕੋਲੇ ਜਿਹੜਾ ਹੋਣਾ ਚਾਹੀਦਾ, ਜਿਹੜੀ ਇੱਕ ਨਾਬਰੀ ਹੁੰਦੀ ਆ ਲੇਖਕ ਕੋਲੇ, ਜਿਹੜੀ ਸੂਫੀਆਂ ਕੋਲੇ ਸੀ। ਜਿਸ ਕਿਸਮ ਦੀ ਨਾਬਰੀ ਸੂਫੀ ਦਿਖਾਉਂਦੇ ਰਹੇ ਆਪਣੇ ਵੇਲੇ ਦੀ ਸੱਤਾ ਨੂੰ, ਪੰਜਾਬੀ ਲੇਖਕ ਨੂੰ ਸੂਫੀਆਂ ਦੀ ਉਸ ਨਾਬਰੀ ਤੋਂ ਵੀ ਸਬਕ ਲੈਣ ਦੀ ਲੋੜ ਆ। ਮੈਂ ਸਮਝਦਾ ਕਿ ਇੱਕ ਗੱਲ ਮੈਂ ਹੋਰ ਹਵਾਲੇ ਨਾਲ ਸਪਸ਼ਟ ਕਰ ਦਿਆਂ ਕਿ ਸੂਫੀ ਤੇ ਹਿੰਸਾ ਦਾ ਸੰਬੰਧ ਕੀ ਆ। ਅੱਜ ਜਿਹੜਾ ਦੌਰ ਆ ਇਹ ਕਈ ਕਿਸਮ ਦੀ ਹਿੰਸਾ ਦਾ ਦੌਰ ਆ। ਇਹ ਹਥਿਆਰਾਂ ਦੀ ਹਿੰਸਾ ਦਾ ਵੀ ਦੌਰ ਆ, ਇਹ ਵਿਚਾਰਾਂ ਦੀ ਹਿੰਸਾ ਦਾ ਵੀ ਦੌਰ ਆ, ਤੇ ਦੂਜੇ ਪਾਸੇ ਇਹ ਬਾਜ਼ਾਰ ਦੀ ਹਿੰਸਾ ਦਾ ਵੀ ਦੌਰ ਆ।
ਪਰ ਇਹਦੇ ਮੁਕਾਬਲੇ ਤੇ ਜਦੋਂ ਮੈਂ ਦੇਖਦਾ ਕਿ ਸੂਫੀ ਕਿਸੇ ਕਿਸਮ ਦੀ ਹਿੰਸਾ ਨੂੰ ਸਵੀਕਾਰ ਨਹੀਂ ਕਰਦਾ, ਕਿਉਂਕਿ ਜਿਹੜਾ ਸੂਫੀਆਂ ਦਾ ਸਮਾਂ ਮੱਧ ਕਾਲ ਦਾ ਸਮਾਂ ਆ, ਤੇ ਮੱਧ ਕਾਲ 'ਚ ਰਾਜ ਸ਼ਕਤੀ ਜਿਹੜੀ ਸੀਗੀ ਉਹ ਹਿੰਸਾ ਦੇ ਉੱਤੇ ਟਿਕੀ ਹੋਈ ਸੀ, ਤਲਵਾਰ ਦੇ ਉੱਤੇ ਟਿਕੀ ਹੋਈ ਸੀ। ਪ੍ਰੋਫੈਸਰ ਚੌਥੀ ਰਾਮ ਜਾਦਵ ਬਹੁਤ ਸਹੀ ਕਹਿੰਦੇ ਆ ਕਿ ਜਦੋਂ ਮਿਡਲ ਈਸਟ ਵਿੱਚੋਂ ਮੁਗਲ ਤੇ ਪਠਾਨ ਤੇ ਤੁਰਕ ਹਾਕਮ ਆਏ ਤਾਂ ਉਹਨਾਂ ਦੇ ਹੱਥ ਵਿੱਚ ਤਲਵਾਰ ਸੀ, ਸੱਤਾ ਪ੍ਰਾਪਤ ਕਰਨ ਲਈ ਉਹ ਗਲਾ ਵੱਢਦੇ ਸੀ। ਪਰ ਉਹਨਾਂ ਦੇ ਪਿੱਛੇ ਪਿੱਛੇ ਸੂਫੀ ਆਏ, ਉਹਨਾਂ ਕੋਲੇ ਅੰਮ੍ਰਿਤ ਦਾ ਘੜਾ ਸੀ। ਇੱਕ ਹੋਰ ਹਵਾਲੇ ਰਾਹੀਂ ਗੱਲ ਸਮਝ ਲਓ, ਹਿੰਦੁਸਤਾਨ ਦੇ ਵਿੱਚ ਜਿਹੜਾ ਸਭ ਤੋਂ ਪੁਰਾਣਾ ਸੂਫੀ ਚਿੱਤਰ ਮਿਲਦਾ ਆ 1700 ਸਮਥਿੰਗ ਦਾ ਆ, ਪ੍ਰੋਫੈਸਰ ਹਰੀਸ਼ ਜੈਨ ਉਹਨਾਂ ਨੇ ਮੇਰੀ ਪੰਜਾਬੀ ਸੂਫੀ ਕਵਿਤਾ ਕਿਤਾਬ ਤੇ ਛਾਪਿਆ ਹੋਇਆ ਚਿੱਤਰ, ਹਿੰਦੁਸਤਾਨ 'ਚ ਮਿਲਣ ਵਾਲਾ ਸੂਫੀਆਂ ਬਾਰੇ ਸਭ ਤੋਂ ਪੁਰਾਣਾ ਚਿੱਤਰ ਆ। ਉਹਦੇ 'ਚ ਕੁਝ ਸੂਫੀ ਜੰਗਲ 'ਚ ਬੈਠੇ ਨੇ, ਸਲਾਹ ਮਸ਼ਵਰਾ ਕਰ ਰਹੇ ਨੇ, ਖਾ ਪੀ ਰਹੇ ਨੇ, ਉਹਨਾਂ ਦੇ ਕੋਲ ਗਊ ਬੈਠੀ ਆ, ਉਹਨਾਂ ਕੋਲ ਸ਼ੇਰ ਬੈਠਾ ਆ, ਸੱਪ ਬੈਠਾ ਆ, ਬਾਘ ਬੈਠਾ ਆ। ਜੰਗਲ ਦੇ ਵਿੱਚ ਸੂਫੀ ਜੰਗਲ 'ਚ ਰਹਿ ਰਿਹਾ ਆ। ਸੂਫੀ ਨੇ ਇੱਕੋ ਭਾਈਚਾਰੇ ਵਿੱਚ ਰਹਿਣਾ ਆ। ਅਸੀਂ ਇੱਕੋ ਭਾਈਚਾਰੇ 'ਚ ਨਹੀਂ ਰਹਿ ਰਹੇ, ਇਸੇ ਕਰਕੇ ਕਰੋਨਾ ਭੋਗ ਰਹੇ ਆ, ਇਸੇ ਕਰਕੇ ਕੈਂਸਰ ਭੁਗਤ ਰਹੇ ਆ। ਅਸੀਂ ਹਵਾ ਨੂੰ, ਮਿੱਟੀ ਨੂੰ, ਧਰਤੀ ਨੂੰ, ਸਭ ਕੁਝ ਨੂੰ, ਪਾਣੀ ਨੂੰ ਪੋਲੂਟ ਕਰ ਰਿਹਾ ਆ। ਸੂਫੀ ਜਿਹੜਾ ਇੱਕੋ ਭਾਈਚਾਰੇ 'ਚ ਰਹਿ ਰਿਹਾ, ਜੰਗਲ 'ਚ ਰਹਿ ਰਿਹਾ, ਜਾਨਵਰਾਂ 'ਚ ਰਹਿ ਰਿਹਾ। ਔਰ ਤੀਜੀ ਦਿਲਚਸਪ ਗੱਲ ਆ ਕਿ ਸੂਫੀ ਦੇ ਦਰਬਾਰ ਵਿੱਚ ਖੂੰਖਾਰ ਜਾਨਵਰ ਵੀ ਖੂੰਖਾਰ ਨਹੀਂ ਰਹਿੰਦੇ। ਗਊ ਤੇ ਸ਼ੇਰ ਇਕੱਠੇ ਬੈਠੇ ਨੇ, ਸੱਪ, ਬੱਕਰੀ ਤੇ ਬਘੇਲੇ ਇਕੱਠੇ ਬੈਠੇ ਨੇ। ਮੈਂ ਯਾਰਿਆ ਸੀ ਫਤਿਹਪੁਰ ਸ਼ਖਾਵਤੀ ਨੂੰ। ਫਤਿਹਪੁਰ ਸ਼ਖਾਵਤੀ ਦੇ ਬਾਹਰ ਸੂਫੀਆਂ ਦਾ ਇੱਕ ਬਹੁਤ ਵੱਡਾ ਡੇਰਾ ਆ। ਉੱਥੇ ਜਾ ਕੇ ਦੇਖਿਆ ਤਾਂ ਉਸ ਡੇਰੇ 'ਚ ਇੱਕ ਸੂਫੀ ਦਾ ਦਰਬਾਰ, ਇੱਕ ਸੂਫੀ ਦੀ ਦਰਗਾਹ, ਸੂਫੀ ਦਾ ਮਕਬਰਾ ਆ ਤੇ ਨਾਲ ਹੀ ਸ਼ੇਰ ਦਾ ਮਕਬਰਾ ਆ। ਬੜੀ ਦਿਲਚਸਪ ਮਿੱਥ ਸੁਣਾਈ ਮੈਨੂੰ ਉਹਨਾਂ ਨੇ। ਮੈਨੂੰ ਉਹ ਕਹਿਣ ਲੱਗੇ ਕਿ ਇਹ ਸੂਫੀ ਅਫਗਾਨਿਸਤਾਨ ਦਾ ਬਾਦਸ਼ਾਹ ਸੀ। ਦੇਖੋ, ਅਸੀਂ ਸਾਡੇ ਲੋਕ ਮਨ ਨੇ ਸਵੀਕਾਰ ਕੀ ਕੀਤਾ, ਸਾਡੇ ਲੋਕ ਮਨ ਦੇ ਵਿੱਚ, ਸਾਡੇ ਚੇਤਨ ਦੇ ਵਿੱਚ ਬਾਦਸ਼ਾਹ ਦਾ ਇੰਨਾ ਵੱਡਾ ਪ੍ਰਭਾਵ ਆ ਕਿ ਅਸੀਂ ਬਾਹਰੋਂ ਆਉਣ ਵਾਲੇ ਸੂਫੀਆਂ ਨੂੰ ਬਾਦਸ਼ਾਹ ਦੇ ਪੁੱਤਰ ਮੰਨ ਲੈਂਦੇ ਹਾਂ। ਬਾਬਾ ਫਰੀਦ ਦਾ ਵੀ ਅਸੀਂ ਪਿਛੋਕੜ ਬਾਦਸ਼ਾਹਾਂ ਨਾਲ ਜੋੜ ਦਿੰਦੇ ਹਾਂ, ਹਾਲਾਂਕਿ ਬਾਬਾ ਫਰੀਦ ਤਾਂ ਇੱਕ ਬਾਦਸ਼ਾਹ ਦਾ ਜਵਾਈ ਹੋ ਕੇ ਵੀ ਬਾਦਸ਼ਾਹ ਨਹੀਂ ਬਣਿਆ। ਸੋ ਉਹ ਮਿੱਥ ਇਹ ਕਹਿੰਦੀ ਆ ਕਿ ਬਾਹਰੋਂ ਇੱਕ ਸੂਫੀ ਆਇਆ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਸੀ, ਸ਼ੇਰ ਦੇ ਉੱਤੇ ਚੜ ਕੇ ਆਇਆ, ਸ਼ੇਰ ਦੀ ਸਵਾਰੀ ਸੀ, ਉੱਥੇ ਆ ਕੇ ਟਿਕ ਗਿਆ। ਕੁਝ ਦਿਨ ਉੱਥੇ ਬੈਠਾ ਰਿਹਾ, ਭਗਤੀ ਕਰਦਾ ਰਿਹਾ। ਲੋਕਾਂ ਨੂੰ ਫਿਕਰ ਪਿਆ ਵੀ ਇਹ ਦਰਵੇਸ਼ ਕਿਤੇ ਸਾਨੂੰ ਬਦਦੁਆ ਨਾ ਦੇ ਦੇਵੇ। ਲੋਕ ਸ਼ਹਿਰ ਦੇ ਇਕੱਠੇ ਹੋ ਕੇ ਆਏ। ਇਹ ਸ਼ਖਾਵਤੀ ਦਾ ਇਲਾਕਾ ਆ, ਹਿੰਦੂਆਂ ਦਾ ਇਲਾਕਾ, ਹਿੰਦੂ ਰਾਜਪੂਤਾਂ ਦਾ ਇਲਾਕਾ ਆ। ਉਹਨਾਂ ਨੇ ਕਿਹਾ ਵੀ, ਫਕੀਰ ਨੂੰ ਕਿਹਾ ਵੀ ਤੁਸੀਂ ਰੋਟੀ ਪਾਣੀ ਖਾ ਲਓ। ਉਹ ਕਹਿੰਦਾ ਵੀ ਮੈਂ ਤਾਂ ਖਾਊਂਗਾ, ਪਹਿਲਾਂ ਮੇਰੇ ਸ਼ੇਰ ਨੂੰ ਖਵਾਓ। ਉਹ ਕਹਿਣ ਲੱਗਿਆ ਕਿ ਅਸੀਂ ਹਿੰਦੂ ਹਾਂ, ਅਸੀਂ ਤਾਂ ਗਊਆਂ ਦੀ ਪੂਜਾ ਕਰਦੇ ਹਾਂ, ਅਸੀਂ ਗਊ ਕਿਵੇਂ ਖਾਣ ਨੂੰ ਦੇ ਸਕਦੇ ਹਾਂ। ਤਾਂ ਦਰਵੇਸ਼ ਨੇ ਕਿਹਾ ਵੀ ਠੀਕ ਆ, ਜੇ ਮੇਰਾ ਸ਼ੇਰ ਭੁੱਖਾ ਰਹੇਗਾ ਤੇ ਮੈਂ ਵੀ ਨਹੀਂ ਖਾਵਾਂਗਾ ਕੁਛ। ਲੋਕ ਡਰ ਗਏ ਕਿ ਫਕੀਰ ਬਦਦੁਆ ਨਾ ਦੇਵੇ। ਉਹਨਾਂ ਨੇ ਰਲ ਕੇ ਫੈਸਲਾ ਕੀਤਾ ਵੀ ਚਲੋ ਇੱਕ ਬੱਚਾ ਵੀ ਭੇਟ ਕਰ ਦਿਓ ਫਕੀਰ ਨੂੰ, ਉਹ ਆਪਣੇ ਸ਼ੇਰ ਨੂੰ ਖਵਾ ਲਵੇ ਤੇ ਗਾਂ ਤੁਰ ਜੇ। ਉਹ ਜਾ ਕੇ ਉਹਦੇ ਕੋਲ ਹੱਥ ਵੱਧ ਕੇ ਕਹਿੰਦੇ ਆ ਕਿ ਬਾਬਾ ਜੀ ਆ ਲਓ ਬੱਚਾ, ਇਹ ਆਪਣੇ ਸ਼ੇਰ ਨੂੰ ਖਵਾ ਲਓ ਤੇ ਤੁਸੀਂ ਆ ਲੰਗਰ ਪਾਣੀ ਛਕੋ ਤੇ ਚਲੋ ਇੱਥੋਂ ਗਾਂ ਅਗਲੇ ਪਿੰਡ। ਤਾਂ ਫਕੀਰ ਉਹਨਾਂ ਨੂੰ ਪੁੱਛਦਾ ਆ ਕਿ ਤੁਸੀਂ ਸਾਰਾ ਸ਼ਹਿਰ ਤਾਂ ਸਹਿਮਤ ਨਹੀਂ ਇਸ ਗੱਲ ਤੇ। ਉਹ ਕਹਿਣ ਲੱਗੇ ਵੀ ਨਹੀਂ, ਸਾਰਾ ਸ਼ਹਿਰ ਸਹਿਮਤ ਆ। ਉਹ ਕਹਿੰਦਾ ਵੀ ਨਹੀਂ, ਇੱਕ ਬੰਦਾ ਨਹੀਂ ਸਹਿਮਤ। ਮੈਂ ਇੱਥੇ ਆ ਕਿ ਉਹ ਬੰਦਾ ਦੀਵਾਰ ਦੇ ਉੱਤੇ ਬੈਠਾ ਸੀ ਤੇ ਜਦੋਂ ਦਰਵੇਸ਼ ਨੇ ਕਿਹਾ ਕਿ ਭਾਈ ਤੂੰ ਵੀ ਆ ਜਾ, ਤਾਂ ਉਹ ਦੀਵਾਰ ਚੱਲ ਪਈ। ਦੇਖੋ ਕਿੰਨੀ ਸਮਤਾ ਹੈ ਗੁਰੂ ਨਾਨਕ ਦੇ, ਜਿਹੜੀ ਬਟਾਲੇ ਵਾਲੀ ਕੰਧ ਦੇ ਤੁਰ ਜਾਣ ਦੀ, ਉਸੇ ਕਿਸਮ ਦੀ ਇਹ ਮਿੱਥ ਆ। ਪਰ ਮੈਂ ਇਸ ਮਿੱਥ ਨੂੰ ਉਹਨਾਂ ਅਰਥਾਂ 'ਚ ਨਹੀਂ ਦੇਖ ਰਿਹਾ। ਮੈਂ ਸਿਰਫ ਇਹ ਦੇਖ ਰਿਹਾ ਕਿ ਜਦੋਂ ਉਹਨਾਂ ਨੇ ਬੱਚਾ ਛੱਡਿਆ ਸ਼ੇਰ ਦੇ ਅੱਗੇ, ਤਾਂ ਸ਼ੇਰ ਬੱਚੇ ਨਾਲ ਖੇਡਣ ਲੱਗ ਗਿਆ, ਬੱਚੇ ਨਾਲ ਖੇਡਣ ਲੱਗ ਗਿਆ। 2 ਦਿਨ ਖੇਡਦੇ ਰਹੇ, ਲੋਕ ਬੜੇ ਹੈਰਾਨ ਹੋਏ। ਮੈਂ ਕਹਿਣਾ ਕੀ ਚਾਹੁੰਦਾ ਕਿ ਸੂਫੀ ਦੀ ਹਾਜ਼ਰੀ 'ਚ ਹਿੰਸਾ ਨਹੀਂ ਹੋ ਸਕਦੀ। ਸੂਫੀ ਦੀ ਹਾਜ਼ਰੀ 'ਚ ਹਿੰਸਕ ਤੋਂ ਹਿੰਸਕ ਜਾਨਵਰ ਵੀ ਸਰ ਤੁਹਾਡੀ ਵੀਡੀਓ ਰੁਕ ਗਈ ਹੈ। ਸੁਖਦੇਵ ਸਰ, ਮੇਰੀ ਆਵਾਜ਼ ਸੁਣ ਰਹੇ ਤੁਸੀਂ? ਹੈਲੋ।
ਜ਼ਾਤ ਗੋਤ ਤੇ ਨਸਲ ਦੇ ਨਾਮ ਨੂੰ ਲੈ ਕੇ ਤੇ ਬਹੁਤ ਤਵੱਸਬ ਨੇ, ਬਹੁਤ ਤਿੱਖੀਆਂ ਵੰਡਾਂ ਨੇ। ਇੱਥੇ ਜਿਹੜਾ ਸੂਫੀਆਂ ਦਾ ਸੀਗਾ ਉਹ ਵਹਿਦਤਲ ਵਜੂਦ ਦਾ ਫਲਸਫਾ, ਜਿਹਨੂੰ ਬੁੱਲਾ ਕਹਿੰਦਾ ਕਿ ਜਦੋਂ ਮੈਂ ਵਹਿਦਤਲ ਵਜੂਦ ਦਾ ਫਲਸਫਾ ਅਡਾਪਟ ਕਰ ਲਿਆ ਤੇ ਮੈਨੂੰ ਸਾਰਾ ਕੁਝ ਭੁੱਲ ਗਿਆ। ਜਿੱਥੇ ਉਹ ਕਹਿੰਦਾ ਕਿ ਮੋਮਨ ਕਾਫਰ ਮੈਨੂੰ ਦੋਏ ਨਾ ਦਿਸਦੇ ਵਹਿਦਤ ਦੇ ਵਿੱਚ ਆ ਕੇ। ਅੱਜ ਹਿੰਦੁਸਤਾਨ ਨੂੰ ਮੋਮਨ ਸਵੀਕਾਰ ਨਹੀਂ। ਅੱਜ ਹਿੰਦੁਸਤਾਨ ਦਾ ਉਹ ਭਾਈਚਾਰਾ ਜਿਹਨਾਂ ਨੂੰ ਕਦੇ ਕਾਫਰ ਮੰਨਦੇ ਸੀ ਲੋਕ, ਅੱਜ ਹਿੰਦੁਸਤਾਨ ਦਾ ਵੱਡਾ ਭਾਈਚਾਰਾ ਕੁਝ ਕੁ ਮੋਮਨਾਂ ਨੂੰ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ। ਇਹ ਮੋਮਨ ਕਾਫਰ ਦੀ ਵੰਡ ਤਾਂ ਹੀ ਭੁੱਲੇਗੀ ਜੇ ਅਸੀਂ ਸੂਫੀਆਂ ਦਾ ਵਹਿਦਤਲ ਵਜੂਦ ਦਾ ਫਲਸਫਾ ਧਿਆਨ 'ਚ ਰੱਖਾਂਗੇ। ਮੇਰੇ ਖਿਆਲ 'ਚ ਮੈਂ ਆਪਣੀ ਗੱਲ ਹੁਣ ਇੱਥੇ ਇੱਕ ਸਮੇਟਾਂ ਤਾਂ ਕਿ ਸਾਥੀ ਸਵਾਲ ਕਰ ਸਕਣ। ਡਾਕਟਰ ਸਾਹਿਬ, ਆਪਾਂ ਸਵਾਲ ਜਿਹੜੇ ਸਾਥੀਆਂ ਦੇ ਆ ਗਏ ਨੇ ਟੈਕਸਟ ਦੇ ਰੂਪ ਦੇ ਵਿੱਚ ਜੀ, ਤੇ ਆਪਾਂ ਉਹ ਸਵਾਲ ਇਕੱਠੇ ਲੈ ਲਈਏ ਕਿ ਇੱਕ ਕਰਕੇ ਤੁਹਾਨੂੰ ਇੱਕ ਇੱਕ ਕਰਕੇ ਲਓ, ਇੱਕ ਇੱਕ। ਠੀਕ ਹੈ। ਡਾਕਟਰ ਮਨਿੰਦਰ ਸਿੱਧੂ ਹੋਰਾਂ ਦਾ ਸਵਾਲ ਹੈ ਕਿ ਸੂਫੀਵਾਦ ਆਧੁਨਿਕਤਾ ਤੇ ਖਪਤਵਾਦ ਦੇ ਵਿੱਚ ਉਹਨੂੰ ਕਿਵੇਂ ਦੇਖਦਾ ਹੈ? ਜੀ। ਤੇ ਦੂਸਰਾ, ਸਾਡੀ ਇੱਕ ਵਿਦਿਆਰਥਣ ਹੈ, ਉਹਨਾਂ ਦੇ ਦੋ ਸਵਾਲ ਨੇ ਕਿ ਜਾਤੀਵਾਦ ਨੂੰ ਭਾਰਤ ਵਿੱਚੋਂ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਜੀ, ਤੇ ਦੂਸਰਾ ਕਿ ਧਰਮਾਂ ਵਿੱਚ ਭੇਦਭਾਵ ਨੂੰ ਕਿਵੇਂ ਖਤਮ ਕਰੀਏ। ਵੈਸੇ ਤਾਂ ਇਹਨਾਂ ਸਵਾਲਾਂ ਦੇ ਮੈਂ ਉੱਤਰ ਦੇ ਚੁੱਕਾ। ਪਹਿਲਾ ਹੈਗਾ ਕਿ ਸੂਫੀ ਇਸ ਆਧੁਨਿਕ ਦੌਰ ਦੇ ਖਪਤ ਸੱਭਿਆਚਾਰ ਨੂੰ ਸੂਫੀਵਾਦ ਸਮਝਣ 'ਚ ਸਾਡੀ ਕੀ ਸਹਾਈ ਕਰ ਸਕਦਾ, ਇਹੀ ਆ ਸਵਾਲ। ਬਿਲਕੁਲ ਬਿਲਕੁਲ। ਦੇਖੋ, ਮੈਂ ਤੁਹਾਨੂੰ ਪਹਿਲਾਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਿਹੜਾ ਸੰਤ ਮਾਰਗ ਸੀ ਹਿੰਦੁਸਤਾਨ ਦਾ, ਸੰਤ ਪਰੰਪਰਾ ਸੀ ਜਾਂ ਸਾਡੀ ਭਗਤੀ ਲਹਿਰ ਸੀ, ਚਾਹੇ ਸਾਡੇ ਗੁਰੂ ਸਾਹਿਬਾਨ ਦੀ ਪਰੰਪਰਾ ਸੀ, ਚਾਹੇ ਸਾਡੇ ਸੂਫੀਆਂ ਦੀ ਪਰੰਪਰਾ ਸੀ, ਇਹਨਾਂ ਨੇ ਖਪਤ ਨੂੰ, ਜਾਂ ਇਹ ਕਹਿ ਲਈਏ ਕਿ ਇਹਨਾਂ ਨੇ ਸਾਦਗੀ ਨੂੰ, ਸੰਜਮ ਨੂੰ ਇੰਨਾ ਜ਼ੋਰ ਦਿੱਤਾ, ਸਾਦਗੀ ਤੇ ਸੰਜਮ ਦੇ ਉੱਤੇ, ਕਿ ਸਿੱਖੀ ਦਾ ਜਿਹੜਾ ਫਲਸਫਾ ਹੈ, ਕਿਰਤ ਕਰੋ ਤੇ ਵੰਡ ਕੇ ਛਕੋ। ਇਸੇ ਤਰ੍ਹਾਂ ਸਾਡੇ ਸੰਤਾਂ ਦਾ ਭੰਡਾਰਾ, ਸਿੱਖ ਪਰੰਪਰਾ ਦੇ ਵਿੱਚ ਜਿਹੜਾ ਲੰਗਰ ਆ, ਇਹ ਵੀ ਸੂਫੀ ਮਤ ਚੋਂ ਹੀ ਆਇਆ। ਲੰਗਰ ਦੀ ਪ੍ਰਥਾ ਸਾਡੀ ਜਿਹੜੀ ਆ, ਇਹ ਵੀ ਸੂਫੀਆਂ ਦੇ ਭੰਡਾਰੇ ਚੋਂ ਹੀ ਆਈ ਹੈ, ਇੱਕ ਤਰ੍ਹਾਂ ਦੀ ਮੈਂ ਸਮਝਦਾ। ਸੋ ਇਹ ਜਿਹੜਾ ਵੰਡ ਕੇ ਛਕਣ ਦਾ ਸੰਕਲਪ ਆ, ਜਿਹੜਾ ਕਿਰਤ ਕਰਨ ਦਾ ਸੰਕਲਪ ਆ। ਔਰ ਤੀਜੀ ਗੱਲ ਇਹ ਹੈ ਕਿ ਜਿਹੜਾ ਆਧੁਨਿਕ ਉਪਭੋਗਤਾਵਾਦ ਆ, ਇਹ ਤਾਂ ਬੰਦੇ ਨੂੰ ਸਿਰਫ ਵਿਅਕਤੀਵਾਦੀ ਬਣਾਉਂਦਾ ਆ, ਕਿ ਵਿਅਕਤੀ ਨੇ ਆਪਣੇ ਵਾਸਤੇ ਸੋਚਣਾ ਆ, ਆਪਣਾ ਪਹਿਰਾਵਾ, ਆਪਣਾ ਖਾਣ ਪੀਣ, ਆਪਣਾ ਘਰ ਤੇ ਆਪਣਾ ਕਹਿ ਰਹੇ ਹਾਂ ਕਿ ਇਹਦੇ ਚ ਸਾਰੇ ਸਮਾ ਸਕਦੇ ਆ। ਕੋਈ ਵੀ ਸੂਫੀ ਦਰਗਾਹ ਸੀ, ਉਹਨਾਂ ਤੱਕ ਆਮ ਸਰ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ? ਡਾਕਟਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ। ਮੇਰੇ ਖਿਆਲ ਚ ਆਪਾਂ ਦਾ ਮੁਕਾਬਲਾ ਸੂਫੀਆਂ ਦੇ ਸੰਜਮ, ਪਰਹੇਜ਼ਗਾਰੀ ਤੇ ਗਰੀਬੀ ਨੂੰ ਗਰੀਬੀ ਗਦਾ ਹਮਾਰੀ ਮੰਨ ਕੇ ਹੀ ਕੀਤਾ ਜਾ ਸਕਦਾ। ਅਗਲਾ ਸਵਾਲ ਸੀਗਾ ਕਿ ਸਾਡੇ ਦੇਸ਼ ਵਿੱਚੋਂ ਜਾਤ ਪਾਤ ਜਾਂ ਜਾਤ ਪਾਤ ਨਾਲ ਜੁੜੀ ਹੋਈ ਨਫ਼ਰਤ ਕਿਵੇਂ ਖਤਮ ਕੀਤੀ ਜਾਵੇ, ਇਹ ਸਵਾਲ ਸੀ ਨਾ। ਹਾਂਜੀ ਹਾਂਜੀ ਸਰ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸੂਫੀ ਮਤ ਤੇ ਵਿਦਾਂਤ ਵਿੱਚ ਇੱਕ ਬੜੀ ਵੱਡੀ ਸਾਂਝ ਆ। ਸੂਫੀ ਮਤ ਵੀ ਤੇ ਵਿਦਾਂਤ ਵੀ ਦੋਨੇ ਬਹੁਤ ਇੱਕ ਗੱਲੋਂ ਬਹੁਤ ਨੇੜਾ, ਕਿ ਦੋਨੇ ਇੱਕ ਈਸ਼ਵਰਵਾਦੀ ਧਰਮ ਨੇ। ਜਦੋਂ ਸੂਫੀ ਮਤ ਇਹ ਕਹਿੰਦਾ ਕਿ ਅਸੀਂ ਅੱਲਾ ਦੀ, ਜਾਂ ਇਸਲਾਮ ਇਹ ਕਹਿੰਦਾ ਕਿ ਅਸੀਂ ਅੱਲਾ ਦੀ ਉਮਤ ਆ, ਅੱਲਾ ਦੀ ਸੰਤਾਨ ਆ, ਜਿਹਨੂੰ ਗੁਰਬਾਣੀ ਕਹਿੰਦੇ ਕਿ ਏਕ ਪਿਤਾ ਏਕ ਇਸਕੇ ਹਮ ਬਾਰਕ। ਜੇ ਅਸੀਂ ਇੱਕੋ ਦੀ ਸੰਤਾਨ ਆ, ਅਸੀਂ ਇੱਕੋ ਦਾ ਅੰਸ਼ ਵੰਸ਼ ਆ, ਤੇ ਫਿਰ ਜਾਤ ਪਾਤ ਕਿਵੇਂ, ਫਿਰ ਨਸਲ ਦਾ ਭੇਦ ਕਿਵੇਂ,
ਫਿਰ ਰੰਗ ਦਾ ਭੇਦ ਕਿਵੇਂ, ਤੇ ਫਿਰ ਜੈਂਡਰ ਦਾ ਭੇਦ ਕਿਵੇਂ, ਤੇ ਫਿਰ ਅਮੀਰੀ ਗਰੀਬੀ ਦਾ ਭੇਦ ਵੀ ਕਿਵੇਂ। ਫਿਰ ਇਹ ਸਾਰੇ ਭੇਦ ਮੁੱਕ ਜਾਂਦੇ ਨੇ, ਫਿਰ ਤਾਂ ਸਾਰੇ ਪਾੜੇ ਹੀ ਖਤਮ ਹੋ ਜਾਂਦੇ ਆ। ਜਿਹਨੂੰ ਬੁੱਲਾ ਕਹਿੰਦਾ ਕਿ ਮੋਮਨ ਕਾਫਰ ਮੈਨੂੰ ਕੋਈ ਨਾ ਦੱਸਦਾ ਵਹਿਦਤ ਦੇ ਵਿੱਚ ਆ ਕੇ। ਜਾਂ ਜਿਹਨੂੰ ਮੈਂ ਇੱਕ ਹੋਰ ਪ੍ਰਸੰਗ 'ਚ ਵੀ ਇਹ ਗੱਲ ਸਮਝੀ ਜਾ ਸਕਦੀ ਆ ਕਿ ਸਾਡੇ ਜਾਤ ਪਾਤ ਕਿਵੇਂ ਖਤਮ ਕੀਤੀ ਜਾ ਸਕਦੀ ਆ। ਸੂਫੀਆਂ ਦਾ ਜਿਹੜਾ ਸੰਕਲਪ ਹੈਗਾ, ਜਿਹਨੂੰ ਮਨਸੂਰ ਅਲ ਹਲਾਜ ਨੇ, ਅਸਲ 'ਚ ਮਨਸੂਰ ਅਲ ਹਲਾਜ ਹਿੰਦੁਸਤਾਨ 'ਚ ਆਉਂਦਾ ਆ, ਸੰਸਕ੍ਰਿਤ ਸਿੱਖਦਾ ਆ, ਤੇ ਉਹ ਸੰਸਕ੍ਰਿਤ ਦੇ ਇੱਕ ਸੂਤਰ ਦੀ ਹੀ ਵਿਆਖਿਆ ਕਰ ਰਿਹਾ। ਅਨਹਲ ਹੱਕ ਜਿਹੜਾ ਫਾਰਸੀ ਦਾ, ਉਹ ਅਸਲ 'ਚ ਬ੍ਰਹਮਸਵੀ ਜਾਂ ਸੰਸਕ੍ਰਿਤ ਦਾ ਸੂਤਰ ਹੈਗਾ ਬ੍ਰਹਮਸਵੀ, ਕਿ ਮੈਂ ਤੇ ਬ੍ਰਹਮ ਇੱਕ ਹਾਂ, ਮੇਰੇ ਤੇ ਬ੍ਰਹਮ 'ਚ ਕੋਈ ਅੰਤਰ ਹੀ ਨਹੀਂ, ਮੈਂ ਹੀ ਬ੍ਰਹਮ ਹਾਂ। ਮਨਸੂਰ ਨੇ ਕੁਛ ਨਹੀਂ ਸੀ ਕੀਤਾ, ਮਨਸੂਰ ਨੇ ਹੀ ਸੰਸਕ੍ਰਿਤ ਦੇ ਇਸ ਸੂਤਰ ਦਾ ਹੀ ਫਾਰਸੀ 'ਚ ਅਨੁਵਾਦ ਕੀਤਾ ਸੀ। ਇਹਨੂੰ ਗਲਤ ਸਮਝ ਲਿਆ ਗਿਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੇਰੇ ਤੇ ਅੱਲਾ, ਜਦੋਂ ਅਸੀਂ ਇਹ ਕਹਿੰਦੇ ਕਿ ਬੰਦੇ ਤੇ ਅੱਲਾ ਦੀ ਜ਼ਾਤ ਇੱਕ ਆ, ਜੇ ਬੰਦੇ ਤੇ ਅੱਲਾ ਦੀ ਜ਼ਾਤ ਇੱਕ ਆ ਤੇ ਫਿਰ ਰੌਲੇ ਕਾਹਦੇ। ਜਿਹਨੂੰ ਬੁੱਲਾ ਕਹਿੰਦਾ ਕਿ ਬੁੱਲੇ ਦਾ ਬੜਾ ਬਹੁਤ ਮਸ਼ਹੂਰ ਕਪਲਟ ਆ ਕਿ ਗੱਲ ਸਮਝ ਲਈ ਤਾਂ ਰੌਲਾ ਕੀ, ਗੱਲ ਸਮਝ ਲਈ ਤਾਂ ਰੌਲਾ ਕੀ, ਫਿਰ ਰਾਮ ਰਹੀਮ ਤੇ ਮੌਲਾ ਕੀ। ਹੈਲੋ, ਹਾਂਜੀ ਹਾਂਜੀ ਸਰ, ਆ ਰਹੀ ਚਲੋ। ਹਾਂ, ਮੇਰੇ ਖਿਆਲ 'ਚ ਹਾਂਜੀ ਤੁਹਾਡਾ ਅਗਲੇ ਸਵਾਲ ਤੇ ਆਈਏ। ਹਾਂ, ਮੈਂ ਸਰ ਜੀ ਇੱਕ ਦੋ ਸਵਾਲ ਹੋਰ ਜੀ ਨੇ। ਬੜਾ ਜੀ ਜੀ ਸੀਰੀਅਸ ਸਵਾਲ ਹੈ ਜਸਪਾਲ ਫਿਰਦੌਸੀ ਹੋਰਾਂ ਦਾ। ਜੀ, ਕਿੰਨਾ ਦਾ ਜੀ? ਜਸਪਾਲ ਫਿਰਦੌਸੀ, ਓਕੇ। ਉਹਨਾਂ ਦਾ ਕਹਿਣਾ ਕਿ ਪੰਜਾਬੀ ਸੂਫੀ ਪ੍ਰਵਚਨ ਨੂੰ ਆਧਾਰ ਬਣਾ ਕੇ ਜੀ ਅਸੀਂ ਪੰਜਾਬੀ ਕੌਮੀਅਤ ਦੇ ਸਵਾਲ ਨਾਲ ਕਿਵੇਂ ਨਜਿੱਠ ਸਕਦੇ ਹਾਂ। ਜੀ 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 ਦੂਸਰਾ ਸਵਾਲ ਇੱਕ ਕਰਮ ਹੋਰਾਂ ਦਾ ਹੈ। ਜੀ ਉਹ ਕਹਿ ਰਹੇ ਨੇ ਕਿ ਕੀ ਸੂਫੀ ਸਿਧਾਂਤ ਅਜੋਕੇ ਸਮੇਂ ਵਿੱਚ ਕਿਸੇ ਰਾਜਨੀਤਿਕ ਫਰੰਟ ਦਾ ਆਧਾਰ ਬਣ ਸਕਦਾ ਹੈ। ਜੀ ਇਹ ਦੋਨੇ ਸਵਾਲ ਮੇਰੇ ਖਿਆਲ 'ਚ ਬਹੁਤ ਮਹੱਤਵਪੂਰਨ ਨੇ, ਤੇ ਤੁਸੀਂ ਇਹਨਾਂ ਮੈਂ ਤੇ ਪਹਿਲੇ ਦਾ ਸਵਾਲ ਜਸਪਾਲ ਜੀ ਦਾ ਤੁਸੀਂ ਸਵਾਲ ਮੈਂ 10 ਮਿੰਟ ਲਾ ਲਓ, ਹਨਾ ਸਰ। ਹਾਂ, ਮੈਂ ਪਹਿਲੇ ਹਾਂ ਸਵਾਲ ਤੇ ਆਣਾ ਜਸਪਾਲ ਜੀ ਹੋਰਾਂ ਦੇ ਕਿ ਕੀ ਸੂਫੀ ਸਿਧਾਂਤ ਪੰਜਾਬੀ ਕੌਮੀਅਤ ਦੇ ਨਿਰਮਾਣ ਲਈ, ਉਸਾਰੀ ਲਈ, ਜਾਂ ਪੰਜਾਬੀ ਕੌਮੀਅਤ ਨੂੰ ਸਮਝਣ ਲਈ ਕਿਸ ਤਰ੍ਹਾਂ ਸਹਾਈ ਹੋ ਸਕਦਾ। ਬਿਲਕੁਲ। ਦੇਖੋ, ਜੇ ਤਾਂ ਤੁਸੀਂ ਪੰਜਾਬੀਅਤ ਦਾ ਅਰਥ ਖਿੱਤੇ ਨਾਲ ਜੋੜ ਕੇ ਲੈਣਾ ਆ, ਤੇ ਮੈਂ ਸਮਝਦਾ ਇਹਦੇ ਅਰਥ ਹੋਰ ਹੋਣਗੇ। ਤੇ ਜੇ ਤੁਸੀਂ ਪੰਜਾਬੀਅਤ ਨੂੰ ਕਿਸੇ ਧਰਮ ਵਿਸ਼ੇਸ਼ ਨਾਲ ਜੋੜ ਲਓਗੇ ਤਾਂ ਉਹਦੇ ਲਈ ਨਾ ਸਿੱਖੀ, ਸਿੱਖ ਸਿਧਾਂਤ, ਨਾ ਭਗਤੀ ਲਹਿਰ ਤੇ ਨਾ ਸੂਫੀ ਮਤ ਸਾਡੀ ਮਦਦ ਕਰ ਰਹੇ ਹੋਣਗੇ। ਭਗਤੀ ਲਹਿਰ, ਸੂਫੀ ਮਤ ਤੇ ਸਿੱਖ ਲਹਿਰ ਤੋਂ ਜੇ ਅਸੀਂ ਪ੍ਰੇਰਨਾ ਲਈਏ, ਫਿਰ ਅਸੀਂ ਪੰਜਾਬੀ ਕੌਮੀਅਤ ਦੀ ਗੱਲ ਕਰਨੀ ਪਏਗੀ। ਤਾਂ ਸਾਨੂੰ ਪੰਜਾਬੀ ਕੌਮੀਅਤ ਦਾ ਉਹੀ ਮਾਡਲ ਸਾਹਮਣੇ ਲਿਆਉਣਾ ਪਏਗਾ ਜਿਹੜਾ ਮਾਡਲ ਗੁਰੂ ਨਾਨਕ ਦੇਵ ਹੋਰਾਂ ਦੇ ਸਾਹਮਣੇ ਸੀ, ਜਿਹੜਾ ਮਾਡਲ ਸੂਫੀਆਂ ਦੇ ਸਾਹਮਣੇ ਸੀ ਜਾਂ ਭਗਤਾਂ ਦੇ ਸਾਹਮਣੇ ਸੀ, ਕਿ ਨਾ ਕੋਈ ਬੈਰੀ ਨਾ ਬਗਾਨਾ, ਸਗਲ ਸੰਗ ਹਮਕੋ ਬਣਾਈ। ਸੋ ਪਹਿਲੀ ਗੱਲ ਤਾਂ ਜਿੱਦਾਂ ਤੁਸੀਂ ਪੰਜਾਬੀ ਕੌਮੀਅਤ ਨੂੰ ਇੱਕ ਖਿੱਤੇ 'ਚ ਬਸਣ ਵਾਲੇ ਲੋਕ ਕਹੋਗੇ ਤਾਂ ਫਿਰ ਤਾਂ ਗੱਲ ਹੋਰ ਤਰ੍ਹਾਂ ਦੀ ਹੋਏਗੀ। ਜੇ ਤੁਸੀਂ ਕਹੋਗੇ ਕਿ ਹੁਣ ਪੰਜਾਬ ਦੇ ਵਿੱਚ ਤਿੰਨੇ ਕਿਸਮ ਦੇ, ਜੇ ਤੁਸੀਂ ਨਸਲਾਂ ਦੀ ਗੱਲ ਕਰਨੀ ਹੋਵੇ ਤਾਂ ਘੱਟੋ ਘੱਟ 2 ਨਸਲਾਂ ਦੇ ਲੋਕ ਪੰਜਾਬ 'ਚ ਰਹਿ ਰਹੇ ਨੇ, ਇੱਕ ਭਾਰਤੀ ਤੇ ਇੱਕ ਗੈਰ ਭਾਰਤੀ। ਬਾਹਰੋਂ ਆਉਣ ਵਾਲੇ ਇਨਵੇਡਰਸ, ਔਰ ਬਾਹਰੋਂ ਆਉਣ ਵਾਲੇ ਇਨਵੇਡਰ ਵੀ ਇੱਕ ਨਹੀਂ, ਉਹ ਮੁਗਲ ਨੇ, ਤੁਰਕ ਨੇ, ਪਠਾਨ ਨੇ, ਅਫਗਾਨ ਨੇ। ਇਸੇ ਤਰ੍ਹਾਂ ਜਦੋਂ ਅਸੀਂ ਭਾਰਤੀਆਂ ਦੀ ਗੱਲ ਕਰਦੇ ਹਾਂ ਤਾਂ ਭਾਰਤੀ ਵਿੱਚ ਵੀ ਦਰਾਵੀਅਨ ਮੂਲ ਦੇ ਲੋਕ ਵੀ ਨੇ, ਸੇਪੀਅਨ ਮੂਲ ਦੇ ਲੋਕ ਵੀ ਨੇ, ਤੇ ਜਿਹੜੇ ਹੋਰ ਖਿੱਤਿਆਂ ਤੋਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਇੱਥੇ ਪਹਿਲਾਂ ਵਸ ਗਈਆਂ। ਸੋ ਪਹਿਲੀ ਗੱਲ ਤਾਂ ਇਹ ਆ, ਜਦੋਂ ਅਸੀਂ ਪੰਜਾਬੀ ਕੌਮੀਅਤ ਦੀ ਗੱਲ ਕਰਨੀ ਆ, ਕਿ ਅਸੀਂ ਪੰਜਾਬੀ ਕੌਮੀਅਤ ਨੂੰ ਉਸ ਦਰਾ ਖੈਬਰ ਤੋਂ ਲੈ ਕੇ ਜਿਹੜਾ ਦਿੱਲੀ ਤੱਕ ਦਾ ਇਹ ਖਿੱਤਾ ਸੀ, ਇਸ ਖਿੱਤੇ 'ਚ ਪੈਦਾ ਹੋਈ ਤਹਿਜੀਬ ਦੇ ਅਰਥਾਂ ਵਿੱਚ ਲੈਣਾ ਆ, ਤਾਂ ਫਿਰ ਤਾਂ ਇੱਕ ਵਿਸ਼ਾਲ ਦ੍ਰਿਸ਼ਟੀ ਸਾਨੂੰ ਸੂਫੀ ਮਤ, ਇਸਲਾਮ ਤੇ ਸਿੱਖ ਮਤ, ਸਾਡਾ ਸੰਤ ਸਾਹਿਤ ਦਿੰਦਾ ਆ। ਪੰਜਾਬੀਅਤ ਕੌਮ ਦੀ ਉਸਾਰੀ ਨੂੰ ਤਾਂ ਅਸੀਂ ਵੱਡੇ ਅਰਥਾਂ 'ਚ ਲੈਣਾ। ਜੇ ਪੰਜਾਬੀਅਤ ਕੌਮ ਦੀ ਉਸਾਰੀ ਨੂੰ ਅਸੀਂ ਇੱਕ ਖਿੱਤੇ ਵਿਸ਼ੇਸ਼ ਵਿੱਚ ਰਹਿਣ ਵਾਲੇ, ਇੱਕ ਵਿਸ਼ੇਸ਼ ਕਿਸਮ ਦੇ ਭੂਗੋਲਿਕ ਖਿੱਤੇ 'ਚ, ਇੱਕ ਵਿਸ਼ੇਸ਼ ਕਿਸਮ ਦੇ ਆਰਥਿਕ ਪ੍ਰਬੰਧਾਂ ਵਿੱਚ ਵੱਜੇ ਹੋਏ, ਇੱਕ ਵਿਸ਼ੇਸ਼ ਕਿਸਮ ਦੇ ਮੌਸਮ, ਪੌਣ ਪਾਣੀ ਵਾਲੇ ਖਿੱਤੇ 'ਚ ਪੈਦਾ ਹੋਈ ਨਸਲ ਨੂੰ
ਅਸੀਂ ਕੌਮ ਕਹਿਣਾ ਤਾਂ ਵੱਖਰੇ ਹੱਥਾਂ 'ਚ ਲੈਣਾ ਪਏਗਾ। ਜੇ ਅਸੀਂ ਕੌਮ ਨੂੰ ਸਿੱਖ ਕੌਮ ਤੇ ਮੁਸਲਮਾਨ ਕੌਮ ਤੇ ਹਿੰਦੂ ਕੌਮ ਦੇ ਹੱਥਾਂ 'ਚ ਲੈਣਾ ਤਾਂ ਇਹ ਸਾਡੀ ਮਦਦ ਨਹੀਂ ਕਰ ਸਕਣਗੇ ਜੀ। ਹਾਂ ਸਰ, ਮੇਰੇ ਖਿਆਲ ਚ ਸਵਾਲ ਜਿਹੜੇ ਹੋ ਗਏ ਨੇ ਦੂਸਰਾ, ਆਪਣੇ ਕੋਲੇ। ਹਾਂ, ਦੂਸਰੇ ਸਵਾਲ ਦਾ ਜਿਹੜਾ ਜਵਾਬ ਹੈ ਕਿ ਇਹਨੂੰ ਅੱਜ ਦੇ ਸਮੇਂ 'ਚ ਅਸੀਂ ਰਾਜਨੀਤਿਕ ਫਰੰਟ ਦਾ ਆਧਾਰ ਬਣਾ ਸਕਦੇ ਹਾਂ। ਦੂਜਾ ਸਵਾਲ ਇਹ ਸੀਗਾ। ਦੇਖੋ ਜੇ ਅਸੀਂ ਹਿੰਦੁਸਤਾਨ 'ਚ ਜੋ ਮੌਜੂਦਾ ਜੋ ਕੁਝ ਚੱਲ ਰਿਹਾ, ਜਿਹੜੀ ਹਿੰਦੁਸਤਾਨ ਦੀ ਅੱਜ ਦੀ ਰਾਜਨੀਤੀ ਆ, ਉਹ ਇੱਕ ਤਰ੍ਹਾਂ ਦੀ ਐਕਸਕਲੂਸਿਵ ਰਾਜਨੀਤੀ ਆ ਕਿ ਇਹਨੂੰ ਵੀ ਬਾਹਰ ਕੱਢ ਦਿਓ, ਇਹਨੂੰ ਵੀ ਬਾਹਰ ਕੱਢ ਦਿਓ, ਉਹਨੂੰ ਵੀ ਬਾਹਰ ਕੱਢ ਦਿਓ, ਜਨਜਾਤੀਆਂ ਨੂੰ ਬਾਹਰ ਕੱਢ ਦਿਓ, ਦਲਿਤਾਂ ਨੂੰ ਬਾਹਰ ਕੱਢ ਦਿਓ, ਔਰਤਾਂ ਨੂੰ ਬਾਹਰ ਕੱਢ ਦਿਓ। ਕੇਵਲ ਸਵਰਨ ਹਿੰਦੂ, ਜਿਹੜੇ ਸਵਰਨ ਹਿੰਦੂ ਨੇ, ਜੇ ਸੱਤਾ ਸਵਰਨ ਹਿੰਦੂ ਕੋਲੇ ਰਹਿਣੀ ਆ, ਜਾਂ ਇੱਕ ਧਰਮ, ਇੱਕ ਦੇਸ਼, ਇੱਕ ਭਾਸ਼ਾ ਰਹਿਣੀ ਆ, ਜੇ ਮੈਂ ਬਹੁਤ ਸਪਸ਼ਟ ਕਹਾਂ, ਜੇ ਇੱਥੋਂ ਦੀ ਭਾਸ਼ਾ ਹਿੰਦੀ ਸੰਸਕ੍ਰਿਤ ਰਹਿਣੀ ਆ, ਜੇ ਇੱਥੇ ਕੇਵਲ ਹਿੰਦੂਆਂ ਨੂੰ ਰਹਿਣ ਦਾ ਅਧਿਕਾਰ ਆ ਤੇ ਹਿੰਦੂ ਧਰਮ ਜਾਂ ਜਿਹਨੂੰ ਅਸੀਂ ਕਹਿੰਦੇ ਸਨਾਤਨ ਧਰਮ ਹੀ ਮੁੜ ਕੇ ਇੱਥੇ ਬਹਾਲ ਕਰਨਾ ਆ, ਜੇ ਅਸੀਂ ਇਸ ਕਿਸਮ ਦੀ ਰਾਜਨੀਤੀ ਦੇ ਖਿਲਾਫ ਲੜਨਾ ਆ, ਇਹ ਜਿਹੜੀ ਐਕਸਕਲੂਸਿਵ ਰਾਜਨੀਤੀ ਆ, ਲੋਕਾਂ ਨੂੰ ਬਾਹਰ ਕੱਢਣ ਵਾਲੀ ਰਾਜਨੀਤੀ ਆ, ਜਿਹੜੀ ਲੋਕਾਂ ਨੂੰ ਬੇਦਖਲ ਕਰਨ ਵਾਲੀ ਰਾਜਨੀਤੀ ਆ, ਜੇ ਅਸੀਂ ਇਹਦੇ ਖਿਲਾਫ ਲੜਨਾ ਆ ਤਾਂ ਸਾਨੂੰ ਸੂਫੀਆਂ ਦੀ, ਭਗਤਾਂ ਦੀ, ਸਿੱਖ ਗੁਰੂਆਂ ਦੀ ਜਿਹੜੀ ਇਨਕਲੂਸਿਵ ਰਾਜਨੀਤੀ ਆ, ਜਾਂ ਉਹਨਾਂ ਦਾ ਇਨਕਲੂਸਿਵ ਦਾ ਸਿਧਾਂਤ ਆ ਕਿ ਹਰ ਇੱਕ ਨੂੰ ਆਪਣੇ ਵਿੱਚ ਸਮਾ ਲੈਣਾ, ਹਰ ਇੱਕ ਨੂੰ ਆਪਣੇ ਵਿੱਚ ਸਮੋ ਲੈਣਾ। ਅਸੀਂ ਬਾਬੇ ਨਾਨਕ ਦੀ ਮੁਲਤਾਨ ਜਾਣ ਵਾਲੀ ਸਾਖੀ ਬਹੁਤ ਸੁਣੀ ਆ ਕਿ ਬਾਬਾ ਨਾਨਕ ਜਾਂਦੇ ਉੱਥੇ ਤੇ ਮੁਲਤਾਨ ਦੇ ਦਰਵੇਸ਼ ਜਿਹੜੇ ਆ ਉਹ ਦੁੱਧ ਦਾ ਪਿਆਲਾ ਭਰ ਕੇ ਭੇਜਦੇ ਆ ਤੇ ਬਾਬਾ ਨਾਨਕ ਫੁੱਲ ਪੱਤੀ ਰੱਖ ਦਿੰਦੇ ਵਿੱਚ ਕਿ ਮੈਨੂੰ ਤਾਂ ਇੰਨੀ ਕੁ ਸਪੇਸ ਚਾਹੀਦੀ ਆ। ਜਿੱਦਾਂ ਅਸੀਂ ਦੂਜਿਆਂ ਨੂੰ ਸਪੇਸ ਦੇਣੀ ਆ ਤਾਂ ਫਿਰ ਸਾਨੂੰ ਜਿਹੜੀ ਸੂਫੀ ਸਿਧਾਂਤ ਸਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਇਸ ਵੇਲੇ ਜਿਹੜੀ ਇੱਕ ਧਰਮ, ਇੱਕ ਦੇਸ਼, ਇੱਕ ਭਾਸ਼ਾ, ਇੱਕ ਸੰਵਿਧਾਨ ਜਾਂ ਇੱਕ ਕਿਸਮ ਦੇ ਕਾਨੂੰਨ ਦੀਆਂ ਗੱਲਾਂ ਹੋ ਰਹੀਆਂ ਨੇ, ਇਸ ਰਾਜਨੀਤੀ ਦਾ ਵਿਰੋਧ ਕਰਨ ਲਈ ਸੂਫੀ ਸਿਧਾਂਤ ਸਾਡੀ ਬਹੁਤ ਬੁਨਿਆਦੀ ਤੌਰ ਤੇ ਮਦਦ ਕਰ ਸਕਦਾ ਆ, ਕਿਉਂਕਿ ਸੂਫੀ ਸਿਧਾਂਤ ਕੁੱਲ ਲਕਾਈ ਨੂੰ ਆਪਣੇ ਕਲੇਵਰ 'ਚ ਲੈਣ ਦੀ ਗੱਲ ਕਰਦਾ ਔਰ ਉਹਦੀ ਬਿਹਤਰੀ ਦੀ ਗੱਲ ਕਰਦਾ। ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਹੈ ਡਾਕਟਰ ਰੰਜੂ ਹੋਰਾਂ ਦਾ। ਡਾਕਟਰ ਰੰਜੂ ਵਾਲਾ, ਓਕੇ ਜੀ, ਉਹ ਸਾਡੇ ਕੁਲੀਗ ਹੀ ਨੇ ਇੱਥੇ ਕਾਲਜ 'ਚ। ਤੇ ਰੰਜੂ ਵਾਲਾ ਮੇਰੇ ਅਜੀਜ਼ ਦੀ ਸਹਿਯੋਗ, ਮੇਰੇ ਉਹਦੀ ਇਹ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਜੀਵਨ ਹਯਾਤ ਸਾਂਝੀ, ਇਹਨਾਂ ਦੀ ਹਯਾਤੀ ਸਾਂਝੀ ਆ। ਰਵੀ ਦੀ ਜਿਹੜੀ ਹੈਗੀ ਆ ਸਹਿਯੋਗਣ ਕਹਿ ਲੋ, ਸਹਿ ਧਰਮੀ ਕਹਿ ਲੋ। ਬਿਲਕੁਲ ਬਿਲਕੁਲ। ਉਹਨਾਂ ਦਾ ਸਵਾਲ ਹੈ ਕਿ ਸਰ, ਜਿਹੜਾ ਆਪਾਂ ਪੂਰੇ ਲੈਕਚਰ ਦੇ ਵਿੱਚ ਇੱਕ ਗੱਲ ਮਿਸ ਵੀ ਕਰਤੀ ਹੈ ਕਿ ਉਸ ਸਮੇਂ ਕੋਈ ਔਰਤ ਦੇ ਸੂਫੀ ਹੋਣ ਅਤੇ ਉਸਦੇ ਕਲਾਮ ਦਾ ਹਵਾਲਾ ਮਿਲਦਾ ਹੈ, ਉਸ ਬਾਰੇ ਥੋੜਾ ਜ਼ਿਕਰ ਹੈ, ਕਹਿੰਦੇ ਕਰ ਦਿਓ। ਦੇਖੋ, ਪੰਜਾਬੀ ਦੇ ਵਿੱਚ ਕਿਸੇ ਸੂਫੀ ਔਰਤ ਦਾ ਸਾਡੇ ਕੋਲ ਕੋਈ ਹਵਾਲਾ ਨਹੀਂ। ਬੀਬੀ ਸਮ ਦੀ ਮੈਂ ਗੱਲ ਕੀਤੀ ਆ, ਬੀਬੀ ਸਮ ਦਾ ਕਲਾਮ ਵੀ ਨਹੀਂ ਮਿਲਦਾ। ਤੇ ਸਾਡੇ ਕੋਲ ਉਸ ਤੋਂ ਬਾਅਦ ਜਾ ਕੇ ਜੇ ਅਸੀਂ ਦੇਖਦੇ ਹਾਂ 1872 ਚ ਉਹਨਾਂ ਦੀ ਡੈਥ ਹੁੰਦੀ ਆ, ਜਿਹਦੇ ਚ ਕੁਝ ਅੰਸ਼ ਨੇ ਪੀਰੋ, ਅਸੀਂ ਕਹਿ ਸਕਦੇ ਹਾਂ ਕਿ ਪੀਰੋ ਪ੍ਰੇਮਣ, ਹਾਲਾਂਕਿ ਇਕੱਲੇ ਸੂਫੀ ਮਤ ਤੋਂ ਪ੍ਰਭਾਵਿਤ ਨਹੀਂ ਆ, ਪੀਰੋ ਜਿਹੜੀ ਹੈਗੀ ਆ ਉਹ ਸਾਡੇ ਆਰਫਾਂ ਦੀ ਪਰੰਪਰਾ ਵਿੱਚੋਂ, ਪੰਜਾਬ ਦੇ ਆਰਫਾਂ ਦੀ ਪਰੰਪਰਾ ਵਿੱਚੋਂ ਵੱਡੀ ਪੋਇਟਸ ਆ ਪੀਰੋ। ਤੇ ਇਸ ਤਰ੍ਹਾਂ ਮਖਫੀ ਨੂੰ ਕਹਿ ਸਕਦੇ ਆ ਕਿ ਮਖਫੀ ਕਿਉਂਕਿ ਇਸਲਾਮ ਨੂੰ ਸੰਬੰਧ ਰੱਖਦੀ ਸੀ, ਇਸ ਕਰਕੇ ਉਹਦੇ ਵਿੱਚ ਵੀ ਕੁਝ ਅਸਰ ਦੇਖੇ ਜਾ ਸਕਦੇ ਆ। ਮੈਂ ਸਮਝਦਾ ਕਿ ਸਾਡੇ ਕੋਲੇ ਇੱਕ ਵੀ ਹਵਾਲਾ ਕਿਉਂ ਨਹੀਂ ਮਿਲਦਾ। ਇਹ ਬੜਾ ਦਿਲਚਸਪ ਸਵਾਲ ਆ ਕਿ ਜੇ ਸਾਡਾ ਫੋਕਲੋਰ 90% ਔਰਤਾਂ ਵੱਲੋਂ ਰਚਿਆ ਗਿਆ ਤਾਂ ਕੀ ਕਾਰਨ ਆ ਕਿ ਸਾਡੀ ਕਵਿਤਾ ਜਾਂ ਸਾਡੀਆਂ ਬਾਕੀ ਕਲਾਵਾਂ 'ਚ ਔਰਤ ਖਾਮੋਸ਼ ਰਹੀ। ਮੈਨੂੰ ਇਹ ਲੱਗਦਾ ਆ ਕਿ ਪੰਜਾਬ ਜਿਸ ਕਿਸਮ ਦਾ ਖਿੱਤਾ ਰਿਹਾ, ਸਮੰਤੀ ਇੱਕ ਪੁਰਖਾ ਰਾਜ ਰਿਹਾ, ਮਰਦ ਦੀ ਸਰਦਾਰੀ ਰਹੀ, ਇਸ ਕਰਕੇ ਜੇ ਸਾਡੀਆਂ ਔਰਤਾਂ ਨੇ ਕਲਾਮ ਰਚਿਆ ਵੀ ਹੋਏਗਾ ਤਾਂ ਉਹ ਕਲਾਮ ਸਾਂਭਿਆ ਨਹੀਂ। ਦੂਜੀ ਗੱਲ ਇਹ ਆ ਕਿ ਇਸਲਾਮ ਵੈਸੇ ਵੀ ਔਰਤ ਦੇ ਕੁਝ ਮਨੁੱਖੀ ਹੱਕਾਂ ਦੀ ਆਗਿਆ ਨਹੀਂ ਦਿੰਦਾ ਔਰਤ ਨੂੰ। ਇਸਲਾਮ ਦੇ ਵਿੱਚ ਤਾਂ ਔਰਤ ਜਿਹੜੀ ਹੈਗੀ ਆ ਉਹ ਸੂਫੀ ਦਰਗਾਹਾਂ ਤੇ ਤਾਂ ਜਾ ਸਕਦੀ ਆ, ਪਰ ਲੇਕਿਨ ਮਸਜਿਦਾਂ ਵਿੱਚ ਨਹੀਂ ਜਾ ਸਕਦੀ। ਤੋ ਮੈਨੂੰ ਇਹ ਲੱਗਦਾ ਆ ਕਿ ਸਾਡੇ ਜਿਹੜੀ ਸੀਗੀ ਪਿੱਤਰ ਸੱਤਾ, ਸਾਡੇ ਪਿੱਤਰ ਸੱਤਾ ਇੰਨੀ ਹਾਵੀ ਰਹੀ ਆ ਕਿ ਪੰਜਾਬ ਦੇ ਵਿੱਚ ਪਿੱਤਰ ਸੱਤਾ ਦੇ ਦਬਦਬੇ ਕਰਕੇ ਜੇ ਕੁਝ ਔਰਤਾਂ ਨੇ ਕਲਾਮ ਲਿਖਿਆ ਵੀ ਆ ਤਾਂ ਉਹ ਉਂਗਲਾਂ ਤੇ ਗਿਣਨਯੋਗ ਨੇ। ਤੇ ਉਹਨਾਂ ਦੇ ਵਿੱਚੋਂ ਵੀ ਜਿਹੜੀ ਹੈ ਇੱਕ ਔਰਤ ਜਿਹੜੀ ਪੰਜਾਬੀ ਦੀ ਇੱਕ ਸ਼ਾਇਰ ਦੀ ਮਾਂ ਵੀ ਆ, ਖੁਦ ਉਰਦੂ ਦੀ ਸ਼ਾਇਰਾ ਵੀ ਆ, ਤੇ ਉਹਨੂੰ ਇਹ ਲਿਖਣਾ ਪਵੇ
कि बात मुंह से निकसी तो पराई हो जाएगी। औरत इन्ना डरदी आ, उन्हें अपना नाम ही सही नहीं लिखिया, वो खुफिया बेगम लिखदी अपने आप को। और पंजाब की धरती ते 1882 च लिखी गई बहुत महत्वपूर्ण पुस्तक, और एक बड़ी जवे वाली बड़ी जिंदा दिल औरत ने पुस्तक लिखी, और वो किताब हैगी आ समंतनी उपदेश। 1882 चो किताब छपदी आ, ते समंतनी उपदेश लिखण वाली हरदेई उस समय इन्ना डर जाती है कि वो किताब के उत्ते अपना नाम लिखने की बजाय लिखती है एक अज्ञात हिंदू औरत। सो मैं समझदा कि जिहड़ा समाज इन्ना पितर सत्ता का सरापिया होया समाज होवे, उत्थे जे औरत ने कविता लिखी भी होगी तो किसी ने समझी नहीं, क्योंकि औरत की आर्टिकुलेशन सब भी नहीं सी। साडे लोक गीतां च इस किस्म के जिक्र मिल जाते हैं कि रब्बा तेरा शुक्र करा मेरे दिल नूं जीभ नहीं लाई। जे किते औरत दिल की गल करे तो किन्ने पौड़े पैंदे साडे समाज विच। सो इसे करके कहा जाता कि जिहड़ा औरतां दा उचारण आ जां औरतां दा जिहड़ा बोलना हुंदा आ, असीं कहंदे कि औरत मूंह संभाल के बोलदी आ, बेड़ा संभाल के बोलदी आ, जां असीं कहंदे कि औरतां दा आचार खंडित हुंदा आ। औरत बोलदी आ तां दब दब के बोलदी आ, कुछ कहंदी आ कुछ लुकाउंदी आ। सो अजिहे हालात विच मैं समझदा कि मध्यकाली समाज विच किसी सूफी दा होना तां संभव है। सर एक आखिरी सवाल बड़ा महत्वपूर्ण है, भी सवाल ਆਪਾਂ ਲੈ ਲੈਂਦੇ ਆ ਜਲਦੀ ਜਲਦੀ ਚ ਜੀ। ਕਹਿੰਦੇ ਕਿ ਅਮਰੀਕਾ ਦੇ ਵਿੱਚ ਜਦੋਂ ਇੱਕ ਕਾਲੇ ਲੋਕ ਜਿਹੜਾ ਸੀ ਬੰਦਾ ਉਹਦੇ ਨੂੰ ਕੁੱਟਿਆ ਮਾਰਿਆ ਗਿਆ ਬੁਰੀ ਤਰੀਕੇ ਦੇ ਨਾਲ ਜੀ, ਤਾਂ ਉੱਥੇ ਬਹੁਤ ਜਿਹੜਾ ਅੰਦੋਲਨ ਹੋਇਆ, ਬਹੁਤ ਸਾਰੇ ਲੋਕਾਂ ਨੇ ਆਵਾਜ਼ ਉਠਾਈ, ਚਾਹੇ ਉਹ ਲੇਖਕ ਸੀ ਚਾਹੇ ਉਹ ਜਾਗਰੂਕ ਲੋਕ ਸੀ ਜੀ। ਲੇਕਿਨ ਆਪਣੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਸਦੀਆਂ ਤੋਂ ਜਿਹੜੇ ਦਲਿਤਾਂ ਦੇ ਉੱਤੇ ਇੰਨੇ ਅਤਿਆਚਾਰ ਹੁੰਦੇ ਆਏ ਨੇ, ਜੀ ਜੀ ਨਾ ਤਾਂ ਕਹਿੰਦੇ ਸਾਡੇ ਕੋਈ ਲੇਖਕ ਬੋਲਦੇ ਨਾ ਕੋਈ ਜਾਗਰੂਕ ਲੋਕ ਬੋਲਦੇ ਨੇ। ਕੀ ਕਹਿੰਦੇ ਇਹ ਵੀ ਫਿਰ ਲੋਕ ਨੇ ਜਿਹੜੇ ਕਿਸੇ ਪਾਰਟੀ ਦੇ ਨਾਲ ਜੁੜ ਜਾਂਦੇ ਨੇ ਜਾ ਕੇ। ਬਲਬੀਰ ਸਿੰਘ ਹੋਰਾਂ ਦਾ ਬੜਾ ਮਹੱਤਵਪੂਰਨ ਸਵਾਲ ਹੈ, ਤੁਸੀਂ ਇਹਦੇ ਬਾਰੇ ਕੀ ਸੋਚ ਰਹੇ ਹੋ? ਦੇਖੋ ਦੋ ਗੱਲਾਂ ਨੇ, ਦਲਿਤ ਅਗਰੈਸ਼ਨ ਦੇ ਖਿਲਾਫ ਜੇ ਸਭ ਤੋਂ ਪਾਵਰਫੁਲ ਆਵਾਜ਼ ਉੱਠੀ ਆ ਤਾਂ ਮੈਂ ਸਮਝਦਾ ਕਿ ਉਹ ਭਗਤੀ ਅੰਦੋਲਨ ਦੇ ਵਿੱਚ ਹੀ ਆਵਾਜ਼ ਉੱਠੀ ਆ, ਜਾਂ ਸੂਫੀ ਲਹਿਰ ਦੇ ਵਿੱਚ ਵੀ ਦਲਿਤ ਦੀ ਪੋਜੀਸ਼ਨ ਨੂੰ ਲੈ ਕੇ ਉਹਦੇ ਖਿਲਾਫ ਆਵਾਜ਼ ਉੱਠੀ, ਉਹਦੇ ਹੱਕ 'ਚ ਆਵਾਜ਼ ਉੱਠੀ ਆ। ਪਰ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਬਹੁਤ ਵਿਗਿਆਨਕ ਢੰਗ ਨਾਲ ਤੇ ਬਹੁਤ ਆਰਗੇਨਾਈਜ਼ਡ ਢੰਗ ਨਾਲ ਜਿਹੜੀ ਦਲਿਤ ਦੇ ਹੱਕ 'ਚ ਆਵਾਜ਼ ਉੱਠਦੀ ਆ, ਉਹ ਮਹਾਰਾਸ਼ਟਰ ਦੀ ਜਿਹੜੀ ਹੈਗੀ ਆ ਦਲਿਤ ਪੈਂਥਰ ਦੀ ਮੂਵਮੈਂਟ ਨਾਲ ਹੀ ਉੱਠਦੀ ਆ। ਜਾਂ ਅਸੀਂ ਕਹਿ ਸਕੀਏ ਕਿ ਕੁਝ ਕੁ ਸਮਾਂ ਉਹ ਵੀ ਸਮਾਂ ਅਸੀਂ ਜੋੜ ਸਕਦੇ ਹਾਂ ਜਦੋਂ ਸਾਡੇ ਜਿਹੜੇ ਆ ਜੋਤੀਬਾ ਫੂਲੇ ਜਾਂ ਪੇਰੀਆਰ ਜਾਂ ਅੰਬੇਦਕਰ, ਭੀਮਰਾਓ ਅੰਬੇਦਕਰ ਜਾਂ ਅਛੂਤਾਨੰਦ, ਜਦੋਂ ਇਹ ਲੋਕ ਜਾਂ ਹੀਰਾ ਡੋਮ ਜੀ ਦੀ ਪਹਿਲੀ ਕਵਿਤਾ ਛਪਦੀ ਆ, ਸਮਝ ਅਸੀਂ ਕਹਿ ਸਕਦੇ ਹਾਂ ਕਿ ਦਲਿਤ ਬਾਰੇ ਟੁੱਟਵੇਂ ਰੂਪ 'ਚ ਆਵਾਜ਼ਾਂ ਉੱਠਦੀਆਂ ਰਹੀਆਂ। ਪਰ ਆਰਗੇਨਾਈਜ਼ਡ ਮੈਂ ਸਮਝਦਾ ਕਿ ਜਿੱਥੇ ਦਲਿਤ ਅਸਮਤਾ ਲਈ, ਜਿੱਥੇ ਦਲਿਤ ਦੀ ਪਛਾਣ ਲਈ ਕੋਈ ਵੱਜਵਾਂ ਅੰਦੋਲਨ ਸਾਡੇ ਸਾਹਮਣੇ ਆਉਂਦਾ ਆ, ਤਾਂ ਉਹ ਜਾਂ ਤਾਂ ਅੰਬੇਦਕਰ ਦੀ ਮੂਵਮੈਂਟ ਆ, ਉਸ ਤੋਂ ਪਹਿਲਾਂ ਅਸੀਂ ਥੋੜੀ ਥੋੜੀ ਕਹਿ ਸਕਦੇ ਹਾਂ ਕਿ ਜੋਤੀਬਾ ਫੂਲੇ ਦੀ ਮੂਵਮੈਂਟ ਆ, ਪੇਰੀਆਰ ਦੀ ਮੂਵਮੈਂਟ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਅਛੂਤਾਨੰਦ ਦੀ ਮੂਵਮੈਂਟ ਆ। ਇਹ ਲੋਕ ਨੇ ਜਿਹੜੇ, ਇਹ ਲਹਿਰਾਂ ਵਿਖਰਵੀਆਂ ਨੇ, ਪਰ ਉਨੀ ਵੱਜਵੀਂ ਰੂਪ ਚ ਇਹ ਨਹੀਂ ਹੁੰਦੀਆਂ ਜਿੰਨੀ ਸਾਡੇ ਕੋਲੇ ਮੁੜ ਕੇ 20ਵੀਂ ਸਦੀ ਵਿੱਚ ਜਿਹੜੇ ਦਲਿਤ ਪੈਂਥਰ ਨੇ ਉਹ ਆਪਣੀ ਕਵਿਤਾ, ਕਹਾਣੀ, ਨਾਵਲ ਤੇ ਖਾਸ ਤੌਰ ਤੇ ਦਲਿਤ ਸਵੈ ਜੀਵਨੀ ਰਾਹੀਂ ਆਪਣੀ ਗੱਲ ਕਰਨੀ ਸ਼ੁਰੂ ਕਰਦੇ ਆ। ਪਰ ਮੈਂ ਸਮਝਦਾ ਕਿ ਸੂਫੀ ਭਗਤੀ ਲਹਿਰ ਜਿਹੜੀ ਹੈਗੀ ਆ, ਇਹਦੇ ਵਿੱਚ ਦਲਿਤ ਅਸਮਤਾ ਦੇ ਤੇ ਦਲਿਤ ਪਛਾਣ ਦੇ ਦੀ ਆਵਾਜ਼ ਜ਼ਰੂਰ ਉੱਠਦੀ ਰਹੀ। ਬਿਲਕੁਲ ਬਿਲਕੁਲ ਸਰ, ਬਿਲਕੁਲ। ਮੇਰੇ ਖਿਆਲ 'ਚ ਕਾਫੀ ਸਮਾਂ ਅਸੀਂ ਸਰ ਤੁਹਾਡਾ ਲੈ ਲਿਆ, ਤੇ ਤੁਸੀਂ ਸੂਫੀ ਕਾਵ ਦੀ ਜਾਂ ਸੂਫੀਆਂ ਦੀ ਜਿਹੜੀ ਸੂਫੀ ਫਕੀਰਾਂ ਦੀ ਉਹਨਾਂ ਦੀ ਹਿਸਟਰੀ ਤੋਂ ਲੈ ਕੇ, ਇਤਿਹਾਸ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਕੀ ਪ੍ਰਸੰਗਿਕਤਾ ਹੈ, ਕਿਵੇਂ ਕਿਵੇਂ ਵੱਖ-ਵੱਖ ਸਮੇਂ ਸੂਫੀ ਜਿਹੜੇ ਫਕੀਰ ਨੇ ਉਹ ਸਾਡੇ ਲਈ ਸਹਾਈ ਹੁੰਦੇ ਰਹੇ ਨੇ, ਸਾਡੇ ਲਈ ਸੇਧ ਦਾ ਇੱਕ ਕੰਮ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਸਾਰੇ ਤੁਹਾਡਾ ਧੰਨਵਾਦ ਕਰੀਏ, ਉਹਨਾਂ ਦਾ ਧੰਨਵਾਦ ਕਰੀਏ, ਇਹ ਧੰਨਵਾਦ ਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਡਿਊਟੀ ਹੈ, ਮੈਂ ਡਾਕਟਰ ਦਵਿੰਦਰਜੀਤ ਹੋਰਾਂ ਨੂੰ ਜਿਹੜੇ ਸਾਡੇ ਵਿਭਾਗ ਦੇ ਮੁਖੀ ਵੀ ਨੇ ਉਹਨਾਂ ਨੂੰ ਕਹਾਂਗਾ ਕਿ ਉਹ ਤੁਹਾਡੇ ਤੇ ਸਾਡੇ ਸਾਰਿਆਂ ਦਾ, ਤੇ ਜਿਹੜੇ ਸਾਡੇ ਸਪੈਸ਼ਲੀ ਵਿਦਿਆਰਥੀ ਜੁੜੇ ਨੇ ਇਸ ਵੈਬੀਨਾਰ ਦੇ ਵਿੱਚ, ਉਹਨਾਂ ਦਾ ਧੰਨਵਾਦ ਕਰਨ। ਮੈਂ ਅੱਜ ਇਸ ਵੈਬੀਨਾਰ ਦਾ ਧੰਨਵਾਦ ਕਰਾਂਗੀ। ਮੈਂ ਬਹੁਤ ਧੰਨਵਾਦੀ ਹਾਂ ਆਪਣੀ ਮੈਡਮ ਪ੍ਰਿੰਸੀਪਲ ਡਾਕਟਰ ਨੀਤਾ ਕੌਸ਼ਲ ਜੀ ਦੀ,
ਜਿਨ੍ਹਾਂ ਦੀ ਯੋਗ ਅਗਵਾਈ ਦੇ ਨਾਲ ਇਹ ਅੱਜ ਦਾ ਵੈਬੀਨਾਰ ਹੈ ਜਿਹੜਾ ਅਸੀਂ ਸਫਲ ਬਣਾ ਸਕੇ। ਅੱਜ ਦੇ ਵਿਦਵਾਨ ਬੁਲਾਰੇ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ ਦੀ ਮੈਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸੰਕਟਮਈ ਸਮੇਂ ਦੇ ਦੌਰਾਨ ਸੂਫੀ ਕਵਿਤਾ ਦੇ ਹਵਾਲੇ ਦੇ ਕੇ ਬੜੀ ਸਾਰਥਕਤਾ ਦੇ ਨਾਲ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਵੱਖ-ਵੱਖ ਹਵਾਲੇ ਦਿੱਤੇ ਨੇ। ਬਹੁਤ ਹੀ ਗਿਆਨਵਰਤਕ ਤੇ ਤਰਕਮਈ ਵਿਚਾਰ ਸਨ ਸਰ ਦੇ। ਮੈਂ ਫਿਰ ਇੱਕ ਵਾਰੀ ਤਹਿ ਦਿਲੋਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ, ਉਹਨਾਂ ਨੇ ਆਪਣਾ ਸਮਾਂ ਕੱਢਿਆ। ਤੇ ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਨੇ ਅੱਜ ਦੇ ਇਸ ਵਿਖਿਆਨ ਨੂੰ ਸੁਣਿਆ, ਸਾਡੇ ਟੀਚਰ ਸਾਹਿਬਾਨ ਤੇ ਬਾਹਰੋਂ ਆਏ ਹੋਏ ਮਹਿਮਾਨ ਤੇ ਉਹਨਾਂ ਨੇ ਵੀ ਸੁਣਿਆ, ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ। ਆਪਣੇ ਵਿਭਾਗ ਦੇ ਸਾਰੇ ਟੀਚਰ ਸਾਹਿਬਾਨ ਦੀ, ਖਾਸ ਕਰਕੇ ਡਾਕਟਰ ਜਸਪਾਲ ਜਿਨ੍ਹਾਂ ਨੇ ਇਸ ਵੈਬੀਨਾਰ ਨੂੰ ਤਕਨੀਕੀ ਤੌਰ ਤੇ ਸਾਰੇ ਪੱਖੋਂ ਸਫਲ ਬਣਾਉਣ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਹੈ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸ਼ੁਕਰੀਆ ਦੋਸਤੋ। ਡਾਕਟਰ ਸੁਖਦੇਵ ਸਿੰਘ ਤੁਹਾਡਾ ਸਾਰਿਆਂ ਤੋਂ ਵੱਧ ਸ਼ੁਕਰੀਆ, ਕਿਉਂਕਿ ਜੇਕਰ ਤੁਸੀਂ ਨਾ ਹੁੰਦੇ ਤਾਂ ਮੇਰੇ ਖਿਆਲ 'ਚ ਵੈਬੀਨਾਰ ਜਿਹੜਾ ਹੋਣਾ ਹੀ ਬਹੁਤ ਮੁਸ਼ਕਿਲ ਸੀਗਾ। ਤੇ ਜਿਹੜੇ ਸੰਜੀਦਾ ਸਵਾਲ ਸਾਡੇ ਦਰਸ਼ਕਾਂ ਨੇ ਜਾਂ ਸਰੋਤੇ ਨੇ ਉਠਾਏ ਨੇ, ਭਵਿੱਖ ਵਿੱਚ ਉਹਨਾਂ ਸਵਾਲਾਂ ਦੇ ਹਲੇ ਅੱਗੇ ਹੋਰ ਸਵਾਲ ਚੱਲਣੇ ਨੇ, ਤੇ ਇਸੇ ਲਈ ਅਸੀਂ ਤੁਹਾਡੇ ਆਸਵੰਦ ਹਾਂ ਤੇ ਤੁਹਾਡੇ ਲਈ ਇਹ ਵਾਅਦਾ ਕਰਦੇ ਹਾਂ ਕਿ ਅੱਗੇ ਤੋਂ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਵੈਬੀਨਾਰ ਨੇ ਜਾਂ ਸੈਮੀਨਾਰ ਨੇ ਜਾਂ ਟਾਕਸ ਨੇ ਉਹ ਕਰਵਾਉਂਦੇ ਰਵਾਂਗੇ, ਤੇ ਤੁਸੀਂ ਹਮੇਸ਼ਾ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਹਾਂਜੀ ਸਰ। ਜਸਪਾਲ ਜੀ, ਹਾਂਜੀ ਸਰ। ਮੇਰੇ ਵੱਲੋਂ ਤੁਹਾਡੇ ਪ੍ਰਿੰਸੀਪਲ ਮੈਡਮ ਦਾ, ਹਾਂਜੀ, ਤੁਹਾਡੇ ਵਿਭਾਗ ਦਾ ਤੇ ਤੁਹਾਡਾ ਤੇ ਨਾਲ ਦੀ ਨਾਲ ਇਸ ਸੰਵਾਦ ਜੁੜਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਮੈਂ ਦਿਲੋਂ ਮਸ਼ਕੂਰ ਹਾਂ। ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਥੈਂਕ ਯੂ ਸਰ। ਬਿਲਕੁਲ ਅਸੀਂ ਹੁਣ ਇਹਦਾ ਐਂਡ ਕਰਨ ਚੱਲੇ ਹਾਂ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਅੱਗੇ ਤੋਂ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਥੈਂਕ ਯੂ ਵੈਰੀ ਮਚ।